ਸੰਸਾਰ ਦਾ ਸ਼ਾਇਦ ਹੀ ਕੋਈ ਹਿੱਸਾ ਹੋਵੇ ਜਿੱਥੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਪਰਚਮ ਨਾ ਝੂਲਦੇ ਹੋਣ। ਪੰਜਾਬੀ ਜਿੱਥੇ ਕਿਤੇ ਵੀ ਗਏ ਆਪਣੀ ਬੋਲੀ, ਸੱਭਿਆਚਾਰ ਤੇ ਆਪਣੀ ਸ਼ਾਨਾਮਤੀ ਵਿਰਾਸਤ ਆਪਣੇ ਨਾਲ ਲੈ ਕੇ ਗਏ। ਗੀਤਾ ਦੇ ਸੰਦੇਸ਼ ਤੇ ਗੁਰੂ ਸਾਹਿਬਾਨਾਂ ਦੇ ਸਿਧਾਂਤ ਤੇ ਆਸ਼ੇ ਨੂੰ ਪਰਨਾਈ ਪੰਜਾਬੀ ਕੌਮ ਸੰਸਾਰ ਭਰ 'ਚ ਲੋੜਵੰਦਾਂ ਲਈ ਖੜਦੀ, ਮਾੜੇ ਤੇ ਨਿਤਾਣੇ ਦੀ ਬਾਂਹ ਫੜਦੀ, ਹੱਕ ਸੱਚ ਤੇ ਇਨਸਾਫ ਲਈ ਹਿੱਕ ਢਾਹ ਕੇ ਜੂਝਦੀ, ਹੱਸਦੀ ਵਸਦੀ ਮੌਲਦੀ ਤਰੱਕੀਆਂ ਦੇ ਨਵੇਂ ਦਰ ਦਰਵਾਜ਼ੇ ਤੇ ਦਸਤਕ ਦੇ ਰਹੀ ਹੈ। ਪੰਜਾਬੀਆਂ ਦੀ ਇਸੇ ਮਾਣਮੱਤੀ ਦੁਨੀਆ ਨੂੰ ਸਮਰਪਿਤ ਹੈ ਪੰਜਾਬੀ ਜਗਤ ਦਾ ਆਪਣਾ ਟੀਵੀ ਪੰਜਾਬੀ ਦੁਨੀਆ। ਟੀਵੀ ਪੰਜਾਬੀ ਦੁਨੀਆ ਲਈ ਤੁਹਾਡਾ ਵਿਸ਼ਵਾਸ ਤੇ ਸਾਥ ਸਾਡੀ ਤਾਕਤ ਹੈ। ਟੀਵੀ ਪੰਜਾਬੀ ਦੁਨੀਆ ਹਰ ਰੋਜ਼ ਲੈ ਕੇ ਆਉਂਦਾ ਹੈ ਆਪਣੀ ਧਰਤੀ ਨਾਲ ਜੁੜੇ ਲੋਕਾਂ ਲਈ ਇੱਕ ਵਿਲੱਖਣ ਪ੍ਰੋਗਰਾਮ, ਮੇਰੀ ਧਰਤੀ ਮੇਰੇ ਲੋਕ। ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। पंजाब करा की सिफत तेरी शाना दे सब सामान तेरे, जल पौन तेरा हरियाल तेरी दरिया पर्वत मैदान तेरे। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ, ਹਫਤਾਵਾਰੀ ਪ੍ਰੋਗਰਾਮ ਸਾਂਝੀ ਚੰਗੇਰ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਅੱਜ ਨਾਲ ਮੇਰੇ ਬਹੁਤ ਵਿਸ਼ੇਸ਼ ਮਹਿਮਾਨ ਨੇ ਪਾਕਿਸਤਾਨ ਲਾਹੌਰ ਤੋਂ ਅਹਿਮਦ ਰਜ਼ਾ ਸਾਹਿਬ, ਜਿਨ੍ਹਾਂ ਨੇ ਇੱਕ ਬਹੁਤ ਹੀ ਖੂਬਸੂਰਤ ਸੰਸਥਾ ਜਿਹੜੀ ਆ ਉਹਦੀ ਉਸਾਰੀ ਕੀਤੀ ਹੋਈ ਆ। ਪੰਜਾਬੀ ਪ੍ਰਚਾਰ ਆਰਗੇਨਾਈਜੇਸ਼ਨ ਨਾਂ ਦੀ ਇਹ ਸੰਸਥਾ ਪੰਜਾਬੀ ਦੇ ਪ੍ਰਚਾਰ, ਵਿਕਾਸ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਉਹ ਯਤਨਸ਼ੀਲ ਨੇ। ਉਹਨਾਂ ਕੋਲੋਂ ਉਹ ਜਾਣਾਂਗੇ ਬਹੁਤ ਕੁਝ ਕਿ ਪਾਕਿਸਤਾਨ ਦੇ ਵਿੱਚ ਪੰਜਾਬੀ ਦੀ ਕੀ ਦਸ਼ਾ ਹੈ, ਪੰਜਾਬੀ ਲਈ ਕਿਹੜੇ ਕਿਹੜੇ ਕੰਮ ਕੀਤੇ ਜਾ ਰਹੇ ਆ। ਔਰ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਦੀ ਤਹਿਰੀਕ ਜਿਹੜੀ ਆ ਉਹਨੂੰ ਉਸਾਰਿਆ ਹੋਇਆ ਅਹਿਮਦ ਰਜ਼ਾ ਸਾਹਿਬ ਨੇ ਉੱਥੇ, ਔਰ ਲਗਾਤਾਰ ਉਹਦੇ ਲਈ ਕੰਮ ਕਰ ਰਹੇ ਨੇ, ਯਤਨਸ਼ੀਲ ਨੇ। ਸਭ ਤੋਂ ਪਹਿਲਾਂ ਅਸੀਂ ਰਜ਼ਾ ਸਾਹਿਬ ਦਾ ਕਰੀਏ ਸਵਾਗਤ। ਵੈਲਕਮ ਸਰ, ਜੀ ਆਇਆਂ ਨੂੰ। ਅਹਿਮਦ ਰਜ਼ਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਜਨਾਬ। ਸਰ ਸ਼ੁਕਰੀਆ ਗਿੱਲ ਸਾਹਿਬ ਔਰ ਸਾਰੀ ਤੁਹਾਡੀ ਟੀਮ ਦਾ, ਤੁਹਾਡੇ ਦੇਖਣ ਵਾਲਿਆਂ ਦਾ, ਸਭ ਦਾ ਸ਼ੁਕਰੀਆ। ਰਜ਼ਾ ਸਾਹਿਬ, ਪਹਿਲਾਂ ਤਾਂ ਥੋੜ੍ਹਾ ਜਿਹਾ ਆਪਣੀ ਆਰਗੇਨਾਈਜੇਸ਼ਨ ਦੇ ਬਾਰੇ ਸਾਨੂੰ ਜਾਣਕਾਰੀ ਦਿਓ ਕਿ ਇਹ ਸੰਸਥਾ ਤੁਸੀਂ ਕਦੋਂ ਬਣਾਈ, ਇਹਦਾ ਕੀ ਮੁੱਖ ਮਕਸਦ ਹੈ ਔਰ ਕੀ ਕੀ ਕੰਮ ਤੁਸੀਂ ਹੁਣ ਤੱਕ ਕਰ ਸਕੇ ਹੋ, ਔਰ ਕੀ ਤੁਹਾਡਾ ਕਰਨ ਦਾ ਹੈ, ਮਤਲਬ ਮੰਤਵ ਕੀ ਹੈ ਸੰਸਥਾ ਨੂੰ ਬਣਾਉਣ ਦਾ? ਗਿੱਲ ਸਾਹਿਬ, ਇਹ ਯੂਨੀਵਰਸਿਟੀ ਟਾਈਮ ਪੀਰੀਅਡ ਦੀ ਗੱਲ ਹੈ ਕਿ ਅੱਜ ਤੋਂ 20 ਸਾਲ ਪਹਿਲੇ ਦੀ। ਯੂਨੀਵਰਸਿਟੀ ਦੇ ਅੰਦਰ ਸਾਡੀ ਜਦੋਂ ਵੀ ਆਪਣੇ ਦੋਸਤਾਂ ਦੇ ਨਾਲ ਟਾਕ ਹੁੰਦੀ ਸੀ, ਔਰ ਉਹਨਾਂ ਵਿੱਚ ਯੂਨੀਵਰਸਿਟੀ ਦੇ ਵਿੱਚ ਸਿੰਧ ਤੋਂ ਵੀ ਲੋਕ ਸਨ, ਉਹਦੇ ਵਿੱਚ KPKB ਤੋਂ ਲੋਕ ਸਨ, ਕਸ਼ਮੀਰ ਤੋਂ ਵੀ ਲੋਕ ਸਨ, ਪੰਜਾਬ ਦੇ ਲੋਕ ਵੀ ਸਨ। ਜਦੋਂ ਬੋਲੀ ਦੇ ਸਵਾਲ ਤੇ ਗੱਲ ਹੁੰਦੀ ਸੀ ਔਰ ਖਾਸ ਕਰ ਮਦਰ ਲੈਂਗੁਏਜ ਦੇ ਇਸ ਕੁਐਸਚਨ ਤੇ ਗੱਲ ਹੁੰਦੀ ਸੀ, ਤੇ ਉਹਦੇ ਤੇ ਜਿਹੜਾ ਪੰਜਾਬ ਦੇ ਲੋਕ ਅਸਾਂ ਥੋੜੀ ਜਿਹੀ ਉਸ ਤੋਂ ਜਾਨ ਛੁਡਾਉਂਦੇ ਸੀ। ਉਸ ਤੋਂ ਬਾਅਦ ਇਹ ਹੋਇਆ ਕਿ ਮੈਂ ਇੱਕ ਮਲਟੀਨੈਸ਼ਨਲ ਕੰਪਨੀ ਜੁਆਇਨ ਕਰ ਲਈ, ਪ੍ਰੋਕਟਰ ਐਂਡ ਗੈਂਬਲ ਨਾਮ ਦੀ। ਮੈਂ ਕਿ ਉੱਥੇ ਜੌਬ ਕੀਤੀ ਕਾਫੀ ਲੰਬਾ ਸਮਾਂ 10-11 ਸਾਲ ਮੈਂ ਉਹਦੇ ਵਿੱਚ ਜੌਬ ਕੀਤੀ। ਉਹਦੇ ਦੌਰਾਨ ਹੀ ਇਹ ਖਿਆਲ ਆਇਆ ਕਿ ਜਿਹੜਾ ਕੁਐਸਚਨ ਯੂਨੀਵਰਸਿਟੀ ਦੇ ਦਰਮਿਆਨ ਉੱਠਿਆ ਸੀ ਦੋਸਤਾਂ ਦੇ ਨਾਲ ਡਿਸਕਸ਼ਨ ਔਰ ਡਿਬੇਟਸ ਦੇ ਦੌਰਾਨ, ਉਸ ਨੂੰ ਜਿਸ ਤਰੀਕੇ ਨਾਲ ਸੋਚਿਆ, ਫਿਰ ਉਹਦੇ ਨਾਲ ਜਿਹੜੇ ਮੇਰੇ ਫਾਦਰ ਸਨ ਬੁੱਲੇ ਸ਼ਾਹ ਦੇ ਆਸ਼ਿਕ ਸਨ, ਬਾਬਾ ਫਰੀਦ ਦੇ ਆਸ਼ਿਕ ਸਨ। ਘਰ ਦੇ ਅੰਦਰ ਜਦੋਂ ਬਾਬਾ ਫਰੀਦ ਦੀ ਪੋਇਟਰੀ ਡਿਸਕਸ ਹੋਣੀ, ਬੁੱਲੇ ਸ਼ਾਹ ਦੀ ਪੋਇਟਰੀ ਡਿਸਕਸ ਹੋਣੀ, तो पहले तो मेरी इंपॉर्टेंस होती सी ज़रा मीर साहब और दूसरे ਜਿਹੜੇ ਉਰਦੂ ਹਿੰਦੀ ਸ਼ਾਇਰ ਸਨ, ਮਿਰਜ਼ਾ ਗਾਲਿਬ। ਲੇਕਿਨ ਮੇਰੇ ਫਾਦਰ ਕਹਿੰਦੇ ਹੁੰਦੇ ਸਨ ਕਿ ਜਿਸ ਦਿਨ ਤੂੰ ਸੂਫੀ ਪੋਇਟਰੀ ਵੱਲ ਆ ਗਿਆ, ਉਸ ਦਿਨ ਤੈਨੂੰ ਇਹ ਸਾਰੇ ਲੋਕ ਫਿੱਕੇ ਲੱਗਣਗੇ। ਸੋ ਇੱਕ ਬਾਪ ਦੀ ਜਿਹੜੀ ਉਹਨਾਂ ਦੇ ਇੱਕ ਗੁੱਟੀ ਜਿਹੜੀ ਉਹਨਾਂ ਦੀ ਦਿੱਤੀ ਹੋਈ ਸੀ ਸੂਫੀ ਲਿਟਰੇਚਰ ਦੀ, ਉਹ ਵੀ ਮੇਰੇ ਨਾਲ ਨਾਲ ਚੱਲ ਰਹੀ ਸੀ। 2012 ਦੇ ਵਿੱਚ ਮੈਂ ਜੌਬ ਛੱਡੀ ਔਰ ਮੈਂ ਆਪਣਾ ਬਿਜ਼ਨਸ ਸਟਾਰਟ ਕਰ ਦਿੱਤਾ। ਔਰ ਇਹੀ ਉਹ ਟਾਈਮ ਹੈ ਜਦੋਂ ਇਸ ਕੁਐਸਚਨ ਨੂੰ ਅੱਛੀ ਤਰ੍ਹਾਂ ਸਮਝਣ ਦਾ ਮੌਕਾ ਮਿਲਿਆ। 2013 ਦੇ ਵਿੱਚ ਪੰਜਾਬੀ ਪ੍ਰਚਾਰ ਅਸੀਂ ਮਿਲ ਕੇ ਬਣਾਈ। ਰਿਟਾਇਰਡ ਪ੍ਰੋਫੈਸਰ ਇਨ ਦਿਆਲ ਸਿੰਘ ਕਾਲਜ ਦੇ ਪ੍ਰਿੰਸੀਪਲ ਹਨ ਤਾਰਿਕ ਜਟਾਲਾ ਸਾਹਿਬ, ਉਹ ਸਨ। ਫਿਰ ਮੇਰੇ ਯੂਨੀਵਰਸਿਟੀ ਦੇ ਕਲਾਸ ਫੈਲੋ ਮੀਆਂ ਸਰਫਰਾਜ਼ ਸਾਹਿਬ ਸਨ, ਔਰ ਇਹਨਾਂ ਦੇ ਨਾਲ ਨਾਲ ਫਰਹਾਦ ਇਕਬਾਲ ਹਨ, ਪਾਕਿਸਤਾਨ ਦੇ ਵਿੱਚ ਅੱਛੇ ਸ਼ਾਇਰ ਹਨ, ਬੜੇ ਸੋਹਣੇ ਗ੍ਰਾਫਿਕ ਡਿਜ਼ਾਈਨਰ ਹਨ। ਇਹ ਅਸੀਂ 4-5 ਲੋਕ ਸੀ। ਫਿਰ ਖਲੀਲ ਔਜਲਾ ਜੀ ਗੁਜਰਾਂਵਾਲਾ ਤੋਂ ਉਹ ਸਾਡੇ ਨਾਲ ਮਿਲ ਗਏ। ਫਿਰ ਇਹਦੇ ਨਾਲ ਨਾਲ ਜਿਹੜੇ ਬੱਚੇ ਬੜੇ ਐਕਟਿਵ ਸਨ, ਜਿਸ ਤਰ੍ਹਾਂ ਤੁਸੀਂ ਬਾਬਰ ਜਲੰਧਰੀ ਕਹਿ ਲਓ, ਅੰਜਮ ਗਿੱਲ, ਮੁਹੰਮਦ ਅਲੀ, ਰਾਣਾ ਉਮਰ ਹੁਸ਼ਿਆਰਪੁਰੀ, ਇੱਕ ਲੰਬੀ ਟੀਮ ਫਿਰ ਜਿਹੜੀ ਹੈ ਸਾਡੀ ਉਹ ਬਣਦੀ ਗਈ।
ਸ਼ਹਿਜ਼ਾਦ ਅਮਾਰ ਜਿਹੜੀ ਪੂਰੀ ਦੁਨੀਆ ਦੇ ਵਿੱਚ ਆਈਟੀ ਐਕਸਪਰਟ ਹਨ, ਮੁxtਲਿਫ ਮੁਲਕਾਂ ਦੇ ਵਿੱਚ ਉਹਨਾਂ ਦਾ ਵਿਜ਼ਿਟ ਹੁੰਦਾ ਰਹਿੰਦਾ ਸੀ। ਮਤਲਬ ਇਹ ਸਟਾਰਟ ਜਿਵੇਂ ਅਸੀਂ 2013 ਦੇ ਵਿੱਚ ਰੱਖਾ ਤੇ 2014 ਤੱਕ ਇਹ ਪੂਰੀ ਇੱਕ ਟੀਮ ਜਿਹੜੀ ਸੀ ਸਾਡੀ ਉਹ ਤਿਆਰ ਹੋ ਚੁੱਕੀ ਸੀ। ਹੁਣ ਇਹਦੇ ਤੇ ਮੁੱਦਾ ਜਿਹੜਾ ਸੀ, ਬੁਨਿਆਦੀ ਕੁਐਸਚਨ ਜਿਹੜਾ ਸੀ ਉਹ ਇਹ ਸੀ ਕਿ ਪੰਜਾਬ ਦੇ ਅੰਦਰ ਪੰਜਾਬੀ ਲੈਂਗੁਏਜ ਨੂੰ ਇਹਤਰਾਮ ਕਿਉਂ ਨਹੀਂ ਮਿਲਦਾ। ਮਤਲਬ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਅਸੀਂ ਚਲੇ ਜਾਂਦੇ ਹਾਂ, ਉੱਥੋਂ ਦੀ ਜਿਹੜੀ ਮਕਾਮੀ, ਉੱਥੋਂ ਦੀ ਜਿਹੜੀ ਲੋਕਲ ਲੈਂਗੁਏਜ, ਜਿਹੜੀ ਕੌਮੀ ਲੈਂਗੁਏਜ ਹੈ, ਉਸ ਨੂੰ ਬਹੁਤ ਜ਼ਿਆਦਾ ਇੱਜ਼ਤ ਔਰ ਇਹਤਰਾਮ ਮਿਲਦਾ ਹੈ, ਉਹ ਉੱਥੋਂ ਦੇ ਨਿਸਾਬ ਦੇ ਵਿੱਚ ਸ਼ਾਮਲ ਹੁੰਦੀ ਹੈ। ਲੇਕਿਨ ਕੀ ਵਜ੍ਹਾ ਹੈ ਕਿ ਇੱਥੋਂ ਦੇ ਪੰਜਾਬ ਦੇ, ਲਹਿੰਦੇ ਪੰਜਾਬ ਦੇ ਨਿਸਾਬ ਦੇ ਵਿੱਚ ਇਹ ਚੀਜ਼ ਸ਼ਾਮਿਲ ਨਹੀਂ, ਔਰ ਉਸ ਲਹਿੰਦੇ ਪੰਜਾਬ ਦੇ ਨਿਸਾਬ ਦੇ ਵਿੱਚ ਸ਼ਾਮਿਲ ਨਾ ਹੋਣ ਦਾ ਇਹਦਾ ਕੀ ਘਾਟਾ ਹੋਇਆ, ਇਹ ਇੱਕ ਬਹੁਤ ਵੱਡਾ ਕੁਐਸਚਨ ਸੀ। ਸੋ ਉੱਥੋਂ ਅਸੀਂ ਸਭ ਤੋਂ ਪਹਿਲਾਂ ਜਿਹੜਾ ਅਸੀਂ ਕੰਮ ਸ਼ੁਰੂ ਕੀਤਾ ਉਹ ਸੀ ਕਿ ਪਬਲਿਕ ਨੂੰ ਅਵੇਅਰ ਕੀਤਾ ਜਾਵੇ ਪੰਜਾਬੀ ਲੈਂਗੁਏਜ ਦੇ ਮੁੱਦੇ ਤੇ, ਕਿਉਂਕਿ ਇੱਥੇ ਤੇ ਇਸ ਦੀ ਇੰਪੋਰਟੈਂਸ ਦਾ ਉਹਨਾਂ ਨੂੰ ਪਤਾ ਹੀ ਨਹੀਂ। ਫਿਰ ਅਸੀਂ, ਚੂੰਕਿ ਮੇਰੀ ਮਾਰਕੀਟਿੰਗ ਦੀ ਫੀਲਡ ਰਹੀ ਹੈ, ਉਸ ਦੇ ਅਕਾਰਡਿੰਗ ਅਸੀਂ ਦੇਖਿਆ ਕਿ ਸਭ ਤੋਂ ਬਿਹਤਰ ਅਸੀਂ ਕਿਹੜਾ ਕੰਮ ਕਰ ਸਕਦੇ ਹਾਂ, ਮੈਸੇਜ ਕਿਸ ਤਰੀਕੇ ਦੇ ਨਾਲ ਬਹੁਤ ਅੱਛਾ ਕਨਵੇ ਹੋ ਸਕਦਾ ਹੈ। ਸੋ ਅਸੀਂ ਲਾਹੌਰ ਦੇ ਅੰਦਰ ਔਰ ਲਾਹੌਰ ਦੇ ਆਸੇ-ਪਾਸੇ ਦੇ ਜਿਹੜੇ ਮੇਨ ਸ਼ਹਿਰ ਸਨ, ਜਿਵੇਂ ਲਾਇਲਪੁਰ ਸੀ ਔਰ ਇਹਦੇ ਨਾਲ ਕਸੂਰ ਸੀ, ਗੁਜਰਾਂਵਾਲਾ ਸੀ, ਇਹਨਾਂ ਸ਼ਹਿਰਾਂ ਦੇ ਅੰਦਰ ਅਸੀਂ ਰਿਕਸ਼ਾ ਬ੍ਰਾਂਡਿੰਗ ਕੀਤੀ, ਜਿਹਦੇ ਵਿੱਚ ਪੰਜਾਬੀ ਭਾਸ਼ਾ ਦੀ ਇੰਪੋਰਟੈਂਸ ਨੂੰ ਅਸੀਂ ਉਜਾਗਰ ਕੀਤਾ। ਉੱਥੋਂ ਸਾਨੂੰ ਬਹੁਤ ਅੱਛਾ ਰਿਸਪਾਂਸ ਮਿਲਾ। ਫਿਰ ਇਹ ਦੇਖਾ ਕਿ ਇਹਦੇ ਨਾਲ ਅਸੀਂ ਕੀ ਕਰੀਏ ਕਿ ਜਿਤਨੇ ਇੱਥੋਂ ਦੇ ਪੋਲੀਟੀਕਲ ਲੋਕ ਹਨ ਉਹਨਾਂ ਨੂੰ ਅਸੀਂ ਕਿਸ ਥਾਂ ਤੇ, ਔਰ ਜਿਹੜੇ ਇੱਥੋਂ ਦੇ ਲਿਟਰੇਰੀ ਲੋਕ ਹਨ ਇਹਨਾਂ ਨੂੰ ਕਿਸੇ ਇੱਕੇ ਥਾਂ ਤੇ ਇਕੱਠਾ ਕਰੀਏ ਔਰ ਬੋਲੀ ਦੇ ਸਵਾਲ ਤੇ ਕੋਈ ਕਾਨਫਰੰਸ ਵਗੈਰਾ ਕਰਾਈਏ। ਸੋ 2014 ਦੇ ਵਿੱਚ ਪਹਿਲੀ ਪੰਜਾਬੀ ਕੌਮੀ ਕਾਨਫਰੰਸ ਉਹ ਪੰਜਾਬੀ ਪ੍ਰਚਾਰ ਨੇ ਕਰਵਾਈ। ਉਸ ਤੋਂ ਬਾਅਦ ਫਿਰ ਇਹ ਸਿਲਸਿਲਾ ਚੱਲ ਪਿਆ। ਫਿਰ ਉਹਦੇ ਵਿੱਚ ਅਸੀਂ ਇੱਕ ਜਿਹੜਾ ਘਾਟਾ ਸੀ ਪੰਜਾਬੀ ਲਹਿਰ ਦੇ ਅੰਦਰ, ਉਹ ਯੂਨੀਵਰਸਿਟੀ ਔਰ ਕਾਲਜਸ ਦੇ ਬੱਚਿਆਂ ਦੇ ਨਾਲ ਐਡ ਨਹੀਂ ਸਨ, ਉਹਦੇ ਨਾਲ ਸਿਰਫ ਲਿਟਰੇਰੀ ਲੋਕ ਐਡ ਸਨ। ਸੋ ਸਾਡੀ ਸਾਰੇ ਦੋਸਤਾਂ ਦੀ ਇਹ ਕੋਸ਼ਿਸ਼ ਰਹੀ ਕਿ ਇਸ ਨੂੰ ਲਿਟਰੇਰੀ ਮੂਵਮੈਂਟ ਦੇ ਨਾਲ ਇਸ ਨੂੰ ਇੱਕ ਪੋਲੀਟੀਕਲ ਮੂਵਮੈਂਟ ਬਣਾਇਆ ਜਾਵੇ। ਸੋ ਪੋਲੀਟੀਕਲ ਮੂਵਮੈਂਟ ਬਣਾਉਣ ਲਈ ਅਸੀਂ ਫਿਰ ਕਾਲਜਸ, ਯੂਨੀਵਰਸਿਟੀ ਦੇ ਵਿੱਚ ਲੋਕਾਂ ਦੇ ਨਾਲ ਰਾਬਤੇ ਕੀਤੇ, ਜਿੱਥੋਂ ਸਾਨੂੰ ਪੋਜ਼ਿਟਿਵ ਰਿਸਪਾਂਸ ਮਿਲਾ ਔਰ ਇੱਕ ਲਹਿਰ ਜਿਹੜੀ ਸੀ ਅੱਗੇ ਵੱਧਦੀ ਗਈ। ਫਿਰ ਉਹਦੇ ਨਾਲ ਭੁੱਖ ਹੜਤਾਲਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਬੋਲੀ ਦੇ ਸਵਾਲ ਤੇ, ਕਿ ਇਸ ਨੂੰ ਨਿਸਾਬ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਔਰ ਪਹਿਲੇ ਸਟੈਪ ਤੇ ਇਸ ਨੂੰ ਇੱਕ ਲਾਜ਼ਮੀ ਸਬਜੈਕਟ ਦੇ ਤੌਰ ਤੇ, ਕੰਪਲਸਰੀ ਸਬਜੈਕਟ ਦੇ ਤੌਰ ਤੇ ਇਸ ਨੂੰ ਪੜ੍ਹਾਇਆ ਜਾਵੇ। ਸੋ ਉਦੋਂ ਦੀ ਉਹ ਮੂਵਮੈਂਟ ਜਿਹੜੀ ਚੱਲੀ ਹੈ, ਅੱਜ ਤੁਸੀਂ ਕਹਿ ਲਓ ਕਿ ਇਸ ਦੇ ਵਿੱਚ ਹਜ਼ਾਰਾਂ ਲੋਕ ਇਸ ਦੇ ਵਿੱਚ ਸ਼ਾਮਿਲ ਹੋ ਚੁੱਕੇ ਹਨ ਔਰ ਅਜੇ ਤੱਕ ਇਹਦੇ ਨਾਲ ਅਸੀਂ ਇਹਦੀ ਕਾਨੂੰਨੀ ਜਿਹੜੀ ਜੰਗ ਹੈ, ਅਦਾਲਤੀ ਜੰਗ ਹੈ, ਉਹ ਵੀ ਅਸੀਂ ਲੜੀ ਹੈ ਪਿਛਲੇ 5 ਸਾਲਾਂ ਦੇ ਵਿੱਚ। ਸਾਡੀ ਜਿਹੜੀ ਸਭ ਤੋਂ ਵੱਡੀ ਅਦਾਲਤ ਹੈ ਉਸ ਨੂੰ ਬੋਲਿਆ ਜਾਂਦਾ ਸੁਪਰੀਮ ਕੋਰਟ। ਸੁਪਰੀਮ ਕੋਰਟ 2015 ਦੇ ਵਿੱਚ ਇਹ ਕੇਸ ਸੁਣ ਰਹੀ ਸੀ ਔਰ 2016 ਦੇ ਵਿੱਚ ਉਸ ਦਾ ਫੈਸਲਾ ਆ ਗਿਆ ਕਿ ਪਾਕਿਸਤਾਨ ਦੇ ਜਿਹੜਾ ਆਇਨ ਹੈ 251 ਦਾ ਆਰਟੀਕਲ ਹੈ, ਉਸ ਦੇ ਅਕਾਰਡਿੰਗ ਇਹਦੀ ਐਜ਼ ਇਟ ਇਜ਼ ਇੰਪਲੀਮੈਂਟੇਸ਼ਨ ਕਰ ਦਿੱਤੀ ਜਾਵੇ, ਜਿਹਦੇ ਵਿੱਚ ਉਰਦੂ ਭਾਸ਼ਾ ਦਾ ਨਿਫਾਜ਼ ਸੀ ਔਰ ਉਰਦੂ ਭਾਸ਼ਾ ਜੋ ਕਿ ਆਲਰੇਡੀ ਉਹਦਾ ਨਿਫਾਜ਼ ਹੈ, ਉਹਦੀ ਜਿਹੜੀ ਸ਼ਿਕ ਨੰਬਰ 3 ਸੀ ਉਹਦੇ ਤਹਿਤ ਸੂਬੇ ਨੂੰ ਇਹ ਰਾਈਟ ਸੀ, ਜਿਸ ਤਰ੍ਹਾਂ ਪੰਜਾਬ ਨੂੰ ਇਹ ਹੱਕ ਹਾਸਿਲ ਹੈ ਕਿ ਉਹ ਆਪਣੀ ਜ਼ਬਾਨ ਦੇ ਪੜ੍ਹਾਏ ਜਾਣ ਵਾਸਤੇ ਇਕਦਾਮਾਤ ਕਰੇ। ਸੋ ਇੱਥੇ ਜਿਹੜੀ ਕਾਨੂੰਨੀ ਜੰਗ, ਉਹ ਫੈਸਲਾ ਸਾਡੇ ਹੱਕ ਦੇ ਵਿੱਚ ਆਂਦਾ ਹੈ। ਉਸ ਤੋਂ ਬਾਅਦ ਫਿਰ ਅਸੀਂ ਇੱਥੇ ਲਾਹੌਰ ਹਾਈ ਕੋਰਟ ਦੇ ਅੰਦਰ ਇਹ ਰਿਟ ਪਟੀਸ਼ਨ ਇੱਕ ਦਾਇਰ ਕੀਤੀ। ਲਾਹੌਰ ਹਾਈ ਕੋਰਟ ਦਾ ਤਕਰੀਬਨ ਕੁਝ ਸਾਡੇ ਪੇਸ਼ੀਆਂ ਪੈਂਦੀਆਂ ਨੇ 2 ਸਾਲ। ਉਸ ਤੋਂ ਬਾਅਦ ਜਿਹੜਾ ਫੈਸਲਾ ਸੀ ਉਹ ਸਾਡੇ ਹੱਕ ਦੇ ਵਿੱਚ ਆਇਆ। ਫਿਰ ਅੱਗੇ ਰਹਿ ਗਈ ਪੰਜਾਬ ਗਵਰਨਮੈਂਟ ਨੇ ਉਸ ਦੇ ਇੰਪਲੀਮੈਂਟ, ਉਸ ਨੂੰ ਕਿਸ ਤਰੀਕੇ ਦੇ ਨਾਲ ਕਰਨਾ ਹੈ। ਸੋ ਪੰਜਾਬ ਗਵਰਨਮੈਂਟ ਅਜੇ ਤੱਕ ਅੜੀ ਹੋਈ ਹੈ। ਪੰਜਾਬ ਗਵਰਨਮੈਂਟ ਨੇ ਇਹਦੇ ਵਾਸਤੇ ਕੋਈ ਮੁਅੱਸਰ ਕਾਨੂੰਨ ਸਾਜ਼ੀ ਅਜੇ ਤੱਕ ਨਹੀਂ ਕੀਤੀ। ਲੇਕਿਨ ਇਹ ਹੈ ਕਿ ਉਸ ਲਈ ਸਾਡਾ ਜਿਹੜਾ ਅਗਲਾ ਏਜੰਡਾ ਹੈ ਕਿ ਇਸ ਤੇ ਤੁਹੀਨੇ ਅਦਾਲਤ ਦਾ ਕੇਸ ਦਾਇਰ ਕੀਤਾ ਜਾਵੇ। ਤੁਹੀਨੇ ਅਦਾਲਤ ਦੇ ਨਾਲ ਇਸ ਤੇ ਅੱਗੇ ਇੱਕ ਪਬਲਿਕ ਪ੍ਰੈਸ਼ਰ ਡਿਵੈਲਪ ਕਰਨ ਲਈ ਇੱਕ ਪੋਲੀਟੀਕਲ ਪਾਰਟੀਆਂ ਨੂੰ ਇੰਗੇਜ ਕੀਤਾ ਜਾਵੇ। ਸੋ 16 ਤਰੀਕ ਨੂੰ ਸਾਡਾ ਸੈਮੀਨਾਰ ਹੈ ਇੱਥੇ, ਔਰ ਸੈਮੀਨਾਰ ਦੇ ਨਾਲ ਸਾਡੀ ਇੱਕ ਵੱਡੀ ਇਤਜਾਜੀ ਰੈਲੀ ਉਹ ਹੋਏਗੀ 16 ਅਕਤੂਬਰ ਨੂੰ, ਜਿਹੜੇ ਕੋਈ ਅਗਲੇ ਕੋਈ 10-12 ਦਿਨ ਦੇ ਅੰਦਰ ਹੋ ਰਹੀ ਹੈ। ਜੀ ਹਰਜੀਤ ਸਾਹਿਬ ਜੀ, ਬਹੁਤ ਖੂਬਸੂਰਤ ਤੁਸੀਂ ਸਾਰਾ ਵਿਸਥਾਰ ਵਿੱਚ ਦੱਸਿਆ ਹੈ। ਵੈਸੇ ਵਾਕਿਆ ਹੀ ਹੈਰਾਨੀ ਹੁੰਦੀ ਆ ਕਿ ਪੰਜਾਬੀਆਂ ਦੀ ਵਸੋਂ ਹੋਵੇ ਇੱਕ ਮੁਲਕ ਦੇ ਵਿੱਚ 70% ਦੇ ਕਰੀਬ, ਤੇ ਉਹਨਾਂ ਦੀ ਜਿਹੜੀ ਮਦਰ ਲੈਂਗੁਏਜ ਆ ਉਹਦੇ ਨਾਲ ਇੰਨਾ ਭਾਰੀ ਵਿਤਕਰਾ ਹੋ ਰਿਹਾ ਹੋਵੇ ਤੇ ਉਹਦੇ ਲਈ ਲੰਬਾ ਸਮਾਂ ਕੋਈ ਵੀ ਐਦਾਂ ਦੀ ਤਹਿਰੀਕ ਨਾ ਚੱਲ ਸਕੀ ਹੋਵੇ। ਬੜੀ ਅਜੀਬ ਗੱਲ ਲੱਗਦੀ ਆ। ਇਹ ਵਰਤਾਰਾ ਇਕੱਲੇ ਜਿਹੜਾ ਲਹਿੰਦਾ ਪੰਜਾਬ ਉਹਦੇ ਵਿੱਚ ਨਹੀਂ ਆ, ਜਿਹੜਾ ਪੰਜਾਬ ਦੂਜੇ ਪਾਸੇ ਆ ਉਹਦੇ ਵਿੱਚ ਵੀ ਹੈ। ਮੈਨੂੰ ਕਈ ਵਾਰ ਲੱਗਦਾ ਹੁੰਦਾ ਹੈ ਕਿ ਜਿਹੜੇ ਬਾਹਰ ਵਸੇ ਅਸੀਂ ਪੰਜਾਬੀ ਆ, ਜਿਹੜੀ ਚੇਤਨਾ ਪੰਜਾਬੀ ਪ੍ਰਤੀ ਇੱਥੇ ਲੋਕਾਂ ਵਿੱਚ ਹੈ, ਉਸ ਤਰ੍ਹਾਂ ਦੀ ਸਾਡੇ ਪਿੱਛੇ ਛੱਡੇ ਮੁਲਕਾਂ ਵਿੱਚ ਉਹ ਨਹੀਂ ਉਜਾਗਰ ਹੋ ਸਕੀ। ਲੋਕ ਇਹ ਮਹਿਸੂਸ ਕਰਨ ਲੱਗ ਗਏ ਕਿ ਇਹ ਪੇਂਡੂ ਭਾਸ਼ਾ ਹੈ ਔਰ ਜਿਹੜਾ ਸਾਡਾ ਅਮੀਰ ਸੱਭਿਆਚਾਰ ਹੈ, ਜਿਹੜੀਆਂ ਸਾਡੀਆਂ ਪੁਰਾਤਨ ਜਿਹੜਾ ਸਾਡਾ ਸਾਹਿਤ ਰਚਿਆ ਹੋਇਆ,
ਉਹਦੇ ਪੜਨ ਵੱਲ ਸਾਨੂੰ ਚੇਟਕ ਨਹੀਂ ਲੱਗੀ। ਜੇ ਵੱਧ ਤੋਂ ਵੱਧ ਕਿੱਸਾ ਕਾਵ ਹੈ, ਔਰ ਕਿੱਸਾ ਕਾਵ ਦੇ ਵਿੱਚ ਵੀ ਥੋੜੇ ਜਿਹੇ ਕਿੱਸੇ ਜਿਹੜੇ ਆ ਜਿਨ੍ਹਾਂ ਨੇ ਕੋਈ ਆਪਣੀ ਜਗ੍ਹਾ ਬਣਾਈ, ਵਾਰਿਸ ਦੀ ਹੀਰ, ਹਾਸ਼ਮ ਦੀ ਸੱਸੀ, ਤੇ ਉਹਦੇ ਵਿੱਚੋਂ ਸਾਨੂੰ ਜ਼ਰੂਰ ਦਰਸ਼ਨ ਹੁੰਦੇ ਨੇ ਸਾਡੇ ਸੱਭਿਆਚਾਰਕ ਜਿਹੜਾ ਸਾਂਝਾ ਸੱਭਿਆਚਾਰ ਸੀ ਉਹਦੇ। ਪਰ ਉਹਦੇ ਤੋਂ ਬਾਅਦ ਸਮਾਂ ਭੈੜਾ ਆ ਗਿਆ, ਸਾਡੀ ਵੰਡ ਹੋ ਗਈ, ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਨਫ਼ਰਤਾਂ ਦਾ ਜਿੱਦਾਂ ਇੱਕ ਸੰਸਾਰ ਬਣ ਗਿਆ, ਲੰਬਾ ਸਮਾਂ ਅਸੀਂ ਉਹ 'ਚੋਂ ਬਾਹਰ ਨਹੀਂ ਨਿਕਲ ਸਕੇ। ਤੇ ਹੁਣ ਦੇ ਜਿਹੜੇ ਵਿਦਵਾਨ ਨੇ ਤੁਹਾਡੇ ਵਰਗੇ, ਉਹਨਾਂ ਨੂੰ ਜਦੋਂ ਮਹਿਸੂਸ ਹੋਇਆ ਕਿ ਸਾਡੇ ਨਾਲ ਇੱਕ ਨਾ ਇਕੱਲੀ ਸਾਮਰਾਜੀ ਤਾਕਤਾਂ ਨੇ, ਸਗੋਂ ਸਾਡੇ ਕੁਝ ਇੱਥੋਂ ਦੇ ਲੋਕਲ ਜਿਹੜੇ ਰਾਜ ਭਾਗ ਦੇ ਵਿੱਚ ਹਿੱਸੇਦਾਰੀ ਲੈਣ ਲਈ ਕਾਹਲੇ ਸੀ ਲੋਕ, ਉਹਨਾਂ ਨੇ ਸਾਡੇ ਨਾਲ ਇਹ ਦਗਾ ਕੀਤਾ ਬੜਾ ਵੱਡਾ। ਤੇ ਉਸ ਪੀੜਾ ਨੂੰ ਅਸੀਂ ਹੰਢਾ ਰਹੇ ਹਾਂ ਦੋਨੇ ਪਾਸੇ। ਕਈ ਤਰ੍ਹਾਂ ਦੀਆਂ ਸਾਡੇ ਰਸਤੇ 'ਚ ਹਰਡਲ ਖੜੀਆਂ ਕੀਤੀਆਂ ਗਈਆਂ। ਚਲੋ ਬਾਰਡਰ ਦੀ ਲੀਕ ਖਿੱਚੀ ਗਈ ਇੱਕ, ਉਹਨੂੰ ਅਸੈਪਟ ਕਰਨਾ ਹੀ ਪਏਗਾ, ਉਹਦਾ ਸਾਡਾ ਕੋਈ ਚਾਰਾ ਨਹੀਂ ਹੈ। ਪਰ ਜਿਸ ਤਰ੍ਹਾਂ ਦੀ ਸਾਡੀ ਭਾਈਚਾਰਕ ਸਾਂਝ ਹੈ, ਸਾਡੀ ਸੱਭਿਆਚਾਰਕ ਵਿਰਾਸਤ ਇੱਕ ਹੈ, ਸਾਡਾ ਖੂਨ ਇੱਕ ਹੈ, ਸਾਡੀ ਬੋਲੀ ਇੱਕ ਹੈ, ਯਾਨੀ ਕਿ ਸਾਡਾ ਸਾਰਾ ਕੁਝ ਹੀ ਇੱਕ ਹੈ। ਇੱਕ ਮਜ਼ਹਬ ਦੀ ਥੋੜੀ ਜੀ ਵਖਰੇਵਾਂ ਕੁਝ ਲੋਕ ਜ਼ਰੂਰ ਉਸਾਰ ਲੈਂਦੇ ਨੇ, ਤੇ ਮਜ਼ਹਬ ਕਦੀ ਵੀ ਕਲਚਰ ਦੇ ਵਿੱਚ ਜਾਂ ਤੁਹਾਡੀ ਬੋਲੀ ਦੇ ਵਿੱਚ ਅੜਿੱਕਾ ਨਹੀਂ ਬਣਦਾ ਜੇ ਸਾਡੀਆਂ ਨੀਤਾਂ ਸਾਫ਼ ਹੋਣ। ਸੋ ਤੁਸੀਂ ਜਿਹੜਾ ਇਹ ਵਰਤਾਰਾ ਆਪਾਂ ਵੇਖਿਆ, ਜਿਹਦੇ ਤੇ ਮਣਾ ਮੂੰਹੀ ਲਿਟਰੇਚਰ ਲਿਖਿਆ ਗਿਆ ਪੰਜਾਬ ਦੀ ਵੰਡ ਦੇ ਉੱਤੇ, ਇਸ ਦਰਦ ਨੂੰ ਅੱਜ ਦੀ ਪੀੜ੍ਹੀ ਤੱਕ ਕਿਵੇਂ ਪਹੁੰਚਾ ਰਹੇ ਹੋ, ਤੇ ਕੀ ਇਹਦੇ ਬਾਰੇ ਤੁਸੀਂ ਕਿਸ ਤਰ੍ਹਾਂ ਦੇ ਵਿਚਾਰ ਰੱਖਦੇ ਹੋ? ਬੜੀ ਸੋਹਣੀ ਗੱਲਬਾਤ ਤੁਸੀਂ ਕੀਤੀ, ਔਰ ਇਸ ਬਾਰੇ ਬਹੁਤ ਸੁਚੱਜੇ ਢੰਗ ਨਾਲ ਗਿੱਲ ਸਾਹਿਬ ਤੁਸੀਂ ਦੱਸਿਆ ਕਿ ਪੰਜਾਬ ਪੰਜਾਬੀ ਦੇ ਨਾਲ ਕੀ ਵਾਪਰਿਆ ਹੈ। ਬੁਨਿਆਦੀ ਤੌਰ ਤੇ ਥੋੜਾ ਜਿਹਾ ਮੈਂ ਟਾਈਮ ਲਵਾਂਗਾ। ਜਿਹੜਾ ਇੰਡੀਆ ਔਰ ਪਾਕਿਸਤਾਨ ਦੇ ਅੰਦਰ ਵੰਡਿਆ ਗਿਆ ਪੰਜਾਬ ਹੈ ਨਾ, ਇਹਦੇ ਵਿੱਚ ਪੰਜਾਬ ਦਾ ਜਿਹੜਾ ਨਾਮ ਹੈ ਉਸ ਨੂੰ ਮਿਟਾਉਣ ਦੀ ਜਿਹੜੀ ਕੋਸ਼ਿਸ਼ 47 ਤੋਂ ਪਹਿਲੇ ਗੋਰੇ ਨੇ ਇੱਕ ਸਟਾਰਟ ਕੀਤੀ ਸੀ, ਜਿਹਦੇ ਵਿੱਚ ਧਾਰਮਿਕ ਵੰਡ ਹੁੰਦੀ ਹੈ, ਔਰ ਉਹ ਧਾਰਮਿਕ ਵੰਡ ਜਿਹੜੀ ਹੈ ਉਸ ਤੋਂ ਉੱਥੇ ਰੁਕਦੀ ਨਹੀਂ। ਉਹਦੇ 'ਚ ਫਿਰ ਅੱਗੇ ਮਸਲਕਾਂ ਦੀ ਵੰਡ ਹੁੰਦੀ ਹੈ, ਔਰ ਉਹਦੇ ਨਾਲ ਨਾਲ ਅੱਗੇ ਆ ਕੇ ਫਿਰ ਇਲਾਕਿਆਂ ਦੀ ਵੰਡ ਹੁੰਦੀ ਹੈ, ਫਿਰ ਪੰਜਾਬੀ ਦੇ ਲਹਿਜਿਆਂ ਦੀ ਵੰਡ ਹੁੰਦੀ ਹੈ। ਸੋ ਇਹ ਵੰਡ ਦਾ ਜਿਹੜਾ ਇੱਕ ਉੱਥੋਂ ਉਹਨਾਂ ਨੇ ਤਰੀਕਾਕਾਰ ਚਲਾਇਆ ਸੀ, ਉਹ ਜਦੋਂ ਪਾਕਿਸਤਾਨ ਬਣ ਜਾਂਦਾ ਉਸ ਤੋਂ ਬਾਅਦ ਵੀ ਨਹੀਂ ਰੁਕਦਾ। ਉਹਦੇ ਪਿੱਛੇ ਵਜ੍ਹਾ ਕੀ ਹੈ? ਉਹਦੇ ਪਿੱਛੇ ਕਿ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ। ਹੁਣ ਜਿਹੜਾ ਇੱਥੇ ਨਿਸਾਬ ਤਰਤੀਬ ਦਿੱਤਾ ਜਾਂਦਾ ਹੈ, ਉਹਦੇ ਵਿੱਚ ਇੱਥੋਂ ਦੇ ਪੰਜਾਬੀ ਹੀਰੋਜ਼ ਦਾ, ਇੱਥੋਂ ਦੀ ਪੰਜਾਬੀ ਰਵਾਇਤ ਦਾ, ਇੱਥੋਂ ਦੇ ਪੰਜਾਬੀ ਸੂਫੀਆਂ ਦਾ, ਪੰਜਾਬੀ ਗੁਰੂਆਂ ਦਾ ਕਿਧਰੇ ਤੁਹਾਨੂੰ ਨਾਮੋ ਨਿਸ਼ਾਨ ਨਹੀਂ ਮਿਲਦਾ। ਔਰ ਇਹੀ ਸਾਰਾ ਕੁਝ ਚੜ੍ਹਦੇ ਪੰਜਾਬ ਦੇ ਅੰਦਰ ਹੈ। ਰਿਆਸਤੀ ਏਜੰਡਾ ਨਿਸਾਬ ਦੇ ਤਹਿਤ ਪੜਾਇਆ ਜਾਂਦਾ ਹੈ, ਔਰ ਉਹ ਰਿਆਸਤੀ ਏਜੰਡਾ ਉਹ ਦੋਨੋਂ ਮੁਲਕਾਂ ਦੇ ਦਰਮਿਆਨ ਨਫ਼ਰਤ ਦੀ ਜਿਹੜੀ ਦੀਵਾਰ ਖੜੀ ਕੀਤੀ ਗਈ ਹੈ, ਉਸ ਨੂੰ ਮਜ਼ੀਦ ਉਹਦੀ ਉਸਾਰੀ ਕਰਦਾ ਹੈ। ਔਰ ਨਫ਼ਰਤ ਦੀ ਦੀਵਾਰ ਕਿਧਰੇ ਹੋਰ ਨਹੀਂ ਖੜੀ ਕੀਤੀ ਗਈ, ਇਹ ਪੰਜਾਬ ਦੇ ਅੱਧ ਵਿਚਕਾਰ ਕੀਤੀ ਗਈ ਹੈ। ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਇਹ ਜਿਹੜੀਆਂ ਲਾਈਨਸ ਹਨ, ਇਹ ਸਰਹੱਦਾਂ ਹਨ, ਇਹ ਹੱਦਾਂ ਸਰਹੱਦਾਂ ਰਹਿਣ, ਲੇਕਿਨ ਇੱਥੋਂ ਦੇ ਲੋਕਾਂ ਨੂੰ ਕਮ ਅਜ਼ ਕਮ ਇਨਸਾਨ ਤੇ ਬਣਾਓ। ਇਹਨਾਂ ਦੀ ਜਿਹੜੀ ਮੈਂਟਲ ਡਿਵੈਲਪਮੈਂਟ ਵਾਸਤੇ ਕੋਈ ਕੰਮ ਤੇ ਹੋਣਾ ਚਾਹੀਦਾ ਹੈ। ਔਰ ਪੰਜਾਬੀਆਂ ਦੀ ਮੈਂਟਲ ਡਿਵੈਲਪਮੈਂਟ ਵਾਸਤੇ ਇੱਥੋਂ ਦਾ ਸੂਫੀ ਔਰ ਗੁਰੂ ਲਿਟਰੇਚਰ, ਉਸ ਤੋਂ ਇਹਨਾਂ ਨੂੰ ਦੂਰ ਰੱਖ ਕੇ ਦੌਲੇਸ਼ਾਹੀ ਚੂਹਾ ਬਣਾਇਆ ਗਿਆ ਹੈ, ਇਹਨਾਂ ਨੂੰ ਅੱਛਾ ਇਨਸਾਨ ਨਹੀਂ ਬਣਾਇਆ ਗਿਆ। ਹੁਣ ਜਿਹੜਾ ਤੁਹਾਡਾ ਸਵਾਲ ਹੈ 47 ਦੀ ਵੰਡ ਤੇ, 47 ਦੀ ਜਿਸ ਤਰੀਕੇ ਦੇ ਨਾਲ ਵੰਡ ਪੰਜਾਬ ਦੀ ਕੀਤੀ ਗਈ ਹੈ, ਤੁਹਾਨੂੰ ਦੁਨੀਆ ਦੇ ਵਿੱਚ ਇਸ ਦੀ ਕਿਧਰੇ ਮਿਸਾਲ ਨਹੀਂ ਮਿਲਦੀ। ਉਸ ਵੇਲੇ ਦਾ ਜਿਹੜੀਆਂ ਸਾਮਰਾਜੀ ਕੂਤਾਂ ਹਨ, ਉਹਦੇ ਵਿੱਚ ਸਾਡੇ ਆਪਣੇ ਪੋਲੀਟੀਸ਼ੀਅਨ ਵੀ ਸ਼ਾਮਿਲ ਹਨ, ਉਹਦੇ ਵਿੱਚ ਗੋਰਾ ਵੀ ਸ਼ਾਮਿਲ ਹੈ, ਉਹਦੇ 'ਚ ਉਸ ਵੇਲੇ ਦੇ ਜਿਹੜੇ ਕਾਂਗਰਸੀ ਹਨ, ਜਿਹੜੇ ਮੁਸਲਿਮ ਲੀਗੀ ਹਨ, ਉਹ ਸਾਰੇ ਲੋਕ ਇਹਦੇ ਵਿੱਚ ਸ਼ਾਮਿਲ ਹੈ। ਔਰ ਵੰਡ ਦਾ ਹੋ ਜਾਣਾ ਇੱਕ ਪੀਸਫੁਲ ਪ੍ਰੋਸੈਸ ਦੇ ਤਹਿਤ ਹੈ। ਦੁਨੀਆ ਦੇ ਜਗਰਾਫੀਏ ਬਦਲਦੇ ਰਹਿੰਦੇ ਹਨ। ਦੁਨੀਆ ਇਹ ਨਹੀਂ ਕਿ ਪਿਛਲੇ 500 ਸਾਲ ਤੋਂ 1000 ਸਾਲ ਤੋਂ ਜਿੱਥੇ ਕੋਈ ਜਿਹੜਾ ਮੁਲਕ ਬਣਿਆ ਹੈ ਉਹ ਉਸੇ ਤਰੀਕੇ ਹੈ, ਉਹਦੇ ਅੰਦਰ ਤਬਦੀਲੀਆਂ ਦੁਨੀਆ ਦੇ ਹੋਰ ਖਿੱਤਿਆਂ ਦੇ ਵਿੱਚ ਵੀ ਆਈਆਂ। ਲੇਕਿਨ ਪੰਜਾਬ ਦੇ ਅੰਦਰ ਉਹ ਜਿਹੜਾ ਸਦੀਆਂ ਦਾ ਭਾਈਚਾਰਾ ਸੀ, ਜਿਹੜਾ ਸਿੱਖਾਂ, ਹਿੰਦੂਆਂ ਔਰ ਮੁਸਲਮਾਨਾਂ ਦਾ ਆਪਸੀ ਭਾਈਚਾਰਾ ਸੀ, ਜਿਹੜਾ ਇੱਕੇ ਸਾਂਝੀ ਚੰਗੇਰ ਦੇ ਵਿੱਚ ਖਾਂਦੇ ਸਨ, ਜਿਨ੍ਹਾਂ ਦੇ ਅੰਦਰ ਕੋਈ ਇਹ ਕੁਫਰ ਔਰ ਮੁਸ਼ਰਿਕ ਵਾਲੀ ਇਹ ਗੱਲ ਹੀ ਨਹੀਂ ਹੁੰਦੀ ਸੀ। ਇਹ ਬੇਟੇ ਬੇਟੀਆਂ ਰਲ ਕੇ ਖੇਡਦੇ ਸਨ, ਮਾਵਾਂ ਦੇ ਦੁੱਖ ਸਾਂਝੇ ਹੁੰਦੇ ਸਨ, ਔਰ ਸਾਡੀ ਜਿਹੜੀ ਰਵਾਇਤ ਸੀ ਉਹ ਇੱਕ ਚੱਲ ਰਹੀ ਸੀ। ਉਸ ਰਵਾਇਤ ਨੂੰ 47 ਦੇ ਨੇੜੇ ਜਿਸ ਤਰੀਕੇ ਨਾਲ ਤੋੜਾ ਗਿਆ, ਔਰ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਵੰਡ ਕਰਾਈ ਗਈ, ਉਹ ਬੜਾ ਇੱਕ ਖੂਨ ਰੇਜ਼ੀ ਅਮਲ ਹੈ। ਉਹ ਜਿਹੜਾ ਉਸ ਵੇਲੇ ਪੰਜਾਬੀਆਂ ਦਾ ਖੂਨ ਪਾਇਆ ਗਿਆ, ਇਹ ਐਕਸੈਪਟੇਬਲ ਨਹੀਂ ਹੈ। ਇਹ ਅੱਜ 73 ਸਾਲ ਗੁਜ਼ਰ ਗਿਆ ਹੈ, ਜਦੋਂ ਪੰਜਾਬੀਆਂ ਨੂੰ ਹੋਸ਼ ਆ ਗਈ, ਪੰਜਾਬੀ ਇਹ ਕੁਐਸਚਨ ਲਾਜ਼ਮੀ ਕਰਨਗੇ ਕਿ ਤੁਸੀਂ ਕਿਸ ਲਈ ਇਹ ਦੋਨੋਂ ਦੇਸ਼ ਤੇ ਤੁਸੀਂ ਬਣਾਉਣੇ ਸੀ, ਵੰਡਣਾ ਸੀ। ਲੇਕਿਨ ਉਹਦੇ ਵਿੱਚ ਜਿਹੜਾ ਤੁਸੀਂ ਕੋਈ 1.5 ਮਿਲੀਅਨ ਪੰਜਾਬੀ ਹੈ ਉਸ ਦਾ ਕਤਲਾਮ ਕਰਾਇਆ ਵਾ, ਜਿਹੜਾ 1 ਕਰੋੜ ਤੋਂ ਉੱਪਰ ਪੰਜਾਬੀ ਨੂੰ ਬੇਘਰ ਕੀਤਾ ਹੈ, ਜਿਹੜੀਆਂ ਇੱਥੇ ਔਰਤਾਂ ਦੀ ਬੇਇੱਜ਼ਤ ਕੀਤਾ ਗਿਆ ਹੈ, ਉਹਨਾਂ ਦੀ ਇੱਜ਼ਤਾਂ ਤਾਰ-ਤਾਰ ਕੀਤੀਆਂ ਗਈਆਂ, ਇੱਥੇ ਬੱਚੇ ਲਾਵਾਰਿਸ ਹੋਏ, ਉਹਦਾ ਜ਼ਿੰਮੇਦਾਰ ਕੌਣ ਹੈ? ਜਦੋਂ ਇਹ ਕੁਐਸਚਨ ਮਾਰਕ ਉੱਠੇਗਾ ਤਾਂ ਉਦੋਂ ਜ਼ਿੰਮੇਦਾਰੀ ਦਾ
ਉਦੋਂ ਸਾਡੇ ਸਾਹਮਣੇ ਇਹ ਜਿਹੜੇ ਲੋਕਾਂ ਨੇ ਕੀਤਾ ਹੈ ਉਹਨਾਂ ਦੇ ਫੇਸਿਸ ਆਣਗੇ ਕਿ ਇਹ ਲੋਕ ਕਰਨ ਵਾਲੇ ਸੀ ਉਸ ਵੇਲੇ ਦੀ ਭੈੜੀ ਸਿਆਸਤ ਦਾ ਆਪਣੇ ਮੁਫਾਦਾਤ ਵਾਸਤੇ, ਇਹ ਲੋਕ ਇਹ ਹਿੱਸਾ ਬਣ ਰਹੇ ਸੀ। ਸੋ ਪਾਰਟੀਸ਼ਨ ਦਾ ਜਦੋਂ ਪਾਕਿਸਤਾਨ ਬਣ ਜਾਂਦਾ ਹੈ, ਇਸ ਸਾਈਡ ਤੇ ਇਹ ਖੌਫ ਦੀ ਫਿਜ਼ਾ ਪੈਦਾ ਕਰ ਦਿੱਤੀ ਜਾਂਦੀ ਹੈ। ਇੱਥੋਂ ਤੇ ਜਿਹੜਾ ਪੰਜਾਬੀ ਹੈ ਜਿਸ ਨੇ ਆਪਣੇ ਸਾਹਮਣੇ ਆਪਣੇ ਵੱਡਿਆਂ ਦਾ ਕਤਲਾਮ ਦੇਖਿਆ ਹੈ, ਉਹ ਡਰਿਆ ਹੋਇਆ ਪੰਜਾਬੀ ਸੀ। ਉਹ ਪੰਜਾਬੀ ਆਪਣੇ ਪੰਜਾਬੀ ਲਿਟਰੇਚਰ ਤੋਂ ਵੀ ਦੂਰ ਹੁੰਦਾ ਹੈ, ਆਪਣੀ ਪੰਜਾਬੀ ਜ਼ਬਾਨ ਤੋਂ ਵੀ ਦੂਰ ਹੁੰਦਾ ਹੈ, ਆਪਣੀ ਪੰਜਾਬੀ ਰਵਾਇਤ ਤੋਂ ਵੀ ਦੂਰ ਹੁੰਦਾ ਹੈ। ਸੋ ਉਹ ਜਿਹੜਾ ਡਰ ਸੀ ਉਸ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ। ਉਸ ਡਰ ਦੀਆਂ ਬੁਨਿਆਦਾਂ ਤੇ ਹੀ ਸਟੇਟ ਨੇ ਅੱਗੇ ਫਿਰ ਨਹੀਂ ਛੱਡਿਆ, ਤਲਵਾਰ ਜਿਹੜੀ ਸੀ ਸਿਰ ਤੇ ਉਹ ਲਹਿਰਾਂਦੀ ਰਹੀ। ਜਿਵੇਂ ਚੜ੍ਹਦੇ ਪੰਜਾਬ ਦੇ ਵਿੱਚ ਵਾਪਰਿਆ, 66 ਦੇ ਵਿੱਚ ਮਾਮਲਾਤ ਹੋਏ, ਪੰਜਾਬ ਨੂੰ ਮਜ਼ੀਦ ਤੋੜਾ ਗਿਆ, 84 ਦੇ ਅੰਦਰ ਜੋ ਕੁਝ ਹੁੰਦਾ ਹੈ ਪੂਰੀ ਦੁਨੀਆ ਜਾਣਦੀ ਹੈ। ਇਸੇ ਤਰੀਕੇ ਨਾਲ ਲਹਿੰਦੇ ਪੰਜਾਬ ਦੇ ਅੰਦਰ ਵੀ ਮਜ਼ੀਦ ਪੰਜਾਬ ਦੇ ਅੱਗੇ ਇਸ ਨੂੰ ਡਿਵਾਈਡ ਕਰਨ ਦੀ ਇੱਕ ਜਿਹੜੀ ਇੱਥੇ ਮੁਖਤਲਿਫ ਪੋਲੀਟੀਕਲ ਪਾਰਟੀਆਂ ਦੇ ਤਹਿਤ ਆਵਾਜ਼ਾਂ ਚੁੱਕੀਆਂ ਜਾਂਦੀਆਂ ਹਨ, ਮੁਖਤਲਿਫ ਮੁਫਾਦ ਪ੍ਰਸਤ ਗਰੁੱਪਾਂ ਦੇ ਤਹਿਤ ਇੱਥੇ ਆਵਾਜ਼ਾਂ ਚੁੱਕੀਆਂ ਜਾਂਦੀਆਂ ਹਨ। ਉਹ ਪੰਜਾਬ ਦੇ ਸਿਰ ਦੇ ਉੱਪਰ ਇੱਕ ਤਲਵਾਰ ਹਰ ਵੇਲੇ ਦੀ ਲਟਕ ਰਹੀ ਹੈ। ਔਰ ਜਿਹੜਾ 47 ਦਾ ਦਰਦ ਸੀ ਉਸ ਵੱਲ ਕਿਸੇ ਨੇ ਧਿਆਨ ਹੀ ਨਹੀਂ ਪਾਇਆ। ਸੋ ਸਾਡੇ ਕੋਲ ਜਿਹੜਾ ਅੱਜ ਦਾ ਸੋਸ਼ਲ ਮੀਡੀਆ ਹੈ ਔਰ ਡਿਜੀਟਲਾਈਜ਼ ਮੀਡੀਆ ਹੈ, ਜਿਸ ਤਰੀਕੇ ਨਾਲ ਅਸੀਂ ਗੱਲ ਕਰ ਰਹੇ ਹਾਂ, ਇਹਦੇ ਥਰੂ ਅਸੀਂ ਉਹਨਾਂ ਲੋਕਾਂ ਦੇ ਇੰਟਰਵਿਊਜ਼ ਕਰ ਸਕਦੇ ਹਾਂ ਜਿਹੜੇ ਇਸ ਦਾ ਡਾਇਰੈਕਟ ਨਿਸ਼ਾਨਾ ਬਣੇ ਹਨ। ਮੈਂ ਪੰਜਾਬੀ ਪ੍ਰਚਾਰ ਵਾਸਤੇ ਕੋਈ ਦਰਜਨਾਂ ਲੋਕਾਂ ਦੇ ਬਲਕਿ ਸੈਂਕੜਿਆਂ ਲੋਕਾਂ ਦੇ ਮੈਂ ਇੰਟਰਵਿਊ ਕੀਤੇ ਨੇ ਪਾਰਟੀਸ਼ਨ ਤੋਂ ਰਿਲੇਟਡ। ਔਰ ਉਹ ਪਾਰਟੀਸ਼ਨ ਦੇ ਅੰਦਰ ਜੋ ਸਟੋਰੀਜ਼ ਮਿਲਦੀ ਹੈ ਉਹ ਜਿਹੜੀ ਉਹ ਦੱਸਿਆ ਜਾਂਦਾ ਹੈ, ਉਹ ਜਿਹੜਾ ਸਾਡਾ ਨਿਸਾਬ ਤਰਤੀਬ ਦਿੱਤਾ ਗਿਆ ਹੈ, ਜਿਹੜਾ ਸਾਨੂੰ ਪੜਾਇਆ ਗਿਆ, ਜਿਹੜਾ ਸਾਨੂੰ ਰਟਵਾਇਆ ਗਿਆ ਹੈ, ਉਸ ਤੋਂ ਟੋਟਲੀ ਡਿਫਰੈਂਟ ਹੈ। ਮਤਲਬ ਉਹਦੇ ਅੰਦਰ ਨਫ਼ਰਤ ਸਾਨੂੰ ਮਿਲਦੀ ਹੀ ਨਹੀਂ। ਇਹ ਨਫ਼ਰਤ ਦੀ ਉਸਾਰੀ ਕੋਈ 47 ਦੇ ਆਸੇ-ਪਾਸੇ ਨੇੜੇ-ਨੇੜੇ ਕੀਤੀ ਗਈ ਹੈ। ਉਸ ਤੋਂ ਪਹਿਲੇ ਇੱਥੇ ਸ਼ਾਦੀਆਂ ਵੀ ਸਾਂਝੀਆਂ ਹੁੰਦੀਆਂ ਸਨ, ਇੱਥੇ ਦੁੱਖ ਸੁੱਖ ਵੀ ਸਾਂਝੇ ਹੁੰਦੇ ਸਨ। ਔਰ ਇੱਥੋਂ ਦਾ ਜਿਹੜਾ ਲਿਟਰੇਚਰ ਹੈ ਉਹ ਸਾਰੇ ਵਾਰਿਸ ਸ਼ਾਹ ਦੀ ਹੀਰ ਨੂੰ ਇਕੱਠੇ ਬਹਿ ਕੇ ਸੁਣਦੇ ਸਨ। ਇੱਥੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਉਹਦੇ ਤੇ ਸਾਰੇ ਰੋਂਦੇ ਸਨ। ਸੋ ਉਹਦੇ ਵਿੱਚ ਜਿਹੜਾ ਦੱਸਿਆ ਜਾਂਦਾ ਸੀ ਪਾਰਟੀਸ਼ਨ ਤੋਂ ਪਹਿਲੇ, ਉਹ ਆਪਸੀ ਸਾਂਝ ਦੀਆਂ ਜਿਹੜੀਆਂ ਇੱਥੇ ਰਵਾਇਤਾਂ ਸਨ ਉਹ ਸੁਣਾਈਆਂ ਜਾਂਦੀਆਂ ਸੀ। ਮਿਸਾਲ ਦੇ ਤੌਰ ਤੇ ਬੁੱਧੂ ਸ਼ਾਹ ਦੀ ਕਹਾਣੀ ਸੁਣਾਈ ਜਾਂਦੀ ਸੀ, ਜਿਹੜੇ 10ਵੇਂ ਗੁਰੂ ਦੇ ਨਾਲ ਉਹਨਾਂ ਨੇ ਆਪਣਾ ਖਾਨਦਾਨ ਸਾਰਾ ਕੁਰਬਾਨ ਕੀਤਾ, ਆਪਣੇ ਸਾਰੇ ਮੁਰੀਦ ਕੁਰਬਾਨ ਕੀਤੇ। ਉਹਨਾਂ ਕਹਾਣੀਆਂ ਦੇ ਵਿੱਚ ਸਾਨੂੰ ਮਿਲਦਾ ਸੀ, ਮੀਆਂ ਮੀਰ ਮਿਲਦਾ ਸੀ, 5ਵੇਂ ਗੁਰੂ ਦੇ ਨਾਲ ਮਿਲਦਾ ਸੀ। ਉਹਨਾਂ ਕਹਾਣੀਆਂ ਦੇ ਵਿੱਚ ਤੁਹਾਨੂੰ ਬਾਬਾ ਨਾਨਕ ਭਾਈ ਮਰਦਾਨਾ ਦੇ ਨਾਲ ਮਿਲਦੇ ਹਨ। ਸੋ ਉਹ ਆਪਸੀ ਸਾਂਝ ਨੂੰ ਤੋੜਨ ਲਈ ਇੱਥੇ ਜਿਹੜਾ ਇੱਕ ਨਿਸਾਬ ਤਰਤੀਬ ਦਿੱਤਾ ਗਿਆ, ਉਹ ਪਾਰਟੀਸ਼ਨ ਦੀਆਂ ਜਿਹੜੀਆਂ ਅਸਲ ਸਟੋਰੀਆਂ ਹਨ ਉਹਨਾਂ ਨੂੰ ਅੱਗੇ ਲਿਆ ਕੇ ਅਸੀਂ ਉਹ ਨਫ਼ਰਤ ਨੂੰ ਕੁਝ ਘਟਾ ਸਕਦੇ ਹਾਂ ਔਰ ਅਸਲ ਸੱਚ ਜਿਹੜਾ ਹੈ ਉਹ ਸਾਹਮਣੇ ਲਿਆ ਸਕਦੇ ਹਾਂ। ਇਸ ਲਈ ਪਾਰਟੀਸ਼ਨ ਨੂੰ ਡਿਸਕਸ ਕਰਨਾ, ਜਿਹੜਾ ਪੰਜਾਬ ਦੀ ਹਿਸਟਰੀ ਦਾ ਸਭ ਤੋਂ ਵੱਡਾ ਦੁਖਾਂਤ ਹੈ, ਉਹ ਬਹੁਤ ਜ਼ਰੂਰੀ ਹੈ। ਉਸ ਨੂੰ ਅਸੀਂ ਜਿਤਨਾ ਖੋਲਾਂਗੇ ਉਤਨਾ ਉਸ ਵੇਲੇ ਦੀ ਭੈੜੀ ਸਿਆਸਤ ਖੁੱਲੇਗੀ ਔਰ ਆਉਣ ਵਾਲੇ ਵੇਲੇ ਦੇ ਵਿੱਚ ਕੋਈ ਪੰਜਾਬੀਆਂ ਨੂੰ ਇਸ ਤਰੀਕੇ ਦੇ ਨਾਲ ਆਪਣੀ ਸਿਆਸਤ ਦਾ ਸ਼ਿਕਾਰ ਨਾ ਕਰ ਸਕੇ। ਇਸ ਦੇ ਵਿੱਚ ਪੰਜਾਬੀਆਂ ਦਾ ਫਿਊਚਰ ਵੀ ਲੁਕਿਆ ਹੈ, ਇਸ ਵਿੱਚ ਪੰਜਾਬੀਆਂ ਦੀ ਤਰੱਕੀ ਵੀ ਹੈ, ਇਸ ਵਿੱਚ ਪੰਜਾਬੀਆਂ ਦੀ ਦਾਨਿਸ਼ ਔਰ ਪੰਜਾਬੀਆਂ ਦਾ ਜਿਹੜਾ ਉਹ ਲਿਟਰੇਰੀ ਮਾਈਂਡ ਸੈਟ ਹੈ, ਜਿਹੜਾ ਇੱਕ ਰਿਚ ਮਾਈਂਡ ਸੈਟ ਹੈ, ਜਿਹੜਾ ਸਾਨੂੰ ਸਾਡੇ ਬਾਬਿਆਂ ਤੋਂ ਮਿਲਦਾ ਹੈ, ਉਹ ਵੀ ਖੁੱਲ ਕੇ ਸਾਹਮਣੇ ਆਏਗਾ। ਅਹਿਮਦ ਰਜ਼ਾ ਸਾਹਿਬ, ਬਹੁਤ ਹੀ ਖੂਬਸੂਰਤੀ ਨਾਲ ਤੁਸੀਂ ਜਿਹੜਾ ਇਹ ਸਾਰਾ ਬਿਆਨ ਕੀਤਾ ਹੈ ਔਰ ਵਾਕਿਆ ਹੀ ਜੇਕਰ ਸਾਡੇ ਸਾਰੇ ਪੰਜਾਬੀਆਂ 'ਚ ਸੰਦੇਸ਼ ਅਸੀਂ ਪਹੁੰਚਾ ਸਕੀਏ ਤਾਂ ਇੱਕ ਬਹੁਤ ਵੱਡੀ ਗੱਲ ਹੋਏਗੀ। ਖਾਸ ਕਰਕੇ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਉਹਦੇ ਵਿੱਚ, ਕਿਉਂਕਿ ਵਿਕਾਸ ਇੰਨਾ ਹੋ ਗਿਆ ਪੌਣੀ ਸਦੀ ਦੇ ਸਮੇਂ ਤੋਂ ਬਾਅਦ, ਜਿਹੜੀਆਂ ਉਹ ਨਫ਼ਰਤਾਂ ਦੀ ਇੱਕ ਹਨੇਰੀ ਝੁੱਲੀ ਸੀ, ਉਸ ਤੋਂ ਬਾਅਦ ਦੇ ਆਪਾਂ ਸਾਰੇ ਪੈਦਾਵਾਰ ਹਾਂ। ਅਸੀਂ ਵੀ ਆਪਣੇ ਵਡੇਰਿਆਂ ਕੋਲ ਸਾਰਿਆਂ ਨੇ ਸੁਣਿਆ ਹੈ ਕਿ ਕਿਸ ਤਰ੍ਹਾਂ ਦਾ ਸਾਂਝਾ ਸੱਭਿਆਚਾਰ ਹੁੰਦਾ ਸੀ, ਕਿਸ ਤਰ੍ਹਾਂ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਅੱਜ ਵੀ ਪਿੰਡਾਂ ਦਾ ਜਿਹੜੀ ਸਾਡੀ ਰਹਿਤਲ ਹੈ, ਜਿਸ ਤਰ੍ਹਾਂ ਦਾ ਸਾਡਾ ਮੇਲ ਜੋਲ ਹੈ। ਸਾਡੇ ਬਜ਼ੁਰਗ ਜਿਹੜੇ ਕੋਈ ਟਾਵਾਂ ਹੁਣ ਉਹਨਾਂ ਸਮਿਆਂ ਦੀਆਂ ਯਾਦਾਂ ਸਾਂਝੀਆਂ ਕਰਨ ਲਈ ਜਿੰਦਾ ਹੈ, ਉਹ ਜਦੋਂ ਦੱਸਦੇ ਨੇ ਜੋ ਕੁਝ ਤੁਸੀਂ ਦੱਸਿਆ ਤੇ ਰੌਂਗਟੇ ਖੜੇ ਹੋ ਜਾਂਦੇ ਨੇ ਕਿ ਕਿਸ ਤਰ੍ਹਾਂ ਦਾ ਅਸੀਂ ਮਾਹੌਲ 'ਚ ਜਿੰਦੇ ਸੀ ਤੇ ਕਿਸ ਤਰ੍ਹਾਂ ਸਾਨੂੰ ਇਹਨਾਂ ਨੇ ਵੰਡਿਆ। ਇਸ ਆਜ਼ਾਦੀ ਨੇ ਸਾਡੀ ਕਿਸ ਤਰ੍ਹਾਂ ਬਰਬਾਦੀ ਕੀਤੀ। ਇਹਦੇ ਤੇ ਜਿੰਨੀ ਵੀ ਗੱਲ ਕਰ ਲਈਏ ਓਨੀ ਥੋੜੀ ਆ। ਪਰ ਆਪਾਂ ਹੁਣ ਥੋੜਾ ਜਿਹਾ ਹੋਰ ਅੱਗੇ ਵਧੀਏ ਕਿ ਜਦੋਂ ਕਦੀ ਅਸੀਂ ਗੱਲ ਕਰਦੇ ਹਾਂ ਸਾਂਝੇ ਪੰਜਾਬ ਦੇ ਵਿਰਸੇ ਦੀ, ਤੇ ਕਿਉਂਕਿ ਇੱਧਰ ਭਾਰਤ ਵਾਲੇ ਪਾਸੇ ਖਾਸ ਕਰਕੇ ਸਿੱਖ ਘੱਟ ਗਿਣਤੀ ਹੈ ਤੇ ਸਭ ਤੋਂ ਵੱਡਾ ਨੁਕਸਾਨ ਹੋਇਆ ਵੀ ਸਾਡਾ ਪੰਜਾਬੀਆਂ ਦਾ ਆਜ਼ਾਦੀ ਦੇ ਨਾਂ ਥੱਲੇ, ਤੇ ਦੂਜੇ ਨੰਬਰ ਤੇ ਬੰਗਾਲੀਆਂ ਦਾ ਹੋਇਆ। ਪਰ ਉਹ ਬਿਨਾਂ ਕਿਸੇ ਵੱਢ ਟੁੱਕ ਤੋਂ ਹੋ ਗਿਆ, ਘੱਟ ਉੱਥੇ ਹੋਇਆ ਜੋ ਕਿ ਸਾਡੇ ਨਾਲ ਬੀਤਿਆ ਕਿ ਅਸੀਂ 10 ਲੱਖ ਦੇ ਕਰੀਬ ਸ਼ਹੀਦੀਆਂ ਦਿੱਤੀਆਂ ਨੇ। ਜਿਵੇਂ ਤੁਸੀਂ ਦੱਸਿਆ ਕਰੋੜਾਂ ਲੋਕ ਬੇਘਰ ਹੋਏ, ਸਾਡੇ ਧੀਆਂ ਭੈਣਾਂ ਦੀਆਂ ਪੱਤ ਰੋਲੀਆਂ ਗਈਆਂ ਔਰ ਉਹ ਜ਼ਖਮ ਅਜੇ ਤੱਕ ਵੀ ਹੱਲੇ। ਜਦੋਂ ਗੱਲ ਸੁਣਦੇ ਹਾਂ ਕਰਦੇ ਹਾਂ ਤੇ ਖੁਦ ਆਪਣੇ ਆਪ ਤੇ ਗੁੱਸਾ ਆਉਂਦਾ ਹੈ ਕਿ ਸਾਡੇ ਵਡੇਰਿਆਂ ਨੇ ਇਹ ਸਾਰੀ ਜਿਹੜੀ ਸਾਡੇ ਪੀਰਾਂ ਫਕੀਰਾਂ ਗੁਰੂਆਂ ਦੀ ਸੂਫੀਆਂ ਦੀ ਘਾਲਣਾ ਸੀ, ਉਹਨੂੰ ਇੱਕ ਪਲ 'ਚ ਮਿੱਟੀ 'ਚ ਰੋਲ ਦਿੱਤਾ। ਕਿਸ ਤਰ੍ਹਾਂ ਅਸੀਂ ਉਸ
ਨਫ਼ਰਤ ਦੇ ਸ਼ਿਕਾਰ ਹੋ ਗਏ, ਅਸੀਂ ਉਹ ਜਾਲ 'ਚ ਕਿਵੇਂ ਫਸ ਗਏ ਜਿਹੜਾ ਸਾਡੇ ਲਈ ਵਿਛਾਇਆ ਗਿਆ ਸੀਗਾ, ਤੇ ਅਸੀਂ ਇਹਨਾਂ ਕੁਝ ਆਪ ਹੀ ਆਪਣੇ ਹੱਥੀਂ ਆਪਣਾ ਵਿਰਸਾ ਤਬਾਹ ਕਰਨ ਵਾਲੇ ਪਾਸੇ ਤੁਰ ਪਏ। ਪਰ ਹੁਣ ਜਿਹੜੀ ਨਵੀਂ ਨਸਲ ਹੈ ਉਹ ਇਹਨਾਂ ਪੀਰੀਅਡ ਦਾ ਵਿੱਚ ਗੈਪ ਪੈਣ ਤੋਂ ਬਾਅਦ ਜਦੋਂ ਉਹਨਾਂ ਨੂੰ ਇਹ ਲੱਗ ਰਿਹਾ ਆ ਕਿ ਸਾਡੇ ਨਾਲ ਇਹ ਬੇਇਨਸਾਫੀ ਹੋਈ ਆ, ਤੇ ਹੁਣ ਅਸੀਂ ਵੇਖਦੇ ਆ ਕਿ ਕਿਸ ਤਰੀਕੇ ਨਾਲ ਜੇ ਇਸ ਭਾਰਤ ਵਾਲੇ ਪੰਜਾਬ 'ਚ ਥੋੜਾ ਜਿਹਾ ਹੁਣ ਕਿਸਾਨੀ ਦੀ ਮੂਵਮੈਂਟ ਦਾ ਹੀ ਮੈਂ ਜ਼ਿਕਰ ਕਰਾਂ, ਤੇ ਉਹੋ ਹੀ ਵੇਗ ਪੂਰੇ ਦਾ ਪੂਰਾ ਦਰਦ ਬਾਰਡਰ ਤੋਂ ਦੂਜੇ ਪਾਸੇ ਸਾਨੂੰ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ 'ਚ ਦਿਖਦਾ ਆ। ਉਹਨਾਂ ਨੇ ਜਿਸ ਤਰੀਕੇ ਨਾਲ ਆਪਣੀ ਕੰਟਰੀਬਿਊਸ਼ਨ ਪਾਈ ਆ, ਜਿਸ ਤਰੀਕੇ ਨਾਲ ਉਹਨਾਂ ਨੇ ਦਿਖਾਇਆ ਹੈ ਕਿ ਪੰਜਾਬੀਆਂ ਦਾ ਜਿਹੜਾ ਸਾਂਝਾ ਸੱਭਿਆਚਾਰ ਹੈ ਉਹਦੇ ਅੱਗੇ ਕੋਈ ਵੀ ਚੀਜ਼ ਖੜ ਨਹੀਂ ਸਕਦੀ। ਪਰ ਅਫਸੋਸ ਹੁੰਦਾ ਕਿ ਅਸੀਂ ਉਸ ਸਮੇਂ ਪਤਾ ਨਹੀਂ ਕਿਹੜੀ ਹਨੇਰੀ 'ਚ ਗੁੰਮ ਹੋ ਗਏ, ਕੀ ਸਾਡੇ ਦਿਮਾਗਾਂ 'ਚ ਪਾ ਦਿੱਤਾ ਗਿਆ, ਤੇ ਅਸੀਂ ਉਦੋਂ ਉਹ ਸਾਰਾ ਕੁਝ ਹੀ ਭੁੱਲ ਗਏ ਜਿਹੜਾ ਸਾਡੇ ਪੁਰਖਿਆਂ ਨੇ ਸਦੀਆਂ ਦੀ ਮਿਹਨਤ ਤੋਂ ਬਾਅਦ ਉਸਾਰਿਆ ਸੀਗਾ। ਇਹ ਤੇ ਥੋੜੀ ਜਿਹੀ ਹੋਰ ਗੱਲ ਤੁਸੀਂ ਕਰਨੀ ਚਾਹੋ ਤੇ ਕਰੋ, ਫਿਰ ਆਪਾਂ ਹੋਰ ਗੱਲ ਕਰਾਂਗੇ ਜੀ। ਦੇਖੋ ਹਰਜੀਤ ਗਿੱਲ ਜੀ, ਕੋਈ ਵੀ ਅਮਲ ਹੁੰਦਾ ਹੈ ਨਾ ਤਾਂ ਉਹਦੇ ਪਿੱਛੇ ਬਹੁਤ ਸਾਰੇ ਅਵਾਮਿਲ ਲੁਕੇ ਹੋਏ ਹੁੰਦੇ ਨੇ। ਕੋਈ ਵੀ ਕੰਮ ਹੁੰਦਾ ਹੈ ਤੇ ਉਹਦੀ ਉਸਾਰੀ ਦੇ ਪਿੱਛੇ ਇੱਕ ਲੰਬਾ ਸਫ਼ਰ ਹੁੰਦਾ ਹੈ। 1870 ਦੇ ਵਿੱਚ ਬਣਾਇਆ ਜਾਂਦਾ ਫੋਰਟ ਵਿਲੀਅਮ ਕਾਲਜ। ਜਦੋਂ 1857 ਦੀ ਪੰਜਾਬੀ ਇੱਥੇ ਰਾਏ ਅਹਿਮਦ ਖੱਖਰ ਦੀ ਕਿਆਦਤ ਦੇ ਵਿੱਚ ਜਿਹੜੀ ਸਾਡੀ ਜਿਹੜੀ ਸਾਡੀ ਭਾਰਤ ਦੇ ਕੋਲ 12-13 ਡਿਸਟ੍ਰਿਕਟ ਹਨ, ਉਹਨਾਂ ਦੇ ਅੰਦਰ ਜਿਸ ਤਰੀਕੇ ਦੇ ਨਾਲ ਇੱਕ ਅਵਾਮੀ ਲਹਿਰ ਔਰ ਅਵਾਮੀ ਜੰਗ ਲੜੀ ਜਾਂਦੀ ਹੈ, ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਸਾਨੂੰ ਬੜੀਆਂ ਘੱਟ ਮਿਸਾਲਾਂ ਮਿਲਦੀਆਂ। ਔਰ ਉਹ ਜੰਗ ਪੰਜਾਬੀ 42 ਦਿਨ ਲੜਦੇ ਹਨ ਗੋਰੇ ਦੇ ਖਿਲਾਫ। ਉਸ ਤੋਂ ਬਾਅਦ ਗੋਰੇ ਨੂੰ ਪਤਾ ਲੱਗਦਾ ਹੈ ਕਿ ਮੇਰੇ ਲਈ ਪੰਜਾਬ ਦੇ ਅੰਦਰ ਵਸਣਾ ਜਾਂ ਪੰਜਾਬ ਦੇ ਅੰਦਰ ਰੂਲ ਕਰਨਾ ਉਹ ਬਹੁਤ ਮੁਸ਼ਕਲ ਹੋਏਗਾ। ਸੋ ਜਿਹੜਾ ਇੱਕ ਲੱਭਿਆ ਗਿਆ ਕਿ ਪੰਜਾਬੀਆਂ ਦੇ ਅੰਦਰ ਐਸੀ ਕੀ ਚੀਜ਼ ਹੈ, ਪੰਜਾਬੀਆਂ ਨੂੰ ਇਹਨਾਂ ਦੇ ਪੰਜਾਬੀਇਜ਼ਮ ਤੋਂ ਇਹਨੂੰ ਧਰਤੀ ਦੇ ਨਾਲੋਂ ਕਿਸ ਤਰੀਕੇ ਨਾਲ ਤੋੜਾ ਜਾ ਸਕਦਾ ਹੈ। ਉੱਥੋਂ ਹੁੰਦਾ ਹੈ ਖਿਲਵਾੜ ਜਿਹੜੀ ਲੈਂਗੁਏਜ ਹੈ ਉਸ ਦਾ। 1870 ਦੇ ਵਿੱਚ ਫੋਰਟ ਵਿਲੀਅਮ ਕਾਲਜ ਬਣਾਇਆ ਜਾਂਦਾ ਹੈ ਔਰ ਜਿੱਥੇ ਉਰਦੂ ਲੈਂਗੁਏਜ ਦੀ ਤਸ਼ਕੀਲ ਦਿੱਤੀ ਜਾਂਦੀ ਹੈ। ਔਰ ਉਰਦੂ ਦੇ ਫੌਰਨ ਬਾਅਦ ਹੀ ਇੱਕ ਜਿਹੜਾ ਡਿਵਾਈਡ ਐਂਡ ਰੂਲ ਦੀ ਪਾਲਿਸੀ ਦੇ ਤਹਿਤ ਗੋਰੇ ਨੇ ਬੋਲੀ ਨੂੰ ਸਾਡੀ ਨੂੰ 3 ਮਜ਼ਹਬਾਂ ਦੇ ਵਿਚਕਾਰ ਕਿਵੇਂ ਵੰਡਿਆ, ਉਹ ਬੜੀ ਉਸ ਵੇਲੇ ਦੀ ਸਿਆਸਤ ਨੂੰ ਸਮਝਣ ਦੀ ਲੋੜ ਹੈ। ਮਿਸਾਲ ਦੇ ਤੌਰ ਤੇ ਉਰਦੂ ਨੂੰ ਕਹਿ ਦਿੱਤਾ ਕਿ ਇਹ ਮੁਸਲਮਾਨਾਂ ਦੀ ਬੋਲੀ ਹੈ। ਜਿਹੜੀ ਪੰਜਾਬੀ ਹੈ ਉਹਨੂੰ ਕਿਹਾ ਕਿ ਪੰਜਾਬੀ ਜਿਹੜੀ ਗੁਰਮੁਖੀ ਹੈ ਇਹ ਸਿਰਫ ਸਿੱਖਾਂ ਦੀ ਬੋਲੀ ਹੈ। ਔਰ ਜਿਹੜਾ ਹਿੰਦੂ ਪੰਜਾਬੀ ਹੈ ਉਹਦੀ ਬੋਲੀ ਹਿੰਦੀ ਹੈ। ਉਸ ਵੇਲੇ ਸਟੇਟ ਦੇ ਜਬਰ ਦੇ ਤਹਿਤ, ਸਟੇਟ ਦੇ ਪ੍ਰੋਪਗੈਂਡੇ ਦੇ ਤਹਿਤ ਤੇ ਆਮ ਪੰਜਾਬੀ ਉਹਦਾ ਕਿਸੇ ਹੱਦ ਤੱਕ ਸ਼ਿਕਾਰ ਹੋਇਆ ਹੈ। ਉੱਥੋਂ ਹੀ ਬੁਨਿਆਦ ਬਣਦੀ ਹੈ ਇਹ ਜਿਹੜੀ 47 ਦੇ ਅੰਦਰ ਇਹਨਾਂ ਨੇ ਸਾਰਾ ਕੁਝ ਕਰਾਉਣਾ ਸੀ ਪੰਜਾਬ ਦੇ ਨਾਲ ਜੋ ਵਾਪਰਿਆ। ਇਹ ਬੁਨਿਆਦੀ ਤੌਰ ਤੇ ਕੋਈ 1940 ਦੇ ਵਿੱਚ ਇਹ ਮੂਵਮੈਂਟ ਸ਼ੁਰੂ ਨਹੀਂ ਹੁੰਦੀ ਜਾਂ ਸਾਜ਼ਿਸ਼ ਸ਼ੁਰੂ ਨਹੀਂ ਹੁੰਦੀ। ਇਹ 1870 ਤੋਂ ਹੀ ਹੋ ਜਾਂਦੀ, ਪੰਜਾਬ ਦੀ ਵੰਡ ਦੀ, ਪੰਜਾਬ ਦੀ ਬਰਬਾਦੀ ਦੀ। ਸੋ ਪੰਜਾਬ ਦੀ ਜਿਹੜੀ ਉਹ ਬਰਬਾਦੀ ਹੁੰਦੀ ਹੈ ਇਹਦੇ ਪਿੱਛੇ ਬਹੁਤ ਇੱਕ ਲੰਬਾ ਟਾਈਮ ਪੀਰੀਅਡ ਲੱਗਾ ਹੈ। ਔਰ ਉਸ ਵੇਲੇ ਦਾ ਪੰਜਾਬੀ ਕਮਲਾ ਕੀਤਾ ਗਿਆ ਹੈ। ਪੰਜਾਬੀ ਕਮਲਾ ਹੈ ਨਹੀਂ ਸੀ। ਪੰਜਾਬੀ ਇੱਕ ਦੂਸਰੇ ਦਾ ਅਹਿਸਾਸ ਕਰਨ ਵਾਲੇ ਸ਼ਖਸ ਸਨ, ਇੱਕ ਦੂਸਰੇ ਦੀਆਂ ਇੱਜ਼ਤਾਂ ਸਾਂਝੀਆਂ ਸਨ, ਸਾਰਾ ਕੁਝ ਇਹਨਾਂ ਦਾ ਇੱਕ ਸੀ। ਲੇਕਿਨ ਮਜ਼ਹਬ ਐਸੀ ਚੀਜ਼ ਹੈ ਕਿ ਮਜ਼ਹਬ ਦਾ ਅਗਰ ਤੁਸੀਂ ਪੋਜ਼ਿਟਿਵ ਇਸਤੇਮਾਲ ਕਰ ਲਓ ਤੇ ਇਹ ਇਨਸਾਨੀਅਤ ਲਈ ਫਖਰ ਹੈ, ਔਰ ਮਜ਼ਹਬ ਦਾ ਅਗਰ ਤੁਸੀਂ ਨੈਗੇਟਿਵ ਇਸ ਦਾ ਇਸਤੇਮਾਲ ਕਰ ਲਓ ਤੇ ਫਿਰ ਇਨਸਾਨੀਅਤ ਲਈ ਸਭ ਤੋਂ ਵੱਡੀ ਬਰਬਾਦੀ ਮਜ਼ਹਬ ਲਿਆਂਦਾ ਹੈ। ਸੋ ਉਸ ਵੇਲੇ ਇੱਕ ਖਾਸ ਪ੍ਰੋਪੇਗੈਂਡੇ ਦੇ ਤਹਿਤ, ਇੱਕ ਖਾਸ ਏਜੰਡੇ ਦੇ ਤਹਿਤ ਮਜ਼ਹਬਾਂ ਨੂੰ ਆਪਸ ਵਿੱਚ ਲੜਾਇਆ ਗਿਆ ਹੈ। ਔਰ ਮਜ਼ਹਬਾਂ ਦੇ ਤੁਸੀਂ ਕਹਿ ਲਓ ਕਿ ਉਹਦੇ ਵਿੱਚ ਜਿਹੜੇ ਵਾਰੇ ਗਏ ਹਨ ਉਹ ਫਿਰ ਪੰਜਾਬੀ ਵਾਰੇ ਗਏ, ਔਰ ਸਾਰਾ ਨੁਕਸਾਨ ਪੰਜਾਬ ਦਾ ਹੁੰਦਾ। ਬਾਕੀ ਜਿੱਥੇ ਕੋਈ ਬੈਠਾ ਸੀ ਅੱਜ ਵੀ ਉੱਥੇ ਬੈਠਾ ਹੈ, ਅੱਗੇ ਵੀ ਉੱਥੇ ਬੈਠੇ ਹੈ, ਉਹਨਾਂ ਨੂੰ ਨੁਕਸਾਨ ਵੀ ਕੋਈ ਨਹੀਂ। ਉਹਨਾਂ ਦੇ ਅੰਦਰ ਨਵੀਆਂ ਸਟੇਟਾਂ ਬਣਾਉਣ ਦਾ ਕੋਈ ਏਜੰਡਾ ਵੀ ਨਹੀਂ ਚੱਲ ਰਿਹਾ। ਲੇਕਿਨ ਪੰਜਾਬ ਉਧਰ ਦਾ ਹੈ, ਉਧਰ ਦਾ ਪੰਜਾਬ 3 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ। ਪੰਜਾਬ ਲਹਿੰਦਾ ਹੈ, ਲਹਿੰਦੇ ਦੇ ਅੰਦਰ ਵੀ ਸਾਰੀਆਂ ਸਾਜ਼ਿਸ਼ਾਂ ਹਨ। ਕੋ ਪੰਜਾਬ ਦੇ ਅੰਦਰ ਕੋਈ ਖਾਸ ਕਿਸਮ ਦਾ ਇੱਕ ਜਿਹੜਾ ਇਹ ਪੰਜਾਬੀਆਂ ਦੀ ਤਾਕਤ ਸੀ, ਜਿਹੜੀ ਤਾਕਤ ਬੁੱਲੇ ਸ਼ਾਹ ਨੇ ਦਿੱਤੀ ਸੀ, ਜਿਹੜੀ ਗੁਰੂਆਂ ਸੂਫੀਆਂ ਨੇ ਦਿੱਤੀ ਸੀ, ਇੱਕ ਰੈਜ਼ਿਸਟੈਂਸ ਦੀ, ਜਿਹਦੇ ਵਿੱਚ ਦੁੱਲਾ ਪੈਦਾ ਹੁੰਦਾ ਹੈ, ਜਿਹਦੇ ਵਿੱਚ ਭਗਤ ਪੈਦਾ ਹੁੰਦਾ ਹੈ, ਰਾਏ ਅਹਿਮਦ ਖਰਲ ਪੈਦਾ ਹੁੰਦਾ ਹੈ, ਗਦਰੀ ਮੂਵਮੈਂਟ ਦੇ ਬਾਬੇ ਪੈਦਾ ਹੁੰਦੇ ਹਨ। ਇੱਕ ਲੰਬੀ ਕਹਾਣੀ ਹੈ ਜਿੰਦੇ ਇਹ ਹੀ ਲਾਹੌਰ ਸੀ ਜਿੰਦੇ ਅੰਦਰ ਸਾਰੀ ਮੂਵਮੈਂਟ ਚੱਲਦੀ ਹੈ। ਹਿੰਦੁਸਤਾਨ ਦੀ ਜਿਹੜੀ ਮੂਵਮੈਂਟ ਗੋਰੇ ਤੋਂ ਆਜ਼ਾਦੀ ਦੀ ਹੈ, ਜਿਹਨੂੰ ਬਾਅਦ ਦੇ ਵਿੱਚ ਇੱਕ ਖਾਸ ਆਪਣੇ ਮੁਫਾਦਾਤ ਲਈ ਕੁਝ ਲੋਕਾਂ ਨੇ ਆਪਣੇ ਵੱਲ ਖਿੱਚ ਲਿਆ, ਉਹ ਸਾਰੀ ਮੂਵਮੈਂਟ ਦਾ ਮਰਕਜ਼ ਤੇ ਪੰਜਾਬ ਸੀ। ਉਸ ਤੋਂ ਬਾਅਦ ਅਲੀਗੜ੍ਹ ਤੇ ਔਰ ਇਹਨਾਂ ਜਗ੍ਹਾ ਤੇ ਜਾਇਆ ਜਾਂਦਾ। ਔਰ ਇਹ ਅਲੀਗੜ੍ਹ ਦੇ ਲੋਕ ਜਿਹੜੇ ਸਨ ਇਹ ਤੇ ਉਸ ਵੇਲੇ ਗੋਰੇ ਨੂੰ ਸਪੋਰਟ ਕਰ ਰਹੇ ਸਨ। ਇਹ ਤੇ ਕਹਿੰਦੇ ਸੀ ਕਿ ਤੁਸੀਂ ਪੜ੍ਹੋ, ਔਰ ਪੜ੍ਹਨ ਦੀ ਆੜ ਦੇ ਵਿੱਚ ਸਾਰੇ ਗੋਰੇ ਨੂੰ ਸਪੋਰਟ ਮਿਲ ਰਹੀ ਸੀ। ਰੈਜ਼ਿਸਟੈਂਸ ਤਾਂ ਪੰਜਾਬੀ ਦੇ ਰਹੇ ਸੀ ਨਾ। ਉਹ ਅਸੀਂ ਅੰਮ੍ਰਿਤਸਰ ਦੇਖੀਏ, ਲਾਹੌਰ ਦੇਖੀਏ, ਲੈਲਪੁਰ ਦੇਖੀਏ, ਜਿੱਥੇ ਦਾ ਦੇਖੀਏ। ਸੋ ਪੰਜਾਬ ਨੂੰ ਖਤਮ ਕਰਨ ਦੀ ਉਹ ਜਿਹੜੀ ਸੋਚ ਸੀ ਉਹ ਅੱਜ ਵੀ ਹੈ। ਹੁਣ ਪੰਜਾਬੀਆਂ ਨੂੰ ਸਮਝਣਾ ਪੈਣਾ ਹੈ
ਕਿ ਅਸੀਂ ਆਪਣੇ ਪੰਜਾਬ ਨੂੰ, ਆਪਣੀ ਧਰਤੀ ਨੂੰ, ਆਪਣੇ ਸੱਭਿਆਚਾਰ ਨੂੰ, ਆਪਣੀ ਲੈਂਗੁਏਜ ਨੂੰ ਕਿਸ ਤਰੀਕੇ ਨਾਲ ਬਚਾਉਣਾ ਹੈ। ਅਗਰ ਲੈਂਗੁਏਜ ਦਾ ਇਹਤਰਾਮ ਨਹੀਂ ਹੁੰਦਾ, ਲੈਂਗੁਏਜ ਨਹੀਂ ਪੜ੍ਹਾਈ ਜਾਂਦੀ, ਆਪਣੀ ਧਰਤੀ ਦਾ ਨਿਸਾਬ ਨਹੀਂ ਇੱਥੇ ਤਰਤੀਬ ਦਿੱਤਾ ਜਾਂਦਾ, ਤੇ ਪੰਜਾਬ ਅੱਗੇ ਬਚਦਾ ਹੋਇਆ ਨਜ਼ਰ ਨਹੀਂ ਆਉਂਦਾ। ਸੋ ਇਹ ਹਰ ਪੰਜਾਬੀ ਨੂੰ, ਜਿੱਥੇ ਤੱਕ ਕਿ ਸਾਡੀ ਆਵਾਜ਼ ਜਾ ਰਹੀ ਹੈ, ਇਹ ਚੀਜ਼ਾਂ ਸਮਝਣ ਦੀ ਲੋੜ ਹੈ। ਮੈਂ ਤੁਸੀਂ ਜ਼ਿਕਰ ਕੀਤਾ ਹੈ ਗਦਰ ਮੂਵਮੈਂਟ ਦਾ, ਜਿਹੜੀਆਂ ਸਾਡੀਆਂ ਸਾਂਝੀਆਂ ਮੂਵਮੈਂਟ ਸੀਗੀਆਂ ਆਜ਼ਾਦੀ ਦੀ ਲਹਿਰ ਦੇ ਵਿੱਚ, ਤੇ ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਅਸੀਂ ਪੰਜਾਬੀਆਂ ਨੇ ਕੀਤੀਆਂ, ਆਪਣਾ ਲਹੂ ਦਿੱਤਾ, ਸਾਰੀ ਉਮਰ ਕਾਲੇ ਪਾਣੀਆਂ 'ਚ ਸਾਡੇ ਵਡੇਰਿਆਂ ਨੇ ਕੱਟੀ, ਇੰਨਾ ਕੁਝ ਕੀਤਾ। ਪਰ ਜਿਹੜਾ ਸਾਡਾ ਨਾਬਰ ਸੁਭਾਅ ਆ, ਦੁੱਲਾ ਭੱਟੀ ਦਾ ਤੁਸੀਂ ਜ਼ਿਕਰ ਕਰਦੇ ਹੋ, ਜਿਹੜਾ ਸਾਡਾ ਅਣਖੀਲਾ ਸੁਭਾਅ ਆ, ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਸਾਡੇ ਆੜੇ ਆ ਜਾਂਦਾ ਆ। ਅੱਜ ਵੀ ਜਦੋਂ ਅਸੀਂ ਵੇਖਦੇ ਹਾਂ ਦੋਨੇ ਪਾਸੇ ਦੇ ਪੰਜਾਬਾਂ ਦੇ ਵਿੱਚ, ਜਿਸ ਤਰੀਕੇ ਨਾਲ ਸਾਡੇ ਕੋਲ ਕੁਝ ਹੋਵੇ ਨਾ ਹੋਵੇ, ਸਾਡੇ ਕੋਲ ਜ਼ਮੀਨ ਹੋਵੇ ਨਾ ਹੋਵੇ, ਸਾਡੇ ਕੋਲ ਕੁਝ ਖਾਣ ਨੂੰ ਹੋਵੇ ਨਾ ਹੋਵੇ, ਪਰ ਜਿਹੜੀ ਸਾਡੀ ਉਹ ਜਿਹੜੀ ਅਣਖ ਹੈ, ਉਹ ਸਾਨੂੰ ਬਾਰ-ਬਾਰ ਪ੍ਰੇਰਦੀ ਆ ਕਿ ਅਸੀਂ ਜਿਹੜੀ ਜ਼ੁਲਮ ਹੈ, ਜਿਹੜੀਆਂ ਧੱਕੇਸ਼ਾਹੀ ਆ, ਉਹਦੇ ਖਿਲਾਫ ਅਸੀਂ ਆਪਣੀ ਜੰਗ ਜਿਹੜੀ ਉਹ ਲੜਨੀ ਆ। ਦੁੱਲਾ ਭੱਟੀ ਸਾਡਾ ਸਾਂਝਾ ਨਾਇਕ ਹੈ, ਔਰ ਉਹਦਾ ਜ਼ਿਕਰ ਬਾਰ-ਬਾਰ ਦੋਨੇ ਪਾਸੇ ਅਸੀਂ ਕਰਦੇ ਹਾਂ, ਤੇ ਉਹਦੀ ਜਿਹੜੀ ਰੂਹ ਆ ਉਹ ਸਾਡੀਆਂ ਅਣਖਾਂ 'ਚ ਅਜੇ ਵੀ ਕਿਤੇ ਨਾ ਕਿਤੇ ਵੱਸਦੀ ਆ, ਜਿਹਦੇ ਕਰਕੇ ਅਸੀਂ ਦੂਜਿਆਂ ਦੀਆਂ ਨਿਗਾਹ ਦੇ ਵਿੱਚ ਉਹਨਾਂ ਦੀ ਅੱਖਾਂ 'ਚ ਰੜਕਦੇ ਹਾਂ ਕਿਤੇ ਨਾ ਕਿਤੇ। ਇਸ ਚੀਜ਼ ਤੋਂ ਜੀ ਹਰਜੀਤ ਜੀ, ਸੌਰੀ ਮੈਂ ਤੁਹਾਨੂੰ ਇੰਟਰਰਪਟ ਕਰ ਰਿਹਾ ਜੀ। ਇਹ ਕਿਉਂ ਰੜਕਦੀ ਹੈ ਇਹ ਚੀਜ਼, ਇਹ ਸਾਡੇ 'ਚ ਕਿਉਂ ਹੈ? ਇਹ ਇਸ ਲਈ ਹੈ ਕਿ ਪੰਜਾਬੀ ਲਿਟਰੇਚਰ, ਪੰਜਾਬੀ ਜਿਹੜੀ ਸ਼ਾਇਰੀ ਹੈ, ਇਹਦੀ ਰਵਾਇਤ ਅਵਾਮੀ ਹੈ। ਇਹ ਬਾਦਸ਼ਾਹਾਂ ਦੇ ਕਸੀਦੇ ਨਹੀਂ ਲਿਖੇ ਬਾਬਾ ਫਰੀਦ ਨੇ, ਬਾਬਾ ਗੁਰੂ ਨਾਨਕ ਨੇ ਜਿਹੜੀ ਬਾਬਰ ਬਾਣੀ ਹੈ, ਉਹਦੇ ਵਿੱਚ ਬਾਬਰ ਦੀ ਜਿਹੜੀ ਬਾਦਸ਼ਾਹੀ ਦੀ ਉਹਦੇ ਅਗੇਂਸਟ ਖੜੇ ਸੀ। ਗੁਰੂ ਗੋਬਿੰਦ ਸਿੰਘ ਮੁਗਲਾਂ ਦੇ ਅਗੇਂਸਟ ਖੜੇ ਸੀ, ਬੁੱਲੇ ਸ਼ਾਹ ਮੁਗਲਾਂ ਦੇ ਅਗੇਂਸਟ ਖੜਾ ਸੀ। ਸੋ ਪੰਜਾਬ ਨੂੰ, ਇਹ ਪੰਜਾਬੀ ਸੋਚ ਨੂੰ ਸਮਝਣ ਲਈ ਮਜ਼ਹਬਾਂ ਤੋਂ ਉੱਤੇ ਸਾਨੂੰ ਵੇਖਣਾ ਪਏਗਾ। ਇਹ ਜਿਹੜੀ ਸੋਚ ਸਾਡੇ ਅੰਦਰ ਪੈਦਾ ਹੋ ਰਹੀ ਹੈ, ਪੰਜਾਬੀ ਰਵਾਇਤ ਸਾਨੂੰ ਸਿਖਾਉਂਦੀ ਹੈ, ਸਾਡਾ ਲਿਟਰੇਚਰ ਸਾਨੂੰ ਦਿੰਦਾ ਹੈ, ਸਾਡਾ ਫੋਕ ਵਿਜ਼ਡਮ ਸਾਨੂੰ ਇਹ ਦਿੰਦਾ ਹੈ। ਹੁਣ ਰਾਏ ਅਹਿਮਦ ਖਰਲ ਦੀਆਂ ਜਿਤਨੀਆਂ ਵਾਰਾਂ ਲਿਖੀਆਂ ਗਈਆਂ, ਉਹਨਾਂ ਵਾਰਾਂ ਦੇ ਅੰਦਰ ਇਹ ਹੈ ਕਿ ਅਸੀਂ ਆਪਣੀ ਜ਼ਮੀਨ, ਘੋੜੀ ਔਰ ਆਪਣੀ ਤਲਵਾਰ, ਇਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਕਰਦੇ। ਔਰ ਇਹ ਆਮ ਪੰਜਾਬੀ ਹਨ, ਉਸ ਵੇਲੇ ਦੇ ਆਮ ਜੱਟ ਪੰਜਾਬੀਆਂ ਦਾ ਜਦੋਂ ਇਹ ਸੋਚ ਪੈਦਾ ਹੁੰਦੀ ਹੈ, ਤੇ ਜਿਹੜੇ ਲਿਟਰੇਰੀ ਪੰਜਾਬੀ ਸੀ ਉਹਨਾਂ ਦੀ ਸੋਚ ਕਿੱਥੇ ਖੜੀ ਹੁੰਦੀ ਹੈ। ਔਰ ਇਹ ਲਿਟਰੇਰੀ ਪੰਜਾਬੀ ਉਹੀ ਲੋਕ ਸਨ ਜਿਨ੍ਹਾਂ ਨੇ ਫਿਰ ਆਪਣੀ ਮਜ਼ਾਮਤ ਦਿੱਤੀ, ਜਿਹੜਾ ਗੋਰੇ ਦੇ ਖਿਲਾਫ ਖੜੇ ਹੋਇਆ, ਔਰ ਉਹ ਗੋਰੇ ਦੇ ਖਿਲਾਫ ਖੜਾ ਹੋਣਾ ਹੀ ਸਾਡਾ ਐਪ ਬਣ ਜਾਂਦਾ ਹੈ। ਬਾਕੀ ਕੌਮਾਂ ਦੇ ਪਿੰਡ ਨਹੀਂ ਸਾੜੇ ਗਏ। ਪੰਜਾਬ ਦੇ ਅੰਦਰ ਜਦੋਂ 1857 ਦੀ ਜੰਗ ਹੁੰਦੀ ਹੈ, ਤੇ ਸਾਡੀ ਵੱਟੂ ਫੈਮਿਲੀ ਦੇ 12 ਪਿੰਡ ਸਾੜੇ ਜਾਂਦੇ ਨੇ। ਇਹਦੇ ਨਾਲ ਟੋਟਲ 57 ਪਿੰਡ ਸਾੜਾ ਜਾਂਦਾ ਹੈ। ਪਿੰਡ ਸਾੜਨ ਦਾ ਮਤਲਬ ਇਹ ਹੈ ਕਿ ਕਈ ਸੈਂਕੜਿਆਂ ਘਰਾਂ ਨੂੰ ਬਰਬਾਦ ਕਰ ਦਿੱਤਾ ਜਾਂਦਾ ਹੈ। ਸੋ ਇਹ ਜ਼ੁਲਮ ਜਿਹੜੇ ਅੱਜ ਦੇ ਇਨਸਾਨੀਅਤ ਦੇ ਪ੍ਰਚਾਰਕ ਬਣ ਰਹੇ ਹਨ, ਇਹਨਾਂ ਦੀ ਅਗਰ ਹਿਸਟਰੀ ਅਸੀਂ ਦੇਖੀਏ ਤੇ ਉਹ ਬੜੀ ਖੂਨਰੇਜ਼ ਹਿਸਟਰੀ ਹੈ। ਲੇਕਿਨ ਸਾਨੂੰ ਕਿਤੇ ਵੀ ਹਿਸਟਰੀ ਦੇ ਵਿੱਚ ਇਹ ਨਹੀਂ ਮਿਲਦਾ ਕਿ ਪੰਜਾਬੀਆਂ ਨੇ ਕਿਸੇ ਤੇ ਹਮਲਾ ਕੀਤਾ। ਹਮੇਸ਼ਾ ਪੰਜਾਬੀਆਂ ਤੇ ਹਮਲਾ ਹੋਇਆ ਹੈ। ਪੰਜਾਬੀਆਂ ਨੇ ਲੋਕਾਂ ਦੇ ਢਿੱਡ ਭਰਿਆ, ਲੋਕਾਂ ਨੂੰ ਅਮਨ ਸਿਖਾਇਆ। ਜਦੋਂ ਲੋਕ ਜਾਹਿਲ ਸਨ, ਉਦੋਂ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਸਨ, ਉਦੋਂ ਪੰਜਾਬ ਦੇ ਅੰਦਰ ਟੈਕਸਲਾ ਯੂਨੀਵਰਸਿਟੀ ਅੰਦਰ ਪੂਰੀ ਦੁਨੀਆ ਤੋਂ ਲੋਕ ਪੜ੍ਹ ਰਹੇ ਸੀ। ਸੋ ਪੰਜਾਬ ਦੇ ਅੰਦਰ ਇਹ ਚੀਜ਼ ਕੋਈ ਇਹ ਨਹੀਂ ਕੋਈ 10-12 ਸਾਲਾਂ ਦੇ ਵਿੱਚ ਪੈਦਾ ਕੀਤੀ ਗਈ ਹੈ, ਇਹ ਪੂਰੀ ਰਵਾਇਤ ਪੰਜਾਬੀਆਂ ਦੇ ਬਲੱਡ ਦੇ ਵਿੱਚ ਜਿਹੜੀ ਹੈ ਉਹ ਸ਼ਾਮਿਲ ਹੈ। ਪਰ ਇਸ ਤੋਂ ਉਲਟ ਅੱਜ ਤੱਕ ਜਿਹੜੇ ਪੰਜਾਬੀ ਸੱਭਿਆਚਾਰ ਤੋਂ ਅਣਭਿੱਜ ਲੋਕ ਨੇ, ਜਿਨ੍ਹਾਂ ਨੂੰ ਨਹੀਂ ਇਹਨਾਂ ਚੀਜ਼ਾਂ ਦਾ ਪਤਾ, ਜਦੋਂ ਅਸੀਂ ਇਹ ਗੱਲਾਂ ਕਰਦੇ ਹਾਂ, ਜਦੋਂ ਅਸੀਂ ਬਾਬੇ ਫਰੀਦ ਦੀ ਸ਼ਾਇਰੀ ਦੀ, ਜਾਂ ਅਸੀਂ ਜੋੜਦੇ ਹਾਂ ਪੁਰਾਣੀਆਂ ਰਵਾਇਤਾਂ ਨੂੰ ਆਪਣੇ ਨਾਲ, ਜਿਵੇਂ ਮੈਂ ਦੁੱਲਾ ਭੱਟੀ ਦਾ ਜ਼ਿਕਰ ਕੀਤਾ, ਜਾਂ ਸਾਂਝੀ ਵਿਰਾਸਤ ਦੀ ਗੱਲ ਕਰਦੇ ਹਾਂ, ਈਵਨ ਮਹਾਰਾਜਾ ਰਣਜੀਤ ਸਿੰਘ ਬਾਰੇ ਗੱਲ ਕਰਾਂਗੇ ਥੋੜ੍ਹੀ ਜਿਹੀ ਆਪਾਂ ਅੱਗੇ ਚੱਲ ਕੇ, ਜਦੋਂ ਉਹਨਾਂ ਸਮਿਆਂ ਦੀਆਂ ਗੱਲਾਂ ਕਰਦੇ ਹਾਂ, ਤੇ ਜਿਹੜਾ ਇੱਕ ਸਾਡੇ ਵਿੱਚ ਹੀ ਇੱਕ ਜਿਹਨੂੰ ਆਪਣੇ ਆਪ ਨੂੰ ਮਾਡਰਨ ਕਹਿੰਦਾ, ਇੱਕ ਜਿਹੜੀ ਇੱਕ ਜਿਹਨੂੰ ਕਹਿੰਦੇ ਐਲੀਟ ਕਲਾਸ ਪੈਦਾ ਹੋ ਗਈ, ਉਹ ਕਹਿੰਦੇ ਤੁਸੀਂ ਕਬੀਲੇ ਵਾਲੇ ਸੱਭਿਆਚਾਰ 'ਚ ਜੀ ਰਹੇ ਹੋ, ਤੁਸੀਂ ਅਜੇ ਉਹ 'ਚੋਂ ਨਿਕਲੇ ਨਹੀਂ ਆ, ਤੁਹਾਡੇ 'ਚ ਤੇ ਅਫਗਾਨੀਆਂ 'ਚ ਬਹੁਤਾ ਫਰਕ ਨਹੀਂ ਆ, ਤੁਸੀਂ ਉਸ ਤਰ੍ਹਾਂ ਹੀ ਸੋਚਦੇ ਹੋ ਜਿੱਦਾਂ ਕਬੀਲਾ ਯੁੱਗ ਵਿੱਚ ਲੋਕ ਸੋਚਦੇ ਸੀ, ਜਾਂ ਤੁਹਾਡੀ ਸੋਚ ਅਜੇ ਫਿਊਡਲ ਹੈ। ਬੜੀਆਂ ਤਰ੍ਹਾਂ ਦੇ ਸਾਨੂੰ ਜਿਹੜੇ ਉਲਾਮੇ ਦਿੱਤੇ ਜਾਂਦੇ ਆ, ਤੇ ਸਾਨੂੰ ਮਾਡਰਨਾਈਜੇਸ਼ਨ ਦੇ ਨਾਂ ਥੱਲੇ ਸਾਡਾ ਸਾਰਾ ਜਿਹੜਾ ਸਾਂਝਾ ਵਿਰਸਾ ਹੈ, ਸਾਡੀ ਜਿਹੜਾ ਕੁਝ ਸਾਡੀ ਬੋਲੀ ਹੈ, ਸਾਡਾ ਸੱਭਿਆਚਾਰ ਹੈ, ਉਹਨੂੰ ਨੀਵਾਂ ਦਿਖਾਇਆ ਜਾਂਦਾ। ਕਿਹਾ ਜਾਂਦਾ ਹੈ ਕਿ ਜੱਟਾਂ ਬੂਟਾਂ ਦੀ ਭਾਸ਼ਾ ਹੈ। ਇਹ ਬਿਮਾਰੀ ਲਹਿੰਦੇ ਪੰਜਾਬ 'ਚ ਵੀ ਆ, ਚੜ੍ਹਦੇ ਪੰਜਾਬ 'ਚ ਵੀ ਆ। ਜਿਹੜੇ ਚੰਗੇ ਭਲੇ ਲੋਕ ਆ, ਜਿਹੜੇ ਪੰਜਾਬੀ ਦਾ ਦਮ ਵੀ ਭਰਦੇ ਆ, ਉਹ ਆਪਣੇ ਬੱਚਿਆਂ ਨੂੰ ਕਹਿੰਦੇ ਆ ਕਿ ਤੁਸੀਂ ਉਰਦੂ ਸਿੱਖੋ, ਹਿੰਦੀ ਸਿੱਖੋ। ਠੀਕ ਆ, ਸਾਰੀਆਂ ਭਾਸ਼ਾਵਾਂ ਦੀ ਕਦਰ ਕਰਨੀ ਚਾਹੀਦੀ ਆ। ਇੰਗਲਿਸ਼ ਆਪਾਂ ਨੂੰ ਸਿੱਖਣੀ ਪੈ ਰਹੀ ਆ, ਕਿਉਂਕਿ ਇੰਟਰਨੈਸ਼ਨਲ ਲੈਵਲ 'ਤੇ ਅੱਜ ਅਸੀਂ ਵਿਚਰਨਾ ਆ, ਸਮਝਣਾ ਆ, ਦੂਜੇ ਚੀਜ਼ਾਂ ਨੂੰ ਪੜ੍ਹਨਾ ਆ, ਵੇਖਣਾ ਆ, ਤਾਂ ਹੀ ਅਸੀਂ ਆਪਣੇ ਆਪ ਨੂੰ ਉਹਨਾਂ ਦੇ ਬਰਾਬਰ ਖੜੇ ਕਰ ਸਕਾਂਗੇ। ਪਰ ਜਿਹੜੀ ਸਾਡੇ 'ਚ ਭੈੜੀ ਇੱਕ ਚੀਜ਼ ਸਾਡੇ ਦਿਮਾਗ 'ਚ ਪਾ ਦਿੱਤੀ ਗਈ ਆ ਕਿ ਤੁਸੀਂ ਬਹੁਤ
ਮਤਲਬ ਗਵਾਰ ਕਿਸਮ ਦੀਆਂ ਕੌਮਾਂ ਜੇ ਤੁਸੀਂ, ਤੁਹਾਡੀ ਬੋਲੀ ਜਿਹੜੀ ਆ ਉਹ ਬੜੀ ਖੜੀ ਬੋਲੀ ਆ, ਇਹਦੇ ਵਿੱਚ ਮਤਲਬ ਸਤਿਕਾਰ ਜਾਂ ਉਹ ਸ਼ਬਦਾਵਲੀ ਨਹੀਂ ਜਿਹੜੀ ਉਰਦੂ 'ਚ ਵਰਤੀ ਜਾ ਸਕਦੀ ਆ, ਜਿਹੜੀ ਹਿੰਦੀ 'ਚ ਵਰਤੀ ਜਾ ਸਕਦੀ ਆ। ਇਹਦੇ ਪਿੱਛੇ ਵਜ੍ਹਾ ਮੈਨੂੰ ਤਾਂ ਇਹ ਲੱਗਦੀ ਆ ਕਿ ਅਸੀਂ ਆਪਣਾ ਸਾਹਿਤ ਨੂੰ ਉਸ ਨਜ਼ਰੀਏ ਨਾਲ ਪੜ੍ਹਿਆ ਹੀ ਨਹੀਂ ਲੱਗਦਾ ਅਜੇ ਤੱਕ, ਜਿਹਦਾ ਕਰਕੇ ਸਾਨੂੰ ਲੱਗਦਾ ਹੈ ਕਿ ਮੈਂ ਬਾਬੇ ਨਜ਼ਮੀ ਹੀਰਾਂ ਦੀਆਂ ਉਹ ਸਤਰਾਂ ਯਾਦ ਆਉਂਦੀਆਂ, ਪੜ੍ਹ ਕੇ ਵੇਖੋ ਵਾਰਿਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਸਾਡੇ ਕੋਲ ਕੀ ਨਹੀਂ ਆ, ਸਾਡੀ ਬੜੀ ਅਮੀਰ ਵਿਰਾਸਤ ਹੈ। ਸੋ ਮੈਂ ਇਹ ਬਾਰ-ਬਾਰ ਇਹੋ ਗੱਲ ਦੁੱਖ ਹੁੰਦਾ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮਾਡਰਨਾਈਜੇਸ਼ਨ ਦੇ ਨਾਂ ਦੇ ਥੱਲੇ ਸਾਨੂੰ ਅਜੇ ਵੀ ਲਤਾੜਿਆ ਜਾ ਰਿਹਾ ਤੇ ਅਸੀਂ ਉਹਨੂੰ ਸਹੀ ਜਾ ਰਹੇ ਹਾਂ। ਅਸੀਂ ਬਾਗੀ ਰੁਖ ਅਖਤਿਆਰ ਨਹੀਂ ਕੀਤਾ ਜਿਹੜਾ ਕਰਨਾ ਬਣਦਾ ਸੀ। ਹਰਜੀਤ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਪੰਜਾਬੀ ਦਾ ਖੜਾ ਹੋਣਾ, ਜਾਂ ਮੁxtਲਿਫ ਲੋਕ ਇਹ ਕੁਐਸਚਨ ਕਰਦੇ ਆ। ਦੇਖੋ, ਜਿਸ ਤਰੀਕੇ ਨਾਲ ਮੈਂ ਪਹਿਲੇ ਗੱਲ ਕੀਤੀ ਹੈ ਨਾ ਕਿ ਪੰਜਾਬੀ ਦੀ ਰਵਾਇਤ ਅਵਾਮੀ ਰਵਾਇਤ ਹੈ, ਅਵਾਮੀ ਹੱਕਾਂ ਦੀ ਗੱਲ ਕਰਦੀ ਹੈ। ਹੁਣ ਜਿਹੜਾ ਲਿਟਰੇਚਰ ਤੁਹਾਡੇ ਅੰਦਰ ਅਵਾਮੀ ਰੰਗ ਫੜੇਗਾ, ਮਤਲਬ ਮੈਦਾਨੀ ਇਲਾਕਾ ਹੈ ਨਾ, ਮੈਦਾਨੀ ਇਲਾਕਾ ਦੇ ਲੋਕ ਤੇ ਫਿਤਰੀ ਤੌਰ ਤੇ ਵੀ ਇਸ ਤਰੀਕੇ ਦੇ ਇਲਾਕੇ ਦੇ ਲੋਕ ਉੱਚਾ ਬੋਲਦੇ ਆ, ਇੱਕ ਦੂਸਰੇ ਨੂੰ ਸੱਦ ਉੱਚਾ ਮਾਰਦੇ ਆ, ਮਤਲਬ ਜ਼ਰਾਤ ਨਾਲ ਜੁੜੇ ਹੋਏ ਲੋਕ ਹਮੇਸ਼ਾ ਉੱਚਾ ਬੋਲਦੇ ਆ। ਇਹ ਕੋਈ ਸਾਜ਼ਿਸ਼ੀ ਥਿਊਰੀ ਜਾਂ ਸਾਜ਼ਿਸ਼ੀ ਬੋਲੀ ਤੇ ਨਹੀਂ ਹੈ ਕਿ ਤੁਸੀਂ ਉਹਦੇ ਵਿੱਚ ਬਹੁਤ ਲੋ ਸਪੀਡ ਨਾਲ ਬੋਲੋਗੇ, ਤੁਹਾਡਾ ਜਿਹੜਾ ਵਾਲੀਅਮ ਹੈ ਉਹ ਬਹੁਤ ਘੱਟ ਹੋਏਗਾ। ਹੁਣ ਦੂਸਰੇ ਐਂਡ ਤੇ ਅਸੀਂ ਆ ਜਾਂਦੇ ਹਾਂ ਕਿ ਜਿਹੜੀ ਉਰਦੂ ਵਾਲੇ ਲੋਕ ਆਖਦੇ ਬਈ ਜਿਹੜੀ ਉਰਦੂ ਹੈ ਨਾ, ਉਰਦੂ ਕਸੀਦਾ ਕੋਈ ਦੀ ਲੈਂਗੁਏਜ ਹੈ। ਉਰਦੂ ਦਾ ਪ੍ਰਵਾਨ ਚੜਨਾ ਜਿਹੜਾ ਲਖਨਊ ਤੋਂ ਅੱਗੇ ਚੜ ਰਿਹਾ ਵਾ, ਉਹਦੇ ਅੰਦਰ ਕਸੀਦਾ ਕੋਈ ਹੈ, ਉਹਦੇ ਅੰਦਰ ਕੋਈ ਰੈਜ਼ਿਸਟੈਂਸ ਦੀ ਰਵਾਇਤ ਤੇ ਹੈ ਹੀ ਨਹੀਂ। ਰੈਜ਼ਿਸਟੈਂਸ ਦੀ ਰਵਾਇਤ ਤੇ ਭਲਾ ਹੋਵੇ ਆ ਕੇ ਤੇ ਫੈਜ਼ ਸਾਹਿਬ ਦਾ ਜਿਹੜੇ ਥੋੜੀ ਜਿਹੀ ਉਹਦੇ ਵਿੱਚ ਪਾ ਰਹੇ ਨੇ, ਜਾਂ ਉਸ ਤੋਂ ਬਾਅਦ ਵਾਲੇ ਆਵਣ ਨੇ ਜਿਹੜੇ ਫੈਜ਼ ਸਾਹਿਬ ਨੂੰ ਫਾਲੋ ਕਰ ਰਹੇ ਨੇ। ਹੁਣ ਜਦੋਂ ਵੀ ਅਸੀਂ ਜਿਹੜੇ ਉਰਦੂ ਦੇ ਵੱਡੇ ਸ਼ਾਇਰ ਉਹਨਾਂ ਨੂੰ ਅਸੀਂ ਪੜ੍ਹਦੇ ਹਾਂ ਤੇ ਉਹ ਤਾਂ ਸਾਰੇ ਕਸੀਦਾ ਕੋ ਸੀ। ਮਿਰਜ਼ਾ ਗਾਲਿਬ ਦੇ ਅੰਦਰ ਅਵਾਮੀ ਰੰਗ ਕਿਸ ਤਰੀਕੇ ਨਾਲ ਹੁੰਦਾ? ਮਿਰਜ਼ਾ ਗਾਲਿਬ ਨਾ ਮੇਰਾ ਫੇਵਰਟ ਸ਼ਾਇਰ ਹੈ, ਮੈਂ ਅੱਜ ਵੀ ਉਹਨਾਂ ਦੀ ਸ਼ਾਇਰੀ ਸੁਣਦਾ ਹੁੰਨਾ, ਮੈਂ ਪੜ੍ਹਦਾ ਹੁੰਨਾ, ਲੇਕਿਨ ਅਵਾਮੀ ਰੰਗ ਦਾ ਹੁਣ ਬੁੱਲੇ ਸ਼ਾਹ ਦਾ ਰੰਗ ਉਹ ਨਹੀਂ ਹੋ ਸਕਦਾ ਜੋ ਬਾਦਸ਼ਾਹ ਨੂੰ ਸੈਲੂਟ ਔਰ ਕਸੀਦਾ ਉਹਦੇ ਅੱਗੇ ਪੇਸ਼ ਕਰ ਰਿਹਾ ਹੈ। ਵਾਰਿਸ ਦਾ ਰੰਗ ਉਹ ਨਹੀਂ ਹੋ ਸਕਦਾ ਜਦੋਂ ਵਾਰਿਸ ਇੱਥੋਂ ਦੀ ਜਿਹੜਾ ਅਵਾਮੀ ਸੋਚਾਂ ਦੇ ਅਕਾਰਡਿੰਗਲੀ ਔਰ ਇੱਥੋਂ ਦੇ ਜਿਹੜਾ ਬਾਸ਼ਊਰ ਇਨਸਾਨ ਹੈ ਉਹਦੀ ਅੱਖ ਦੇ ਨਾਲ ਹੀਰ ਰਾਂਝੇ ਦੀ ਸਟੋਰੀ ਨੂੰ ਦੇਖਦਾ ਹੈ ਕਿ ਸਮਾਜ ਦੇ ਅੰਦਰ ਜਿਹੜੀਆਂ ਅੱਜ ਵੀ ਇੱਥੇ ਬੇਜਾ ਪਾਬੰਦੀਆਂ ਹਨ ਉਹ ਕਿਵੇਂ ਹਨ, ਔਰ ਮੇਰਾ ਕਿਰਦਾਰ ਜਿਹੜਾ ਹੈ, ਮੇਰਾ ਕਿਰਦਾਰ ਕਿਸ ਤਰੀਕੇ ਦੇ ਨਾਲ ਉਹਨਾਂ ਨਾਲ ਨਿਪਟਦਾ ਹੈ। ਸੋ ਇਹ ਥੋੜਾ ਜਿਹਾ ਸਾਨੂੰ ਇਸ ਚੀਜ਼ ਨੂੰ ਸਮਝਣਾ ਪਏਗਾ ਕਿ ਕਿਸੇ ਵੀ ਬੋਲੀ ਦਾ ਕੁਦਰਤੀ ਹੋਣਾ, ਅਵਾਮੀ ਹੋਣਾ, ਉਹਦੇ ਅੰਦਰ ਇਹ ਥੋੜੀ ਜਿਹੀ ਤੁਸੀਂ ਕਹਿ ਲਓ ਕਿ ਖੜਾਪਨ ਆਏਗਾ, ਜਿਹਦੇ ਅੰਦਰ ਕਸੀਦਾ ਕੋਈ ਹੋਏਗੀ ਉਹ ਹੋਏਗੀ। ਬਾਕੀ ਇਹ ਜਿਹੜੀ ਹੈ ਨਾ ਕਿ ਕੋਈ ਬੋਲੀ ਮਿੱਠੀ ਹੋਏਗੀ, ਕੋਈ ਬੋਲੀ ਕੌੜੀ ਹੋਏਗੀ। ਮੈਂ ਕਰਾਚੀ ਦੇ ਅੰਦਰ ਕਿਸੇ ਵੀ ਦੋਸਤ ਨੂੰ ਲੈ ਜਾਵਾਂ ਜਿੱਥੇ ਅੱਜ ਵੀ ਦੋਸਤ ਵਸਦੇ ਤੇ ਮੇਰੇ ਖਿਆਲ ਦੇ ਵਿੱਚ ਉਹਨਾਂ ਦਾ ਕੋਈ ਵੀ ਫਿਕਰਾ ਉਹ ਕਿਸੇ ਗਾਲੀ ਤੋਂ ਬਗੈਰ ਮੁਕੰਮਲ ਨਹੀਂ ਹੋਏਗਾ, ਔਰ ਉਹਦੇ ਅੰਦਰ ਉਹ ਨਫ਼ਰਤ ਜਿਹੜੀ ਹੋਏਗੀ ਉਹਨਾਂ ਦੇ ਲਹਿਜਿਆਂ ਤੋਂ ਉਹ ਝਲਕ ਰਹੀ ਹੋਏਗੀ। ਮਤਲਬ ਪੰਜਾਬੀ ਦੇ ਨਾਲ ਜਿਹੜੀ ਜਹਾਲਤ ਜੋੜੀ ਗਈ ਹੈ ਕਿ ਪੇਂਡੂਪਨ ਜੋੜਾ ਗਿਆ, ਸਾਨੂੰ ਤਾਂ ਪੇਂਡੂਪਨ ਤੇ ਫਖਰ ਹੈ ਕਿਉਂਕਿ ਪੇਂਡੂ ਕੁਝ ਗਰੋ ਕਰਦਾ ਹੈ, ਪੇਂਡੂ ਇਸ ਸੁਸਾਇਟੀ ਨੂੰ ਕੁਝ ਦਿੰਦਾ ਹੈ, ਪੇਂਡੂ ਇਸ ਸੁਸਾਇਟੀ ਤੋਂ ਲੈਂਦਾ ਨਹੀਂ ਹੈ। ਜਿਹੜਾ ਅੱਜ ਵੀ ਕਿਸਾਨ ਮੂਵਮੈਂਟ ਚੱਲ ਰਹੀ ਹੈ ਇਹ ਸਾਰੀ ਪੇਂਡੂਆਂ ਦੀ ਹੈ, ਔਰ ਪੇਂਡੂ ਅਗਰ ਨਹੀਂ ਹੋਏਗਾ ਤੇ ਕੋਈ ਵੀ ਜਿਹੜੀ ਐਗਰੇਰੀਅਨ ਸੁਸਾਇਟੀ ਹੈ ਉਹ ਹਿੰਦੁਸਤਾਨ ਦੀਆਂ ਕਈ ਸਟੇਟਾਂ ਹਨ, ਪਾਕਿਸਤਾਨ ਦੀਆਂ 2-3 ਸਟੇਟਾਂ ਹਨ, ਅਗਰ ਇਹ ਪੇਂਡੂ ਅਨਾਜ ਹੀ ਨਹੀਂ ਦੇਣਗੇ ਤੇ ਇੱਥੋਂ ਦਾ ਤੇ ਲੋਕਾਂ ਦਾ ਜੀਣਾ ਔਰ ਇੱਥੋਂ ਦੀਆਂ ਸਟੇਟਾਂ ਦਾ ਸਰਵਾਈਵ ਕਰਨਾ ਹੀ ਮੁਸ਼ਕਲ ਹੋ ਜਾਏਗਾ। ਸੋ ਇਹਨਾਂ ਜਿਹੜੀਆਂ ਗਰਾਊਂਡ ਰਿਐਲਿਟੀਜ਼ ਹਨ ਇਹਨਾਂ ਨੂੰ ਆਮ ਪੰਜਾਬੀ ਨੂੰ ਵੀ ਸਮਝਣਾ ਪਏਗਾ, ਔਰ ਜਿਹੜੇ ਪ੍ਰੋਪੇਗੈਂਡਾ ਕਰਦੇ ਆ ਪੰਜਾਬੀ ਦੇ ਅਗੇਂਸਟ ਉਹਨਾਂ ਨੂੰ ਵੀ ਥੋੜਾ ਸਮਝਣ ਦੀ ਲੋੜ ਹੈ। ਬਿਲਕੁਲ ਰਾਜਾ ਸਾਹਿਬ, ਤੁਸੀਂ ਬਹੁਤ ਜਿਹੜੀ ਜੜ ਹੈ ਉਹਨੂੰ ਫੜਿਆ ਹੈ ਕਿ ਜਿਹੜਾ ਸਾਡਾ ਪੇਂਡੂਪਣ ਹੈ, ਜਿਹੜਾ ਸਾਡਾ ਵਿਰਸਾ ਹੈ, ਉਹ ਸਾਰਾ ਪੇਂਡੂ ਜਿਹੜਾ ਸੱਭਿਆਚਾਰ ਉਹਦੇ ਵਿੱਚ ਛੁਪਿਆ ਪਿਆ, ਔਰ ਸਾਨੂੰ ਆਪਣੇ ਉਹਨਾਂ ਦੇ ਪਿੰਡਾਂ ਦੇ ਸੱਭਿਆਚਾਰ ਤੇ ਮਾਣ ਹੈ। ਅੱਜ ਅਸੀਂ ਜਿੱਥੇ ਮਰਜ਼ੀ ਦੁਨੀਆ ਦੇ ਕਿਸੇ ਹਿੱਸੇ ਤੇ ਬੈਠੇ ਆ ਨਾ, ਜਦੋਂ ਕੋਈ ਪੰਜਾਬੀ ਭਰਾ ਮਿਲਦਾ ਹੈ ਤੇ ਪਹਿਲਾ ਕੁਐਸਚਨ ਹੁੰਦਾ ਕਿਹੜੀ ਜਗ੍ਹਾ ਤੋਂ ਆ। ਜੇ ਕੋਈ ਕਹਿੰਦਾ ਮੈਂ ਲਾਹੌਰ ਤੋਂ ਆ, ਜਾਂ ਕਹਿੰਦਾ ਮੈਂ ਅੰਮ੍ਰਿਤਸਰ ਤੋਂ ਆ, ਹੁਸ਼ਿਆਰਪੁਰ ਤੋਂ ਆ, ਤੇ ਅਗਲਾ ਸਵਾਲ ਹੁੰਦਾ ਤੁਹਾਡਾ ਪਿੰਡ ਕਿਹੜਾ। ਜਿਹਦਾ ਪਿੰਡ ਨਹੀਂ ਉਹਨੂੰ ਅਸੀਂ ਪੰਜਾਬੀ ਨਹੀਂ ਤਸੱਵਰ ਕਰਦੇ, ਜਿਹੜਾ ਪਿੰਡ ਨਾਲ ਨਹੀਂ ਜੁੜਿਆ ਹੋਇਆ। ਸਾਡੇ 'ਚ ਇੱਕ ਚੱਲੀ ਆ ਰਹੀ ਰਵਾਇਤ ਹੈ, ਇਹਦੇ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਅੱਛਾ, ਸਮਾਂ ਬੜੀ ਤੇਜ਼ੀ ਨਾਲ ਨਿਕਲ ਰਿਹਾ ਆਪਣੇ ਰਾਜਾ ਸਾਹਿਬ, ਮੈਂ ਜਾਣਨਾ ਚਾਹੁੰਦਾ ਹਾਂ ਕਿ ਪੰਜਾਬ ਦੇ ਉਸ ਭਾਗ 'ਚ ਵੰਡ ਤੋਂ ਬਾਅਦ ਜਿਹੜੀਆਂ ਨਫ਼ਰਤਾਂ ਦਾ ਮਾਹੌਲ ਸੀਗਾ, ਉਸ ਤੋਂ ਬਾਅਦ ਹੁਣ ਆ ਕੇ ਲੰਬਾ ਸਮਾਂ ਤੋਂ ਬਾਅਦ ਲੋਕਾਂ 'ਚ ਵੀ ਚੇਤਨਾ ਜਾਗੀ ਤੇ ਸਾਡੀਆਂ ਸਰਕਾਰਾਂ ਨੇ ਵੀ ਸੋਚਿਆ ਕਿ ਜਿਹੜਾ ਸਾਂਝਾ ਸੱਭਿਆਚਾਰ, ਸਾਡੀਆਂ ਸਰਕਾਰਾਂ ਨਹੀਂ, ਖਾਸ ਕਰਕੇ ਜਦੋਂ ਦੇ ਇਮਰਾਨ ਖਾਨ ਨੇ ਆਇਆ, ਇਹ ਤੋਂ ਪਹਿਲਾਂ ਵੈਸੇ ਪੰਜਾਬੀ ਦਾ ਦਮ ਭਰਨ ਵਾਲੇ ਨਵਾਜ਼ ਸ਼ਰੀਫ ਭਰਾ ਰਹਿ ਗਏ ਨੇ,
ਨਵਾਜ਼ ਸ਼ਰੀਫ ਹੋਰਾਂ ਨੂੰ ਬਹੁਤ ਮਾਣ ਸਤਿਕਾਰ ਮਿਲਦਾ ਰਿਹਾ ਪੰਜਾਬੀ ਹੋਣ ਕਰਕੇ। ਤੁਸੀਂ ਉਹਨਾਂ ਨੂੰ ਬਾਰ-ਬਾਰ ਬਣਾਇਆ ਦੇਸ਼ ਦੇ ਮੁਖੀ, ਔਰ ਜਦੋਂ ਇਸ ਪਾਸੇ ਵੀ ਆਉਂਦੇ ਰਹੇ ਤੇ ਉਹਨਾਂ ਨੂੰ ਬਹੁਤ ਇੱਜ਼ਤ ਦਿੱਤੀ ਜਾਂਦੀ ਰਹੀ। ਔਰ ਉਹਨਾਂ ਦਾ ਤਰਨਤਾਰਨ ਨੇੜੇ ਪਿੰਡ ਜਿਹੜਾ ਆ, ਉੱਥੇ ਅੱਜ ਵੀ ਲੋਕ ਉਹਨਾਂ ਨੂੰ ਐ ਸਮਝਦੇ ਨੇ ਕਿ ਸਾਡੇ ਉਹ ਬੜੇ ਚੰਗੇ ਆਗੂ ਸੀਗੇ, ਸਾਨੂੰ ਮਾਣ ਹੈ ਉਹਨਾਂ ਦੇ ਉੱਤੇ। ਤੇ ਇਹੋ ਜਿਹੇ ਲੋਕ ਵੀ ਆ ਕੇ ਪੰਜਾਬੀ ਲਈ ਕੁਝ ਨਹੀਂ ਕਰ ਸਕੇ, ਜਿਹੜੇ ਪੰਜਾਬ ਦੀ ਧਰਤ ਦੇ ਜੰਮਪਲ ਸੀ, ਔਰ ਇਹ ਦਾਅਵਾ ਵੀ ਕਰਦੇ ਕਿ ਅਸੀਂ ਸਾਡੀਆਂ ਰੂਟਸ ਪੰਜਾਬੀ, ਅਸੀਂ ਹੈ ਹੀ ਪੰਜਾਬੀ। ਤੇ ਅਸੀਂ ਉਹਨਾਂ ਦੇ ਦੌਰ ਵਿੱਚ ਵੀ ਉਹਨਾਂ ਨੂੰ ਇਸ ਗੱਲ ਲਈ ਮਨਾ ਨਹੀਂ ਸਕੇ ਕਿ ਪੰਜਾਬੀ ਭਾਸ਼ਾ ਜਿਹੜੀ ਆ, ਜਿੰਨਾ ਚਿਰ ਉਹਨੂੰ ਅਸੀਂ ਜਿੰਦਾ ਨਹੀਂ ਰੱਖਦੇ, ਸਾਡਾ ਸਾਰਾ ਕੁਝ ਬਰਬਾਦ ਹੋ ਜਾਣਾ ਆ। ਕੀ ਕਾਰਨ ਬਣਿਆ ਕਿ ਇੰਨੇ ਪੰਜਾਬੀ ਤੁਸੀਂ ਦਿੱਤੇ ਪੂਰੇ ਪਾਕਿਸਤਾਨ ਨੂੰ ਲੀਡਰ, ਤੇ ਉਹਨਾਂ ਨੇ ਵੀ ਪੰਜਾਬੀ ਦਾ ਦਮ ਨਾ ਭਰਿਆ, ਜਦੋਂ ਕਿ 70% ਪੰਜਾਬੀ ਤੁਸੀਂ ਵਸਦੇ ਹੋ ਇਸ ਧਰਤੀ ਦੇ ਉੱਤੇ, ਜਿਹੜਾ ਹਿੱਸਾ ਪਾਕਿਸਤਾਨ ਹੈ ਅੱਜ ਆਪਣਾ ਮੁਲਕ ਦਾ। ਜੀ ਗਿੱਲ ਸਾਹਿਬ, ਬੜਾ ਸੋਹਣਾ ਸਵਾਲ, ਔਰ ਜਿਹੜਾ ਇੱਕ ਦੁੱਖ ਪੈਦਾ ਕਰਨ ਵਾਲਾ ਸਵਾਲ ਹੈ ਐਜ਼ ਏ ਪੰਜਾਬੀ ਹੋਣ ਦੇ ਨਾਤੇ, ਉਹ ਤੁਸੀਂ ਕੀਤਾ ਵਾ। ਨਵਾਜ਼ ਸ਼ਰੀਫ ਹੋਰਾਂ ਨੇ ਇੱਕ ਵੇਲੇ ਇਹ ਨਾਅਰਾ ਲਾਇਆ ਸੀ ਕਿ ਜਾਗ ਪੰਜਾਬੀ ਜਾਗ, ਤੇਰੀ ਪੱਗ ਨੂੰ ਲੱਗ ਗਿਆ ਦਾਗ। ਔਰ ਉਹ ਨਾਅਰਾ ਮਹਿਜ਼ ਇੱਕ ਸਿਆਸੀ ਨਾਅਰਾ ਸੀ। ਪੰਜਾਬੀਆਂ ਨੇ ਵੋਟ ਦਿੱਤੇ, ਧਰਤੀ ਦੇ ਨਾਲ ਮੁਹੱਬਤ ਹੁੰਦੀ ਹੈ, ਇਨਸਾਨ ਜਿੱਥੇ ਰਹਿੰਦਾ ਹੈ। ਮੈਂ ਬਹਾਵਲ ਨਗਰ ਦਾ ਵਾਸੀ ਹਾਂ, ਤੇ ਕੋਈ ਬਹਾਵਲ ਨਗਰ ਦਾ ਨਾਅਰਾ ਮਾਰੇਗਾ ਤੇ ਡੈਫੀਨੇਟਲੀ ਫਿਤਰੀ ਅਮਲ ਹੈ, ਮੈਂ ਉਸ ਵੱਲ ਮਾਇਲ ਹੋਵਾਂਗਾ। ਲਾਹੌਰ ਦੇ ਅੰਦਰ ਮੈਂ ਰਹਿਣਾ, ਕੋਈ ਲਾਹੌਰ ਦੀ ਬੈਟਰਮੈਂਟ ਵਾਸਤੇ ਕੋਈ ਨਾਅਰਾ ਮਾਰੇਗਾ ਤੇ ਮੈਂ ਉਹ 'ਤੇ ਕਰਾਂਗਾ। ਮੈਂ ਪੰਜਾਬ ਦੇ ਅੰਦਰ ਰਹਿੰਦਾ, ਕੋਈ ਇਹਦੀ ਵਧਾਅ ਵਾਸਤੇ, ਇਹਦੀ ਤਰੱਕੀ ਵਾਸਤੇ ਕੋਈ ਗੱਲ ਕਰੇਗਾ ਤੇ ਮੈਂ ਉਹਦੇ ਨਾਲ ਬਿਲਕੁਲ ਉਹਦੇ ਨਾਲ ਖੜਾ ਹੋਵਾਂਗਾ। ਲੇਕਿਨ ਜਿਹੜੀ ਇੱਥੋਂ ਦੀ ਸਿਆਸਤ ਹੈ ਨਾ, ਉਹ ਹਮੇਸ਼ਾ ਪੰਜਾਬੀ ਇਜ਼ਮ ਦੇ ਅਗੇਂਸਟ ਰਹੀ ਗਈ। ਜਿਹੜੀ ਪਾਰਟੀਸ਼ਨ ਹੋਈ ਹੈ ਨਾ, ਪਾਰਟੀਸ਼ਨ ਪੰਜਾਬ ਦੀ ਕੰਨੀ ਵੱਢ ਕੇ ਤੇ ਪੰਜਾਬੀ ਜਿਹੜਾ ਨਜ਼ਰੀਆ ਸੀ, ਪੰਜਾਬੀ ਫਲਸਫਾ ਸੀ, ਉਹਦੀ ਬੁਨਿਆਦ ਦੇ ਉੱਤੇ ਕੀਤੀ ਗਈ ਹੈ। ਸੌਰੀ ਟੂ ਸੇ, ਸਾਨੂੰ ਹੁਣ ਇਹ ਸਮਝਣਾ ਪਏਗਾ ਕਿ ਜਿਹੜੀ ਪੰਜਾਬੀ ਇਜ਼ਮ ਹੈ, ਉਹਨੂੰ ਉਸ ਵੇਲੇ ਆਪਣੇ ਤੌਰ ਤੇ ਦਬਾ ਦਿੱਤਾ ਗਿਆ ਸੀ, ਮਾਰ ਦਿੱਤਾ ਗਿਆ ਸੀ। ਹੁਣ ਜਿਹੜੇ ਸਾਡੇ ਜਿਹੇ ਲੋਕ ਹਨ, ਅਸੀਂ ਜਿਹੜੀ ਆਪਣੀ ਬੋਲੀ, ਆਪਣੀ ਧਰਤੀ, ਆਪਣੇ ਕਲਚਰ ਦੇ ਨਾਲ ਹੁਣ ਅਸੀਂ ਜੁੜੇ ਹਾਂ, ਜਾਂ ਅਸੀਂ ਚਾਹੁੰਦੇ ਹਾਂ ਕਿ ਲੋਕ ਵੀ ਜੁੜਨ, ਇਹ ਬੜੇ ਘਾਟੇ ਲੈਂਦੇ ਪੰਜਾਬ ਦੇ ਵਿੱਚ। ਲਹਿੰਦੇ ਪੰਜਾਬ ਦੇ ਵਿੱਚ ਆਮ ਬੰਦਾ ਜਿਹੜਾ ਹੈ, ਉਹ ਅੱਜ ਵੀ ਸਾਨੂੰ ਗਾਲਾਂ ਦਿੰਦਾ। ਉਹ ਕਹਿੰਦਾ ਕਿ ਉर्दू के होते हुए आप पंजाबी को क्यों लाना चाहते हैं भाई, जब उर्दू है तो फिर उर्दू को रहने दें। ਹੁਣ ਉਹਨੂੰ ਸਮਝਣਾ ਪਏਗਾ ਕਿ ਇਸ ਉਰਦੂ ਦੇ ਨਾਲ, ਠੀਕ ਹੈ ਉਰਦੂ ਰਵੇ, ਸਾਡੀ ਕੌਮੀ ਭਾਸ਼ਾ ਹੈ, ਸਾਰੇ ਸੂਬਿਆਂ ਦੇ ਅੰਦਰ ਰਾਬਤੇ ਦੀ ਜ਼ਬਾਨ ਹੈ, ਲੇਕਿਨ ਪੰਜਾਬ ਦੀ ਤਰੱਕੀ ਇਸ ਬੋਲੀ ਦੇ ਨਾਲ ਹੋਣੀ ਹੈ। ਇਸ ਬੋਲੀ ਤੋਂ ਇਲਾਵਾ ਇੱਥੋਂ ਜਿਹੜੀ ਉਰਦੂ ਦਾ ਹਿਸਾਬ ਤਰਤੀਬ ਦਿੱਤਾ ਗਿਆ ਹੈ, ਉਹ ਪੰਜਾਬੀ ਦਾ ਭਲਾ ਕਦੇ ਨਹੀਂ ਚਾਹੇਗਾ। ਉਹ ਪੰਜਾਬੀ ਰਵਾਇਤ ਨੂੰ ਉਜਾਗਰ ਨਹੀਂ ਕਰੇਗਾ। ਕਿਸੇ ਹੋਰ ਬੋਲੀ ਦਾ ਜਿਹੜਾ ਲਿਟਰੇਚਰ ਹੈ, ਉਹ ਕਿਸ ਹੱਦ ਤੱਕ ਸਮਝਦਾ ਹੈ ਕਿਸੇ ਵੀ ਧਰਤੀ ਦੇ ਜਿਹੜੀ ਨਫਸਿਆਤ ਹੈ, ਸੋ ਉਸ ਨੂੰ ਪੰਜਾਬੀ ਹੀ ਸਮਝਦੀ ਹੈ। ਇਸ ਜਿਹੜੇ ਸਿਆਸਤਦਾਨ ਸੀ, ਇਸ ਚੀਜ਼ ਨੂੰ ਉਹਨਾਂ ਨੇ ਵੀ ਸਮਝਿਆ ਹੈ ਕਿ ਇਸ ਦੇ ਪਿੱਛੇ ਲੋਕ ਨੇ, ਜਿਹੜਾ 47 ਤੋਂ ਬਾਅਦ ਇੱਥੇ ਇੱਕ ਡਰ ਖੌਫ ਪੈਦਾ ਕੀਤਾ ਗਿਆ ਆਪਣੀ ਬੋਲੀ ਦਾ, ਆਪਣੀ ਧਰਤੀ ਦਾ। ਉਹ ਤਾਂ ਲੋਕ ਭੁੱਲ ਗਏ। ਲੋਕਾਂ ਨੇ ਤੇ ਆਪਣੀ ਜਾਨ ਬਚਾਣੀ ਸੀ ਉਸ ਟਾਈਮ, ਪੇਟ ਪਾਲਣ ਦਾ ਮਸਲਾ ਸੀ, ਰੋਟੀ ਦਾ ਮਸਲਾ ਸੀ, ਆਪਣੀ ਇੱਜ਼ਤ ਬਚਾਉਣ ਦਾ ਮਸਲਾ ਸੀ। ਉਸ ਤੋਂ ਬਾਅਦ ਜਦੋਂ ਇੱਥੇ ਇੱਕ ਡੈਮੋਕ੍ਰੇਟਿਕ ਮੂਵਮੈਂਟ ਚੱਲਦੀ ਹੈ, ਉਹ ਪੰਜਾਬੀਆਂ ਨੇ ਹੀ ਚਲਾਈ ਹੈ। ਜਿਹੜੀ ਇੱਥੇ ਸਭ ਤੋਂ ਪਹਿਲੀ ਮੂਵਮੈਂਟ ਚੱਲਦੀ ਹੈ ਜ਼ੁਲਫਕਾਰ ਅਲੀ ਭੁੱਟੋ ਦੀ। ਜ਼ੁਲਫਕਾਰ ਅਲੀ ਭੁੱਟੋ ਦੀ ਪੋਲੀਟੀਕਲ ਪਾਰਟੀ ਜਿਹੜੀ ਬਣਾਈ ਜਾਂਦੀ ਹੈ, ਉਹ ਲਾਹੌਰ ਦੇ ਅੰਦਰ ਮੁਬਸ਼ਰ ਹਸਨ ਦੇ ਘਰ ਦੇ ਵਿੱਚ ਬਣਾਈ ਜਾਂਦੀ ਹੈ। ਭੁੱਟੋ ਇੱਕ ਸਿੰਧੀ ਫਿਊਡਲ ਸੀ ਔਰ ਲੈਂਡਲਾਰਡ ਸੀ ਉੱਥੋਂ ਦਾ, ਲੇਕਿਨ ਉਸ ਦੀ ਬੁਨਿਆਦ ਸਿੰਧ ਦੇ ਅੰਦਰ ਨਹੀਂ ਰੱਖੀ ਗਈ, ਉਸ ਦੀ ਬੁਨਿਆਦ ਲਾਹੌਰ ਦੇ ਅੰਦਰ ਰੱਖੀ ਜਾਂਦੀ ਹੈ। ਸੋ ਜ਼ੁਲਫਕਾਰ ਅਲੀ ਭੁੱਟੋ ਨੂੰ ਕਾਮਯਾਬ ਕਰਾਉਣ ਵਾਲਾ ਉਹ ਪੰਜਾਬ ਸੀ। ਉਸ ਤੋਂ ਬਾਅਦ ਇੱਥੇ ਡਿਕਟੇਟਰਸ਼ਿਪ ਆ ਜਾਂਦੀ ਜ਼ਿਆਉਲ ਹਕ ਦੀ। ਜ਼ਿਆਉਲ ਹਕ ਤੋਂ ਬਾਅਦ ਇੱਥੇ ਜਿਹੜਾ ਹੁੰਦਾ ਹੈ, ਨਵਾਜ਼ ਸ਼ਰੀਫ ਦਾ 3 ਵਾਰੀ ਦਾ ਵਜ਼ੀਰ ਆਜ਼ਮ ਬਣਨਾ, ਉਹ ਪੰਜਾਬੀਆਂ ਦੇ ਵੋਟਾਂ ਨਾਲ ਬਣਾ ਹੈ, ਉਹ ਸਿੰਧੀਆਂ ਦੇ ਵੋਟਾਂ ਨਾਲ ਜਾਂ ਉਹ ਬਲੋਚਿਸਤਾਨ ਦੇ ਵੋਟਾਂ ਨਾਲ ਨਹੀਂ ਬਣਾ। ਲੇਕਿਨ ਉਹਨਾਂ ਨੂੰ ਜਿਹੜੀ ਸਟੈਬਲਿਸ਼ਮੈਂਟ ਹੈ, ਉਸ ਵੱਲੋਂ ਵੀ ਇਹ ਗੈਰ ਸੁਰੀ ਸਵਾਲ ਕਿਹਾ ਗਿਆ ਹੈ। ਜਿਹੜੇ ਇੱਥੋਂ ਦੇ ਨੇਤਾ ਹਨ, ਜਿਨ੍ਹਾਂ ਨੇ ਰੂਲ ਕਰਨਾ ਹੁੰਦਾ ਹੈ, ਉਹਨਾਂ ਨੂੰ ਵੀ ਪਤਾ ਹੈ ਕਿ ਅਗਰ ਅਸੀਂ ਇਸ ਤਰ੍ਹਾਂ ਦੀ ਇਹ ਬੋਲੀ ਨੂੰ ਅੱਗੇ ਲਿਆਵਾਂਗੇ ਤੇ ਉਹੀ ਸਵਾਲ ਜੋ ਅਸੀਂ ਪਹਿਲੇ ਕੀਤਾ ਸੀ ਕਿ ਇਹ ਉਰਦੂ ਦੀ ਕੰਨੀ ਗੁੱਟੇਗੀ, ਉਰਦੂ ਨੂੰ ਕੁਛ ਨਾ ਹੋਵੇ। ਇੱਥੇ ਸਭ ਤੋਂ ਵੱਡਾ ਖਤਰਾ ਇਹ ਹੈ ਇਸ ਸਟੇਟ ਦੇ ਅੰਦਰ, ਪੰਜਾਬੀ ਨੂੰ ਹੱਕ ਇਸ ਲਈ ਵੀ ਨਹੀਂ ਦਿੱਤਾ ਜਾ ਰਿਹਾ ਕਿ ਕਿਤੇ ਆ ਕੇ ਕੱਲ੍ਹ ਉਰਦੂ ਦੇ ਸਾਹਮਣੇ ਨਾ ਖੜੀ ਹੋ ਜਾਵੇ। ਸੋ ਜਿਹੜਾ ਨੇਤਾ ਹੈ, ਉਹ ਚਾਹੇ ਇੰਡੀਆ ਦਾ ਹੋਵੇ, ਉਹ ਚਾਹੇ ਜਿੱਥੋਂ ਦਾ ਹੋਵੇ, ਉਹ ਥਰਡ ਵਰਲਡ ਕੰਟਰੀਜ਼ ਦੇ ਨੇਤਾ ਔਰ ਸਿਆਸਤਦਾਨ ਉਹ ਇਸ ਤਰੀਕੇ ਦੇ ਅੰਦਰ ਲੋਕਾਂ ਨੂੰ ਵਰਤਦੇ ਹਨ। ਲੇਕਿਨ ਇਹਦੇ ਅੰਦਰ ਅੰਦਰ ਸਾਨੂੰ ਇੱਕ ਹੋਰ ਚੀਜ਼ ਵੀ ਸਮਝਣੀ ਪੈਣੀ ਕਿ ਇਹ ਅਵਾਮੀ ਸਵਾਲ ਵੀ ਨਹੀਂ ਰਿਹਾ। ਅਵਾਮੀ ਸਵਾਲ ਇਹ ਅੱਜ ਬਣ ਜਾਂਦਾ ਹੈ, ਜਿਸ ਤਰੀਕੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਲੋਕ ਇਹਦੇ ਨਾਲ ਜੁੜ ਰਹੇ ਹਨ। ਹੁਣ ਇਹਦੇ ਤੇ ਥੋੜਾ ਥੋੜਾ ਕੰਨ ਜਿਹੜੇ ਅੱਜ ਦੇ ਪੋਲੀਟੀਕਲ ਪਾਰਟੀਆਂ ਦੇ ਲੋਕ ਹਨ, ਉਹ ਧਰਨ ਲੱਗ ਗਏ। ਅਸੀਂ ਜਿਹੜਾ ਸੈਮੀਨਾਰ ਅੱਗੇ 16 ਨੂੰ ਕਰਨ ਚੱਲੇ ਹਾਂ, ਉਹਦੇ ਸਾਡੀ ਕੋਸ਼ਿਸ਼ ਹੈ ਕਿ ਸਾਰੀ ਪੋਲੀਟੀਕਲ ਪਾਰਟੀਆਂ ਦੇ ਮੇਨ ਲੋਕ ਉਹਦੇ ਵਿੱਚ ਬੁਲਾਈਏ ਔਰ ਉਹਨਾਂ ਨੂੰ ਦੱਸੀਏ ਕਿ ਅਸੀਂ ਆਪਣੀ ਬੋਲੀ ਤੋਂ ਬਗੈਰ ਪਿੱਛਾ ਨਹੀਂ ਹਟਾਂਗੇ, ਬੋਲੀ ਅਸੀਂ ਲਵਾਂਗੇ।
ਤੁਹਾਡੀ ਪੋਲੀਟੀਕਲ ਪਾਰਟੀ ਇਸ ਨੂੰ ਅਗਰ ਸਪੋਰਟ ਨਹੀਂ ਕਰੇਗੀ ਤੇ ਆਉਣ ਵਾਲੇ ਇਲੈਕਸ਼ਨ ਦੇ ਅੰਦਰ ਅਸੀਂ ਤੁਹਾਡੇ ਅੱਗੇ ਖੜੇ ਹੋਵਾਂਗੇ, ਤੁਹਾਨੂੰ ਇੱਕ ਰੈਜ਼ਿਸਟੈਂਸ ਦੇਵਾਂਗੇ ਔਰ ਤੁਹਾਨੂੰ ਇਸ ਬੋਲੀ ਦਾ ਮੁਨਕਰ ਕਹਿ ਕੇ ਤੇ ਆਵਾਮ ਨੂੰ ਅਸੀਂ ਦੱਸਾਂਗੇ ਕਿ ਤੁਹਾਡੀ ਹਕੀਕਤ ਕੀ ਹੈ। ਤੁਸੀਂ ਫਿਜ਼ਾਈ ਨਾਰੇ ਲਾਉਂਦੇ ਹੋ, ਤੁਸੀਂ ਜਿਹੜੇ ਇੱਥੋਂ ਆਮ ਅਵਾਮੀ ਮਸਲੇ ਹਨ, ਇੱਥੋਂ ਦੇ ਪਾਣੀਆਂ ਦੇ ਮਸਲੇ ਹਨ, ਇੱਥੋਂ ਦਾ ਨਹਿਰੀ ਮਸਲਾ ਹੈ, ਇੱਥੋਂ ਦੀ ਭੁੱਖ ਦਾ ਮਸਲਾ ਹੈ, ਇੱਥੋਂ ਦੀ ਖੇਤੀ ਦਾ ਮਸਲਾ ਹੈ, ਇੱਥੋਂ ਦੀ ਮਹਿੰਗਾਈ ਦਾ ਮਸਲਾ ਹੈ, ਇੱਥੋਂ ਦਾ ਲਿਟਰੇਸੀ ਰੇਟ ਹੈ, ਤੁਸੀਂ ਉਹਨਾਂ ਬਾਰੇ ਨਹੀਂ ਸੋਚ ਰਹੇ। ਲਿਟਰੇਸੀ ਰੇਟ ਕਦੋਂ ਇੱਥੋਂ ਦਾ ਵਧੇਗਾ? ਜਦੋਂ ਇਹ ਯੂਨੈਸਕੋ ਦਾ ਅਸੂਲ ਹੈ, ਇਹ ਦੁਨੀਆ ਦੇ ਸਿਆਣਿਆਂ ਦਾ ਅਸੂਲ ਹੈ ਕਿ ਉਹ ਉਸ ਵੇਲੇ ਵਧੇਗਾ ਜਦੋਂ ਤੁਸੀਂ ਉਹਨਾਂ ਦੀ ਮਦਰ ਭਾਸ਼ਾ ਦੇ ਵਿੱਚ, ਮਾਂ ਬੋਲੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਪੜ੍ਹਾਓਗੇ। ਸੋ ਪੰਜਾਬ ਦੇ ਅੰਦਰ ਜੇ ਤੁਸੀਂ ਪੰਜਾਬੀ ਬਾਲਾਂ ਨੂੰ ਪੰਜਾਬੀ ਦੇ ਵਿੱਚ ਉਹਨਾਂ ਦੀ ਬੇਸਿਕ ਐਜੂਕੇਸ਼ਨ ਵਿੱਚ ਪੜ੍ਹਾਓਗੇ ਨਹੀਂ, ਗੈਰ ਬੋਲੀਆਂ ਦਾ ਉਹਨਾਂ ਤੇ ਤਸੱਲਸ ਕਰੋਗੇ, ਜਬਰ ਕਰੋਗੇ, ਤੇ ਉਹ ਬੱਚਾ ਤੇ ਨੱਸੇਗਾ, ਉਹ ਤੇ ਡੰਡਿਆਂ ਦਾ ਮਾਰਦਾ ਹੈ, ਉਹ ਕਿਤੇ ਹੋਰ ਨੱਸ ਜਾਏਗਾ। ਔਰ ਅਗਰ ਉਹ ਪੜ੍ਹੇਗਾ ਵੀ ਤਾਂ ਉਹ ਤਾਂ ਰੱਟੂ ਤੋਤਾ ਹੋਏਗਾ, ਉਹਦੇ ਅੰਦਰ ਕੋਈ ਕ੍ਰੀਏਸ਼ਨ ਤਾਂ ਨਹੀਂ ਹੋਏਗੀ। ਉਹ ਤੇ ਇੱਕ ਆਮ ਤੁਸੀਂ ਕਹਿ ਲਓ ਕਿ ਇੱਕ ਰੱਟੂ ਤੋਤਾ ਬਣ ਜਾਏਗਾ, ਉਹ ਇੱਕ ਅੱਛਾ ਇਨਸਾਨ ਨਹੀਂ ਬਣ ਸਕੇਗਾ। ਸੋ ਅੱਛਾ ਇਨਸਾਨ ਬਣਾਉਣ ਲਈ ਔਰ ਇਸ ਨੂੰ ਇੱਕ ਪੋਲੀਟੀਕਲ ਕੁਐਸਚਨ ਬਣਾਉਣ ਲਈ ਇਸ ਦੀ ਇੱਕ ਅਵਾਮੀ ਲਹਿਰ ਬਣਾਉਣੀ ਜ਼ਰੂਰੀ ਹੈ। ਔਰ ਜਦੋਂ ਇਹ ਬਣ ਗਈ, ਇਸ ਵੇਲੇ ਸਿਆਸਤਦਾਨ ਸਭ ਤੋਂ ਪਹਿਲੇ ਨਾਰਾ ਪੰਜਾਬੀ ਦਾ ਮਾਰੇਗਾ ਔਰ ਪੰਜਾਬੀ ਦੀ ਬੈਟਰਮੈਂਟ ਵਾਸਤੇ ਕੰਮ ਵੀ ਕਰੇਗਾ। ਜੀ ਅਹਿਮਦਰਾ ਸਾਹਿਬ, ਪਿਛਲੇ ਕੁਝ ਸਮੇਂ ਤੋਂ ਇੱਕ ਹਵਾਲਾ ਦੇ ਕੇ ਯੂਨੈਸਕੋ ਦਾ ਇਹ ਬਾਰ-ਬਾਰ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਪੰਜਾਬੀ ਜ਼ੁਬਾਨ ਜਿਹੜੀ ਆ ਉਹ ਮਰ ਰਹੀਆਂ ਭਾਸ਼ਾਵਾਂ ਵਿੱਚ ਸ਼ਾਮਲ ਹੋ ਗਈ ਆ, ਇਹਦਾ ਵਜੂਦ ਜਿਹੜਾ ਬਹੁਤ ਜਲਦੀ ਜਿਹੜਾ ਉਹ ਖਤਮ ਹੋ ਜਾਏਗਾ। ਇਸ ਗੱਲ ਨੇ ਚੇਤਨਾ ਇੱਕ ਜ਼ਰੂਰ ਪੈਦਾ ਕੀਤੀ। ਪੰਜਾਬੀ ਜਿਹੜੇ ਤੁਹਾਡੇ ਵਰਗੇ ਪੰਜਾਬੀ ਪਿਆਰੇ ਨੇ, ਦਾਨਸ਼ਵਰ ਨੇ, ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ, ਉਹਨਾਂ ਨੂੰ ਲੱਗਿਆ ਕਿ ਸਾਡੀ ਮਾਂ ਬੋਲੀ ਨੂੰ ਜੇ ਕੋਈ ਕਹਿੰਦਾ ਹੈ ਕਿ ਮਰ ਰਹੀ ਆ ਤੇ ਇਹਨੂੰ ਜਿੰਦਾ ਕਿਵੇਂ ਰੱਖਣਾ, ਉਹਦੇ ਲਈ ਯਤਨ ਕੀਤੇ ਜਾਣ। ਵੈਸੇ ਬਾਅਦ 'ਚ ਗੱਲ ਸਾਬਤ ਹੋ ਗਈ ਕਿ ਯੂਨੈਸਕੋ ਨੇ ਐਸਾ ਕੁਝ ਵੀ ਨਹੀਂ ਸੀ ਕਿਹਾ, ਇਹ ਇੱਕ ਗੱਲ ਬਣਾਈ ਗਈ ਸੀ ਔਰ ਇਹਦੇ ਨਾਲ ਇੱਕ ਚੇਤਨਾ ਦਾ ਪਸਾਰ ਜ਼ਰੂਰ ਹੋਇਆ। ਪੰਜਾਬੀ ਪ੍ਰਤੀ ਜਿਹੜੇ ਲੋਕ ਆ ਉਹ ਚੇਤਨ ਤੌਰ ਤੇ ਹੁਣ ਜਾਗਰੂਕ ਹੋ ਗਏ ਕਿ ਅਸੀਂ ਆਪਣੀ ਮਾਂ ਬੋਲੀ ਦਾ ਜਿਹੜਾ ਸਾਡਾ ਅਦਬ ਹੈ, ਸਾਡਾ ਸਾਹਿਤ ਹੈ, ਇਹਦਾ ਅਸੀਂ ਜਿਹੜਾ ਸਨਮਾਨ ਨਹੀਂ ਕਰਾਂਗੇ ਤੇ ਸਾਡੀ ਜਿਹੜੀ ਆਪਣੀ ਹੋਂਦ ਆ ਉਹ ਵੀ ਮਿੱਟੀ ਹੋ ਜਾਏਗੀ, ਅਸੀਂ ਵੀ ਖਤਮ ਹੋ ਜਾਾਂਗੇ। ਇਹ ਇੱਕ ਚੇਤਨਾ ਦਾ ਯੁੱਗ ਹੈ। ਇਹਦੇ ਵਿੱਚ ਤੁਹਾਡੇ ਵਰਗੇ ਲੋਕਾਂ ਦਾ ਜਿਹੜਾ ਯੋਗਦਾਨ ਆ ਉਹਨੂੰ ਅਸੀਂ ਬਹੁਤ ਜ਼ਿਆਦਾ ਉਹਦੀ ਸਲਾਹ ਸਿਫਤ ਕਰਦੇ ਹਾਂ ਕਿ ਤੁਸੀਂ ਲੋਕ ਅੱਗੇ ਆਏ ਹੋ ਔਰ ਪੰਜਾਬੀ ਮਾਂ ਬੋਲੀ ਨੂੰ, ਇੱਕ ਸਾਂਝੇ ਸੱਭਿਆਚਾਰ ਨੂੰ ਬਚਾਉਣ ਲਈ ਜਿਹੜਾ ਤੁਸੀਂ ਆਪਣਾ ਯੋਗਦਾਨ ਪਾ ਰਹੇ ਹੋ, ਭਾਵੇਂ ਕਿਸੇ ਵੀ ਪੱਧਰ ਦਾ ਹੋਵੇ, ਥੋੜਾ ਜ਼ਿਆਦਾ ਜਿੰਨਾ ਵੀ ਆ, ਉਹ ਕਿਸੇ ਨਾ ਕਿਸੇ ਦਿਨ ਜ਼ਰੂਰ ਰੰਗ ਲਿਆਏਗਾ ਔਰ ਉਹਦਾ ਸਾਨੂੰ ਸਾਰੇ ਪੰਜਾਬੀਆਂ ਨੂੰ ਮਾਣ ਮਹਿਸੂਸ ਹੋਏਗਾ। ਸਮਾਂ ਬੜੀ ਤੇਜ਼ੀ ਨਾਲ ਜਾ ਰਿਹਾ, ਮੈਂ ਸਵਾਲ ਮੇਰੇ ਬੜੇ ਨੇ ਪਰ ਹੁਣ ਆਪਾਂ ਕਿੰਨਾ ਕੁ ਕਰ ਸਕਦੇ। ਮੈਂ ਇੱਕ ਸਵਾਲ ਤੁਹਾਡੇ ਨਾਲ ਜਾਂਦੇ ਜਾਂਦਾ ਕਰ ਲਾਂ। ਜਦੋਂ ਭਾਸ਼ਾਵਾਂ ਦਾ ਸਵਾਲ ਆਉਂਦਾ ਆ, ਕਿਹਾ ਜਾਂਦਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਸਾਡੀ ਸਾਂਝੀ ਵਿਰਾਸਤ ਸੀਗੀ, ਉਹਦੇ ਵਿੱਚ ਮਤਲਬ ਧਰਮ ਸਾਹਮਣੇ ਨਹੀਂ ਸੀ ਆਉਂਦਾ। ਉਹਦੇ ਵਿੱਚ ਕਿਹਾ ਜਾਂਦਾ ਹੈ, ਜਿੱਦਾਂ ਅਸੀਂ ਪੜ੍ਹਦੇ ਸੁਣਦੇ ਆਏ, ਮੈਨੂੰ ਪਤਾ ਨਹੀਂ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹੈ, ਕਿ ਉਹ ਦੌਰ ਇੱਕ ਸਾਂਝੀ ਵਾਲਤਾ ਦਾ ਦੌਰ ਸੀਗਾ ਜਿਹਦੇ ਵਿੱਚ ਸਭ ਨੂੰ ਬਰਾਬਰ ਇਨਸਾਫ ਮਿਲਦਾ ਸੀਗਾ। ਬਹੁਤ ਸਾਰੀਆਂ ਕਥਾ ਕਹਾਣੀਆਂ ਉਸ ਸਮੇਂ ਦੀਆਂ ਅਸੀਂ ਸੁਣਦੇ ਹਾਂ। ਬਤੌਰ ਸਿੱਖ ਕਈ ਵਾਰ ਹੋ ਸਕਦਾ ਕੁਝ ਚੀਜ਼ਾਂ ਵਧਾ ਚੜਾ ਕੇ ਵੀ ਦੱਸੀਆਂ ਜਾਂਦੀਆਂ ਹੋਣ, ਪਰ ਇਹਦੇ ਬਾਵਜੂਦ ਕਈ ਵਾਰ ਇਹ ਸਵਾਲ ਉੱਠਿਆ ਕਿ ਜਿਹੜੀ ਸਰਕਾਰੀ ਭਾਸ਼ਾ ਹੈ ਉਹ ਫਾਰਸੀ ਕਿਉਂ, ਪੰਜਾਬੀ ਕਿਉਂ ਨਹੀਂ? ਪਰ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਗੱਲ ਨਹੀਂ ਮੰਨੀ। ਕਿੰਨਾ ਇਨਸਾਫ ਦੀ ਗੱਲ ਹੋਏਗੀ ਕਿ ਉਹਨਾਂ ਨੇ ਉਦੋਂ ਵੀ ਫਾਰਸੀ ਨੂੰ ਪਹਿਲ ਦਿੱਤੀ ਤੇ ਅੱਜ ਵੀ ਫਾਰਸੀ, ਬਹੁਤ ਸਾਰੀਆਂ ਭਾਸ਼ਾਵਾਂ ਦੇ ਸ਼ਬਦ ਨੇ ਤੇ ਫਾਰਸੀ ਦੇ ਬਹੁਤ ਸਾਰੇ, ਮੇਰੇ ਖਿਆਲ 25-30% ਸ਼ਬਦ ਜਿਹੜੇ ਆ ਅਸੀਂ ਹਰ ਰੋਜ਼ ਵਰਤਦੇ ਹਾਂ ਅਚੇਤ ਤੌਰ ਤੇ ਹੀ। ਹਾਲਾਂਕਿ ਤੁਹਾਡੇ ਵਾਲੇ ਪਾਸੇ ਕਿਉਂਕਿ ਪਰਸ਼ੀਅਨ ਦਾ ਤੇ ਜਿਹੜੀਆਂ ਬਾਕੀ ਲੈਂਗੁਏਜ ਤੁਹਾਡਾ ਨੇੜਤਾ ਹੈ, ਜਿਹੜੀਆਂ ਇੱਧਰ ਇੰਡੀਆ ਵਾਲੇ ਪਾਸੇ ਦੀਆਂ ਸਾਊਥ ਦੀਆਂ ਭਾਸ਼ਾਵਾਂ ਜਾਂ ਜਿਹੜੀ ਅਸੀਂ ਗੁਰਮੁਖੀ ਭਾਸ਼ਾ ਨੂੰ ਵਰਤਦੇ ਹਾਂ, ਉੱਤੇ ਹਿੰਦੀ ਸੰਸਕ੍ਰਿਤ ਦੇ ਪ੍ਰਭਾਵ ਕਰਕੇ ਜਿਹੜਾ ਪਰਸ਼ੀਅਨ ਦਾ ਪ੍ਰਭਾਵ ਘੱਟ ਹੈ। ਇਹਦੇ ਬਾਵਜੂਦ ਵੀ ਅਸੀਂ ਬਹੁਤ ਸਾਰੇ ਸ਼ਬਦ ਜਿਹੜੇ ਆ ਉਹ ਪਰਸ਼ੀਅਨ ਦੇ ਵਰਤਦੇ ਹਾਂ। ਸਾਡਾ ਉਹ ਵੀ ਇੱਕ ਵੱਡਾ ਵਿਰਸਾ ਹੈ। ਤੇ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਭਾਵੇਂ ਉਹ ਕਿੰਗਡਮ ਸੀ, ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਮਾਂ ਸੀਗਾ, ਦੌਰ ਸੀਗਾ, ਸਿੱਖ ਰਾਜ, ਹਾਲਾਂਕਿ ਕਈ ਵਾਰ ਅਸੀਂ ਸ਼ਬਦ ਸੁਣਦੇ ਹਾਂ, ਨਫ਼ਰਤ ਦੀ ਭਾਸ਼ਾ ਬੋਲਣ ਵਾਲੇ ਉਹਨੂੰ ਸਿੱਖਾਸ਼ਾਹੀ ਵੀ ਕਹਿੰਦੇ ਆ। ਕੁਝ ਇੱਕ ਲੋਕ ਜਿੱਦਾਂ ਮੁਗਲ ਰਾਜ ਦੇ ਵੇਲੇ, ਚਲੋ ਜਿਹੜੇ ਕੁਝ ਕੱਟੜਪਣ ਦਾ ਸ਼ਿਕਾਰ ਸੀ, ਔਰੰਗਜ਼ੇਬ ਵਰਗੇ, ਉਹਨਾਂ ਦੀ ਗੱਲ ਵੱਖਰੀ ਆ, ਪਰ ਬਹੁਤ ਸਾਰੇ ਅਕਬਰ ਵਰਗੇ ਲੋਕ ਵੀ ਹੋਏ, ਬਹੁਤ ਲੋਕ ਹੋਏ ਜਿਨ੍ਹਾਂ ਨੇ ਇਨਸਾਫ ਦਿੱਤਾ। ਸੋ ਉਹ ਜਿਹਾ ਇੱਕ ਦੌਰ ਸੀ। ਉਹਦੇ ਬਾਰੇ ਕਿਸ ਤਰ੍ਹਾਂ ਦੀ ਰਾਏ ਆ ਪੰਜਾਬ ਦੇ ਵਿੱਚ ਆਮ ਲੋਕਾਂ ਦੀ ਕਿ ਉਹ ਰਾਜ ਕਿੱਦਾਂ ਸੀ ਤੇ ਅਸੀਂ ਖੁਆਰ ਹੋਏ, ਬੜੇ ਖੁਆਰ ਹੋਏ। ਉਹ ਰਾਜ ਗਵਾਚਣ ਤੋਂ ਬਾਅਦ ਗੁਲਾਮੀ ਕੱਟੀ ਤੇ ਗੁਲਾਮੀ ਤੋਂ ਬਾਅਦ ਫਿਰ ਗੁਲਾਮੀਆਂ 'ਚ ਹੀ ਫਸੇ ਹੋਏ ਆ ਕਿਸੇ ਨਾ ਕਿਸੇ ਤਰ੍ਹਾਂ ਨਾਲ। ਸਾਡਾ ਜਿਹੜਾ ਸੱਭਿਆਚਾਰ, ਉਹ ਸਾਡੇ ਖਿੱਤੇ ਦਾ ਜਿਹੜਾ ਸਾਂਝਾ ਸੱਭਿਆਚਾਰ ਸੀ, ਉਹ ਕਿਤੇ ਨਾ ਕਿਤੇ ਭਾਵੇਂ ਅਸੀਂ ਉਹਦੇ ਲਈ ਦਮ ਭਰੀ ਜਾਂਦੇ ਹਾਂ, ਪਰ ਉਹ ਖੇੜਾ ਮੁੜ ਕੇ ਵਾਪਸ ਨਹੀਂ ਆ ਸਕਿਆ। ਅਗਰ ਅਸੀਂ ਦੇਖੀਏ ਪੰਜਾਬ ਦੀ ਤਾਰੀਖ ਦੇ ਵਿੱਚ ਤੇ ਪੰਜਾਬੀ ਰਾਜੇ
ਜਿਨ੍ਹਾਂ ਦਾ ਸਾਨੂੰ ਜ਼ਿਕਰ ਮਿਲਦਾ ਹੈ, ਉਹਨਾਂ ਦੇ ਵਿੱਚੋਂ ਰਣਜੀਤ ਸਿੰਘ ਸਭ ਤੋਂ ਵੱਡੇ ਰਾਜਿਆਂ ਤੋਂ ਉੱਪਰ ਮਹਾਰਾਜਾ ਸੀ। ਰਣਜੀਤ ਸਿੰਘ ਦਾ ਜੰਮ ਭਲੇ ਗੁਜਰਾਂਵਾਲਾ ਦੇ ਹੁੰਦਾ ਹੈ, ਔਰ ਉਹਨੂੰ ਲਾਹੌਰ ਬਣਾਉਣ ਵਾਲੇ ਜਿਹੜੀ ਕਮਿਊਨਿਟੀ ਸੀ ਸਭ ਤੋਂ ਵੱਧ ਕੇ ਉਹ ਮੁਸਲਿਮ ਪੰਜਾਬੀ ਕਮਿਊਨਿਟੀ ਸੀ, ਜਿਨ੍ਹਾਂ ਨੇ ਉਹਨੂੰ 1799 ਦੇ ਵਿੱਚ ਲਾਹੌਰ ਦਾ ਰਾਜ ਆ ਕੇ ਦਿੱਤਾ। ਲਾਹੌਰ ਦਰਬਾਰ ਉਹਨਾਂ ਨੇ ਆਪਸ ਵਿੱਚ। ਮਹਾਰਾਜਾ ਰਣਜੀਤ ਸਿੰਘ ਇੱਕ ਸੈਕੂਲਰ ਰਾਜਾ ਸੀ, ਮਹਾਰਾਜਾ ਸੀ। ਉਸ ਦੇ ਦੌਰ ਦੇ ਵਿੱਚ ਜਿਹੜਾ ਸਾਰਾ ਕਾਰ ਮੁਖਤਾਰ ਜਿਹੜਾ ਲੈ ਕੇ ਚੱਲ ਰਹੇ ਸਨ, ਉਹਨਾਂ ਦੇ ਵਜ਼ੀਰੇ ਖਾਰਜਾ ਅਸੀਂ ਕਹਿ ਲਈਏ, ਉਹ ਫਕੀਰ ਅਜ਼ੀਜ਼ੁਦੀਨ ਸਨ, ਜੀ ਉਹਨਾਂ ਦੇ ਭਾਈ ਸਨ। ਮੇਨ ਵਜ਼ਾਰਤਾਂ ਉਹ ਮੁਸਲਿਮ ਲੋਕਾਂ ਦੇ ਕੋਲ ਸਨ। ਫਿਰ ਅਸੀਂ ਉਹਦੇ ਵਿੱਚ ਦੇਖਦੇ ਹਾਂ ਤੇ ਉਹਦੇ ਵਿੱਚ ਹਿੰਦੂ ਕਮਿਊਨਿਟੀ ਦੇ ਲੋਕ ਵੀ ਸ਼ਾਮਲ ਸਨ, ਸਿੱਖ ਵੀ ਸ਼ਾਮਲ ਸਨ। ਭਲੇ ਮਹਾਰਾਜਾ ਰਣਜੀਤ ਸਿੰਘ ਸਵੇਰ ਦਾ ਆਪਣੀ ਦਾ ਆਗਾਜ਼ ਗ੍ਰੰਥ ਸਾਹਿਬ ਦੇ ਪੜ੍ਹਨ ਤੋਂ ਕਰਦੇ ਸਨ, ਲੇਕਿਨ ਉਹ ਕੁਰਾਨ ਜੀ ਦੀ ਰਿਸਪੈਕਟ ਵੀ ਕਰਦੇ ਸਨ, ਜਿਹਦੀ ਵਜ੍ਹਾ ਹੈ ਕਿ ਅੱਜ ਵੀ ਸਾਡੇ ਕੋਲ ਰਿਕਾਰਡ ਪਿਆ ਵਾ ਫਕੀਰ ਖਾਨੇ ਦੇ ਵਿੱਚ, ਜਿਹਦੇ ਵਿੱਚ ਪੂਰਾ ਜਿਹੜਾ ਉਸ ਵੇਲੇ ਦੇ ਮਸਜਿਦਾਂ ਮਦਰਸਿਆਂ ਨੂੰ ਗ੍ਰਾਂਟਾਂ ਜਾਂਦੀਆਂ ਸੀ, ਉਹ ਸਾਰਾ ਕੁਝ ਅੱਜ ਮਹਿਫੂਜ਼ ਹੈ। ਸੋ ਪੰਜਾਬੀ ਰਾਜ, ਜਿਸ ਨੂੰ ਤੁਸੀਂ ਸਿੱਖ ਰਾਜ ਕਹਿੰਦੇ ਹੋ, ਮੈਂ ਲਾਹੌਰ ਦੇ ਅੰਦਰ ਬੈਠਾ ਉਸ ਨੂੰ ਪੰਜਾਬੀ ਰਾਜ ਕਹਿੰਦਾ ਹਾਂ, ਕਿਉਂਕਿ ਜਦੋਂ ਆਖਰੀ ਜੰਗ ਹੋ ਰਹੀ ਹੈ ਚੇਲਿਆਂ ਦੀ ਵਾਲੀ, ਤੇ ਉਹਦੇ ਵਿੱਚ ਕੋਈ ਖਾਲਸਾ ਮੂਵਮੈਂਟ ਦੀ ਉਹ ਜੰਗ ਨਹੀਂ ਸੀ, ਉਹਦੇ ਵਿੱਚ ਇਕੱਲੇ ਲੜਨ ਵਾਲੇ ਸਿੱਖ ਨਹੀਂ ਸਨ, ਉਹਨਾਂ ਵਿੱਚ ਜ਼ਿਆਦਾ ਗਿਣਤੀ ਮੁਸਲਮਾਨਾਂ ਦੀ ਸ਼ਾਮਲ ਸੀ। ਸੋ ਪੰਜਾਬੀ ਰਾਜ ਨੂੰ ਬਚਾਉਣ ਲਈ ਹਮੇਸ਼ਾ ਮੁਸਲਮਾਨ ਵੀ ਸਾਥ ਹੈ, ਇਹ ਸਾਰਾ ਕੁਝ ਹੁੰਦਾ ਰਿਹਾ। ਹੁਣ ਰਿਹਾ ਬੋਲੀ ਦਾ ਸਵਾਲ ਕਿ ਬੋਲੀ ਉਸ ਟਾਈਮ ਪਰਸ਼ੀਅਨ ਕਿਉਂ ਸੀ। ਥੋੜਾ ਜਿਹਾ ਨਾ, ਕਿ ਜਿਹੜਾ ਭੈੜ ਹੈ, ਜਿਹੜਾ ਮੁਸਲਿਮ ਪੰਜਾਬੀ ਹੈ ਨਾ, ਇਹਦੇ ਡੀਐਨਏ ਦੇ ਅੰਦਰ ਕੋਈ ਚੀਜ਼ ਇੱਕ ਸ਼ਾਮਿਲ ਹੋ ਗਈ ਹੈ ਕਿ ਇਸਨੇ ਹਮੇਸ਼ਾ ਜਿਹੜੀ ਬੈੜ ਦੀ ਚੀਜ਼ ਹੈ ਨਾ, ਉਸ ਨੂੰ ਜ਼ਿਆਦਾ ਐਕਸੈਪਟ ਕਰਨਾ ਹੁੰਦਾ ਹੈ। ਇਹ ਗੱਲ ਮੈਂ ਖੁਦ ਉਹਨਾਂ ਦੇ ਵਿੱਚ ਸ਼ਾਮਿਲ ਹਾਂ, ਇਹ ਕਹਿਣ ਲੱਗਾ ਮੈਨੂੰ ਸ਼ਰਮ ਵੀ ਆਉਂਦੀ ਹੈ, ਲੇਕਿਨ ਇਹ ਹਕੀਕਤ ਹੈ। ਜਦੋਂ ਇੱਥੇ ਅਰਬ ਤੋਂ ਇੱਥੇ ਇਸਲਾਮ ਇੱਥੇ ਲੈ ਕੇ ਆਇਆ ਜਾਂਦਾ ਹੈ, ਔਰ ਇਸਲਾਮ ਦੇ ਨਾਲ ਨਾਲ ਈਰਾਨ ਰਾਹੀਂ ਅਰਬੀ ਜਿਹੜੀ ਜ਼ਬਾਨ ਹੈ ਉਹ ਈਰਾਨੀ ਦੀ ਵੀ ਸ਼ਕਲ ਬਦਲਦੀ ਹੈ। ਇਹ ਯਾਦ ਰਵੇ ਸੁਣਨ ਵਾਲਿਆਂ ਨੂੰ, ਤੇ ਤੁਹਾਡੇ ਅੱਗੇ ਵੀ ਮੈਂ ਅਰਜ਼ ਕਰਾਂਗਾ ਕਿ ਈਰਾਨੀ ਲੈਂਗੁਏਜ ਨੂੰ ਵੀ ਮੁਕਾ ਦਿੱਤਾ ਗਿਆ ਸੀ, ਉਹ ਵੀ ਅਰਬੀ ਸਕ੍ਰਿਪਟ ਦੇ ਵਿੱਚ ਲੈ ਕੇ ਆਈ ਸੀ। ਸੋ ਇੱਕ ਜਿਹੜੀ ਧਾਰਮਿਕ ਇੱਕ ਚੀਜ਼ ਬਣਾ ਦਿੱਤੀ ਗਈ ਸੀ ਨਾ, ਉਹ ਅਰਬੀ ਜ਼ਬਾਨ ਔਰ ਫਾਰਸੀ ਜ਼ਬਾਨ ਬਣਾ ਦਿੱਤੀ ਗਈ। ਫਿਰ ਇੱਥੋਂ ਦਾ ਜਿਹੜਾ ਮੁਗਲ ਰਾਜ ਰਿਹਾ ਵਾ, ਮੁਗਲ ਰਾਜ ਸਦੀਆਂ ਦਾ ਰਾਜ ਹੈ, ਉਹ ਕੋਈ 40-50 ਸਾਲ ਦਾ ਨਹੀਂ ਹੈ। ਸੋ ਜਿਹੜਾ ਸਰਕਾਰ ਦਾ ਇੱਥੇ ਕਾਰ ਮੁਖਤਾਰ ਦੀ ਬੋਲੀ ਜਿਹੜੀ ਇੱਥੇ ਸੀ ਉਹ ਫਾਰਸੀ ਸੀ। ਉਸ ਵੇਲੇ ਦਾ ਆਲਮ ਜਿਹੜਾ ਸੀ ਉਹ ਫਾਰਸੀ ਦੇ ਨਾਲ ਜੁੜਿਆ ਹੋਇਆ ਸੀ। ਇਲਮੋ ਅਦਬ ਦੇ ਜਿਹੜੇ ਸਾਰੇ ਮਰਕਜ਼ ਸੀ ਉਹ ਪਰਸ਼ੀਅਨ ਦੇ ਨਾਲ ਜੁੜ ਗਏ ਸੀ। ਮਹਾਰਾਜਾ ਰਣਜੀਤ ਸਿੰਘ ਇਹ ਚਾਹੁੰਦਾ ਸੀ ਕਿ ਪੰਜਾਬੀ ਬੋਲੀ ਨੂੰ ਇੱਥੋਂ ਦੀ ਸਰਕਾਰੀ ਜ਼ਬਾਨ ਬਣਾਇਆ ਜਾਵੇ, ਲੇਕਿਨ ਉਸ ਟਾਈਮ ਤੇ ਜਿਹੜੇ ਮੁਸਲਿਮ ਵਜ਼ਰਾ ਸੀ ਉਹਨਾਂ ਨੇ ਉਹਨਾਂ ਨੂੰ ਇਹ ਕੰਮ ਨਹੀਂ ਕਰਨ ਦਿੱਤਾ। ਉਹਨਾਂ ਨੇ ਕਿਹਾ ਕਿ ਮੇ ਵੀ ਕੋਈ ਇਹਦੇ ਵਿੱਚ ਫਸਾਦ ਖੜਾ ਨਾ ਹੋ ਜਾਵੇ, ਕਿਉਂਕਿ ਉਸ ਵੇਲੇ ਵੀ ਇਹ ਜਿਹੜੀ ਇੱਕ ਧਾਰਮਿਕ ਲੈਂਗੁਏਜ ਉਸ ਵੇਲੇ ਫਾਰਸੀ ਨੂੰ ਬਣਾ ਦਿੱਤਾ ਗਿਆ ਸੀ, ਬਾਅਦ ਦੇ ਵਿੱਚ ਉਰਦੂ ਨੂੰ ਬਣਾ ਦਿੱਤਾ ਗਿਆ ਹੈ। ਇਹ ਇਸ ਨੇ ਹੀ ਸਭ ਤੋਂ ਵੱਡਾ ਪਾੜ ਬਣਾਇਆ ਹੈ। ਉਹ ਰਹਿੰਦੀ ਸਹਿੰਦੀ ਕਸਰ ਜਿਹੜੀ ਗੁਰਮੁਖੀ ਦੇ ਅੰਦਰ ਜਿਹੜੀ ਟੋਟਲ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਸਿੱਖਾਂ ਦੀ ਬੋਲੀ ਹੈ, ਉਸ ਨੇ ਵੀ ਥੋੜਾ ਥੋੜਾ ਇਹਦੇ ਅੰਦਰ ਇਹ ਜੋੜ ਪੈਦਾ ਕੀਤਾ ਕਿ ਇਹ ਫਿਰ ਪੰਜਾਬ ਦੀ ਬੋਲੀ ਦੇ ਤੌਰ ਤੇ ਨਹੀਂ ਇਸ ਨੂੰ ਪੇਸ਼ ਕੀਤਾ ਗਿਆ, ਇਹ ਮਜ਼ਹਬਾਂ ਦੇ ਅੰਦਰ ਵੰਡ ਦਿੱਤੀ ਗਈ ਹੈ। ਇਸ ਵੇਲੇ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ, ਜਿੰਦਾ ਅਸੀਂ ਅਗਰ ਦੇਖਦੇ ਹਾਂ ਤੇ ਟਾਈਮ ਪੀਰੀਅਡ ਉਸ ਵੇਲੇ ਦਾ ਜਿਹੜਾ ਪੰਜਾਬ ਦਾ ਕਰੰਸੀ ਰੇਟ ਹੈ ਉਹ ਕਈਆਂ ਸਟੇਟਾਂ ਤੋਂ ਉੱਪਰ ਸੀ, ਔਰ ਉਸ ਵੇਲੇ ਦਾ ਅਸੀਂ ਲਿਟਰੇਸੀ ਰੇਟ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਦਾ ਦੇਖਦੇ ਹਾਂ ਤੇ ਉਹ ਉਸ ਵੇਲੇ ਦੀ ਦੁਨੀਆ ਦੇ ਵਿੱਚ ਜਿਹੜੇ ਤਰੱਕੀ ਯਾਫਤਾ ਮੁਲਕ ਸੀ ਉਹਨਾਂ ਦਾ ਲਿਟਰੇਸੀ ਰੇਟ ਸੀ ਉਹਨਾਂ ਦੇ ਬਰਾਬਰ ਹੈ। ਅਸੀਂ ਅੱਜ ਵੀ ਅੱਜ ਅਸੀਂ ਬੈਠੇ ਮਾਡਰਨ ਦੌਰ ਦੇ ਵਿੱਚ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਲਹਿੰਦੇ ਪੰਜਾਬ ਦਾ ਲਿਟਰੇਸੀ ਰੇਟ ਅੱਜ ਵੀ ਉਸ ਫਿਗਰ ਨੂੰ ਨਹੀਂ ਟੱਚ ਕਰ ਸका ਜੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਦੇ ਅੰਦਰ ਸੀ। ਫਿਰ ਇੱਕ ਹੋਰ ਜਿਹੜਾ ਇੱਕ ਮੈਸੇਜ ਮਿਲਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ, ਜਿਹੜਾ ਹਮਲਾਵਰਾਂ ਨੂੰ ਮਿਲਾ ਕਿ ਇਸ ਧਰਤੀ ਦੇ ਵਾਰਿਸ ਇਸ ਧਰਤੀ ਦੇ ਰਹਿਣ ਵਾਲੇ ਹਨ, ਇੱਥੋਂ ਦਾ ਕੋਈ ਹਮਲਾਵਰ ਬਾਹਰ ਦਾ ਨਹੀਂ ਹੈ ਜਿਵੇਂ ਇੱਥੇ ਕੋਈ ਮੁਗਲ ਆ ਜਾਏਗਾ, ਕੋਈ ਫਲਾਂ ਆ ਜਾਏਗਾ। ਸੋ ਪੰਜਾਬੀਆਂ ਨੂੰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਤੋਂ ਕੁਝ ਸਿੱਖਣਾ ਚਾਹੀਦਾ ਸੀ। ਉਹ ਉਸ ਵੇਲੇ ਦੀ ਜਿਹੜੀ ਸੁਪਰ ਪਾਵਰ ਨੇ ਆ ਕੇ ਮਹਾਰਾਜਾ ਦੀ ਡੈਥ ਤੋਂ 10 ਸਾਲ ਬਾਅਦ ਭਲੇ ਕੋਸ਼ਿਸ਼ ਹੋਈ ਵੀ, ਰਾਣੀ ਜਿੰਦਾ ਨੇ ਕੀਤੀ ਵੀ, ਦਲੀਪ ਸਿੰਘ 5 ਸਾਲ ਦੀ ਉਮਰ ਦੇ ਵਿੱਚ ਬਾਦਸ਼ਾਹ ਬਣਾਇਆ ਵੀ ਜਾਂਦਾ ਹੈ, ਔਰ ਉਹਦੇ ਐਂਡ ਤੇ ਸਾਰੀ ਰਾਣੀ ਜਿੰਦਾ ਮੂਵਮੈਂਟ ਜਾਂ ਹਕੂਮਤ ਲੈ ਕੇ ਚੱਲ ਰਹੀ ਸਨ। ਲੇਕਿਨ ਇੱਥੋਂ ਦੀ ਜਿਹੜੇ ਕਸ਼ਮੀਰੀ ਰਾਜੇ ਸਨ ਉਹਨਾਂ ਦੀਆਂ ਅੰਦਰ ਦੀਆਂ ਜਿਹੜੀਆਂ ਸਾਜ਼ਿਸ਼ਾਂ, ਔਰ ਉਹ ਪੰਜਾਬੀ ਰਾਜ ਕਾਇਮ ਨਹੀਂ ਰਿਹਾ। ਉਸ ਪੰਜਾਬੀ ਰਾਜ ਦੇ ਕਾਇਮ ਨਾ ਹੋਣ ਦੇ ਕਰਕੇ ਉਸ ਤੋਂ ਬਾਅਦ ਜਿਹੜੀ ਪੰਜਾਬੀ ਮੁਲਕ ਸੀ, ਇੱਕ ਸਟੇਟ ਸੀ, ਉਹਦਾ ਖਾਬ ਉਹ ਹਮੇਸ਼ਾ ਚਕਨਾਚੂਰ ਹੋਇਆ। ਉਹਦਾ ਅੱਜ ਇਹ ਹੈ ਕਿ ਜਿੱਥੇ ਜਿੱਥੇ ਅਸੀਂ ਬੈਠੇ ਹਾਂ ਆਪਣੇ ਆਪ ਨੂੰ ਪ੍ਰਾਊਡ ਪੰਜਾਬੀ ਅਸੀਂ ਸਮਝੀਏ, ਔਰ ਪੰਜਾਬ ਦਾ ਨਾਮ ਤੇ ਅਸੀਂ ਜਿਵੇਂ ਪੰਜਾਬ ਦਾ ਨਾਰਾ ਮਾਰੀਏ, ਔਰ ਜਿਹੜੀ ਪੰਜਾਬੀ ਭਾਸ਼ਾ ਹੈ, ਜਿਹੜਾ ਪੰਜਾਬੀ ਲਿਟਰੇਚਰ ਹੈ, ਜਿਹੜੀ ਆਪਸੀ ਸਾਂਝ ਹੈ, ਪੰਜਾਬੀਆਂ ਦੀ ਆਪਸੀ ਤਰੱਕੀ ਕਿਸ ਤਰੀਕੇ ਦੇ ਨਾਲ ਹੋ ਸਕਦੀ ਹੈ, ਸਾਨੂੰ ਇਹਦੇ ਤੇ ਫੋਕਸ ਕਰਨਾ ਹੋਏਗਾ। ਔਰ ਇਹ ਆਉਣ ਵਾਲਾ ਵੇਲਾ ਇਹ ਸਾਬਿਤ ਕਰ ਰਹੀ ਹੈ।
ਅੱਜ ਇੱਥੋਂ ਦੇ ਲੋਕ ਸ਼ਾਹਮੁਖੀ ਜਿਹੜੇ ਪੜ੍ਹਦੇ ਆ ਪੰਜਾਬੀ, ਉਹ ਗੁਰਮੁਖੀ ਸਿੱਖ ਰਿਹਾ। ਗੁਰਮੁਖੀ ਦੇ ਬਹੁਤ ਸਾਰੇ ਲੋਕ ਮੇਰੇ ਦੋਸਤ ਜਾਣਨ ਵਾਲੇ ਉਹ ਸ਼ਾਹਮੁਖੀ ਸਿੱਖ ਰਹੇ ਨੇ। ਸੋ ਇਹ ਜਿਹੜਾ ਪੰਜਾਬੀ ਦੇ ਅੰਦਰ ਇੱਕ ਸਕ੍ਰਿਪਟ ਦਾ ਰੌਲਾ ਪਾਇਆ ਗਿਆ ਹੈ, ਸਾਨੂੰ ਇਹ ਦੋਨੋਂ ਸਕ੍ਰਿਪਟ ਸਮਝਣੇ ਚਾਹੀਦੇ ਨੇ ਹਰ ਪੰਜਾਬੀ ਨੂੰ, ਔਰ ਇਹੀ ਸਾਡੀ ਸਾਂਝ ਨੂੰ ਵਧਾਏ। ਜੀ ਰਜਾ ਸਾਹਿਬ, ਸਕ੍ਰਿਪਟ ਦੇ ਮਾਮਲੇ ਤੇ ਆਪਾਂ ਕਦੀ ਫੇਰ ਗੱਲ ਕਰਾਂਗੇ। ਇਹਦੇ ਪਿੱਛੇ ਵੀ ਕੀ ਗੱਲਾਂ ਨੇ, ਕੀ ਸਾਜ਼ਿਸ਼ਾਂ ਨੇ। ਤੇ ਮੈਨੂੰ ਹੁਣ ਯਾਦ ਆ ਰਿਹਾ, ਜਿਵੇਂ ਤੁਸੀਂ ਕਿਹਾ ਨਾ ਪੰਜਾਬੀਆਂ ਦਾ ਰਾਜ, ਸਿੱਖ ਰਾਜ ਨਾ ਕਿਹਾ ਜਾਵੇ, ਤੇ ਮੈਨੂੰ ਬਹੁਤ ਚੰਗਾ ਲੱਗਿਆ। ਮੈਨੂੰ ਇੱਕ ਸ਼ਾਹਕਾਰ ਰਚਨਾ ਯਾਦ ਆ ਰਹੀ ਹੈ ਸ਼ਾਹ ਮੁਹੰਮਦ ਦੀ, ਬਹੁਤ ਦਿਲ ਟੁੰਬਵੀਂ ਆ, ਜਦੋਂ ਉਹ ਕਹਿੰਦਾ ਕਿ ਜਦੋਂ ਸ਼ਾਹ ਮੁਹੰਮਦ ਪੂਰੇ ਉਹ ਪੰਜਾਬੀਆਂ ਦੀ ਗਾਥਾ ਜਿਹੜੀ ਆ ਉਹ ਥੋੜ੍ਹੇ ਜਿਹੇ ਜਿਹੜੇ ਬੰਦ ਆ ਉਹਦੇ ਵਿੱਚ ਪੇਸ਼ ਕਰਦਾ। ਮੇਰੇ ਖਿਆਲ 'ਚ ਉਹਦੇ ਤੋਂ ਵੱਧ ਪੰਜਾਬੀਆਂ ਦੀ ਇੱਕ ਸਾਂਝੀ ਵਿਰਾਸਤ ਜਿਹੜੀ ਆ ਹੋਰ ਕਿਤੇ ਸਾਨੂੰ ਸ਼ਾਇਦ ਨਾ ਲੱਭੇ। ਸ਼ਾਹ ਮੁਹੰਮਦ ਦੀ ਉਹ ਰਚਨਾ ਜਿਹੜੀ ਆ ਉਹ ਸਾਡੇ ਦਿਲਾਂ ਦੇ ਬਹੁਤ ਕਰੀਬ, ਮੇਰੇ ਤੇ ਬਹੁਤ ਦਿਲ ਦੇ ਕਰੀਬ ਹੈ। ਤੇ ਹਾਲਾਂਕਿ ਆਪਾਂ ਹੋਰ ਗੱਲਾਂ ਕਰਨੀਆਂ ਸੀ, ਸਮਾਂ ਹੁਣ ਨਹੀਂ ਹੈ, ਪਰ ਅੱਜ ਜਿਹੜੀ ਗੱਲਬਾਤ ਹੋਈ ਆ ਇਹਦੇ ਬਾਰੇ ਤੁਸੀਂ ਕੋਈ ਐਸਾ ਕਮੈਂਟ ਕਰਨਾ ਚਾਹੋ ਜਾਂਦੇ ਜਾਂਦੇ, ਕੋਈ ਸੰਦੇਸ਼ ਦੇਣਾ ਚਾਹੋ, ਜੇ ਤੁਹਾਡੇ ਮਨ 'ਚ ਕੋਈ ਇਸ ਤਰ੍ਹਾਂ ਦਾ ਹੋਵੇ ਕਿ ਜਿਹੜੇ ਅਸੀਂ ਵਿਦੇਸ਼ਾਂ 'ਚ ਬੈਠੇ ਪੰਜਾਬੀ ਹਾਂ ਜਾਂ ਚੜ੍ਹਦੇ ਪੰਜਾਬ ਵਾਲੇ ਪੰਜਾਬੀ ਜਿਹੜੇ ਆ ਕਿਸੇ ਗੱਲੋਂ ਉਹ ਕਮਜ਼ੋਰੀ ਦਿਖਾ ਰਿਹਾ ਜਾਂ ਕਮੀ ਆ, ਤੇ ਉਹਦੇ ਲਈ ਕੀ ਕੀਤਾ ਜਾ ਸਕਦਾ ਆ, ਇੱਕ ਸਾਂਝਾ ਉਦਮ ਕੀ ਹੋ ਸਕਦਾ ਆ, ਤੇ ਤੁਸੀਂ ਆਪਣੇ ਸ਼ਬਦ ਕਹੋ, ਕਿਉਂਕਿ ਤੁਸੀਂ ਇੱਕ ਤਹਿਰੀਕ ਚਲਾ ਰਹੇ ਹੋ, ਬਹੁਤ ਵਧੀਆ ਕੰਮ ਕਰ ਰਹੇ ਹੋ। ਤੇ ਇਸ ਕਰਕੇ ਮੈਂ ਚਾਹਾਂਗਾ ਕਿ ਤੁਸੀਂ ਸੁਨੇਹਾ ਪੂਰੇ ਪੰਜਾਬੀਆਂ ਨੂੰ, ਦੁਨੀਆ ਭਰ 'ਚ ਬੈਠੇ ਪੰਜਾਬੀਆਂ ਨੂੰ ਆਪਣਾ ਕੋਈ ਦੇਣਾ ਚਾਹੋ ਤੇ ਅੱਜ ਦੇ ਪ੍ਰੋਗਰਾਮ 'ਚ ਦਿਓ। ਬਾਕੀ ਗੱਲਾਂ ਆਪਾਂ ਅੱਗੇ ਚੱਲ ਕੇ ਕਰਦੇ ਰਿਹਾ ਕਰਾਂਗੇ ਸਰ। ਜੀ ਸ਼ੁਕਰੀਆ ਗਿੱਲ ਸਾਹਿਬ। ਬੁਨਿਆਦੀ ਤੌਰ ਤੇ ਚੜ੍ਹਦੇ ਪੰਜਾਬ ਦਾ ਪੰਜਾਬੀ ਹੋਵੇ ਜਾਂ ਲਹਿੰਦੇ ਪੰਜਾਬ ਦਾ ਪੰਜਾਬੀ ਹੈ, ਇਹ ਦਬਿਆ ਹੋਇਆ ਪੰਜਾਬੀ ਹੈ। ਇਹਨਾਂ ਤੇ ਸਟੇਟਾਂ ਦੇ ਪ੍ਰੈਸ਼ਰ ਬਹੁਤ ਜ਼ਿਆਦਾ ਹੈ। ਇਸ ਲਈ ਜਿਤਨੀਆਂ ਮੈਂ ਗੱਲਾਂ ਕਰ ਰਹੀਆਂ ਵਾਂ, ਇਸ ਗੱਲਾਂ ਦੇ ਅੰਦਰ ਵੀ ਮੈਂ ਚਾਹੁੰਦਾ ਸੀ ਕਿ ਮੈਂ ਕੁਝ ਹੋਰ ਵੀ ਕਰਾਂ, ਲੇਕਿਨ ਮੈਂ ਉਹ ਕਰ ਨਹੀਂ ਪਾਉਂਦਾ। ਡਰ ਹੈ, ਖੌਫ ਹੈ। ਤੁਸੀਂ ਜਿੱਥੇ ਬੈਠੇ ਹੋ ਉਹ ਡੈਮੋਕ੍ਰੇਟਿਕ ਸਟੇਟਸ ਹੈ, ਉੱਥੇ ਬੰਦੇ ਨੂੰ ਗੱਲ ਕਰਨ ਦੀ ਆਜ਼ਾਦੀ ਹੈ, ਉੱਥੇ ਬੰਦੇ ਦੀ ਇਨਸਾਨੀ ਜਿਹੜੀ ਫਰਦ ਦੀ ਆਜ਼ਾਦੀ ਹੈ ਉਹਦਾ ਖਿਆਲ ਰੱਖਿਆ ਜਾਂਦਾ ਹੈ। ਸੋ ਦੂਸਰਾ, ਤੁਸੀਂ ਉੱਥੇ ਬੈਠੇ ਹੋ ਜਿਹੜੇ ਤਰੱਕੀ ਯਾਫਤਾ ਮੁਲਕ ਹਨ। ਅਸੀਂ ਤੁਹਾਡੇ ਤੋਂ ਇਹ ਚਾਹਾਂਗੇ ਕਿ ਪੰਜਾਬੀ ਲੈਂਗੁਏਜ ਦਾ ਸਵਾਲ ਹੋਵੇ, ਬੋਲੀ ਦਾ ਸਵਾਲ ਹੈ, ਪੰਜਾਬੀ ਲਿਟਰੇਚਰ ਦਾ ਸਵਾਲ ਹੈ, ਉਹਦੇ ਲਈ ਇਹ ਜਿਹੜੇ ਦਬੇ ਹੋਏ ਲੋਕ ਹਨ ਇਹਨਾਂ ਨੂੰ ਹਰ ਤਰੀਕੇ ਦੇ ਨਾਲ ਸਪੋਰਟ ਕੀਤੀ ਜਾਵੇ। ਉਹ ਸਪੋਰਟ ਪੋਲੀਟੀਕਲ ਲੈਵਲ ਤੇ ਵੀ ਹੋ ਸਕਦੀ ਹੈ, ਉਹ ਸਪੋਰਟ ਜਿਵੇਂ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਮੁਖਤਲਿਫ ਲੋਕਾਂ ਤੱਕ ਇਹ ਪਹੁੰਚ ਰਹੀ ਹੈ, ਜਿਹੜਾ ਅਸੀਂ ਇੱਥੇ ਬਹਿ ਕੇ ਸਾਡਾ ਕੋਈ ਚੈਨਲ ਨਹੀਂ ਇਹ ਪ੍ਰੋਗਰਾਮ ਕਰ ਸਕੇਗਾ। ਇਸ ਤਰੀਕੇ ਦੇ ਪ੍ਰੋਗਰਾਮਿੰਗ ਕੀਤੀ ਜਾਵੇ। ਔਰ ਇਸ ਤੋਂ ਹਟ ਕੇ ਜਿਹੜੇ ਪੋਲੀਟੀਸ਼ੀਅਨ ਹਨ ਸਾਡੇ, ਜਿਸ ਤਰੀਕੇ ਦੇ ਨਾਲ ਇਮਰਾਨ ਖਾਨ ਬਹੁਤ ਸਿੱਖ ਕਮਿਊਨਿਟੀ ਦੇ ਕਰੀਬ ਹਨ, ਸੋ ਇਮਰਾਨ ਖਾਨ ਜਿਹੇ ਲੋਕਾਂ ਨੂੰ ਇਹ ਮੈਸੇਜ ਦਿੱਤਾ ਜਾਵੇ ਕਿ ਅਗਰ ਪੰਜਾਬ ਦੇ ਅੰਦਰ ਪੰਜਾਬੀ ਬੋਲੀ ਦਾ ਉਹਦੇ ਅੰਦਰ ਉਸ ਨੂੰ ਨਿਸਾਬ ਦੇ ਵਿੱਚ ਸ਼ਾਮਿਲ ਕਰਵਾਇਆ ਜਾਂਦਾ ਹੈ ਤੇ ਉਹਦੇ ਨਾਲ ਪੰਜਾਬ ਤਰੱਕੀ ਕਰੇਗਾ। ਬੋਲੀ ਤੋਂ ਇਲਾਵਾ ਪੰਜਾਬ ਤਰੱਕੀ ਨਹੀਂ ਕਰ ਸਕਦਾ। ਸੋ ਸਾਨੂੰ ਪੰਜਾਬੀਆਂ ਨੂੰ ਇੱਕ ਮੁੱਠ ਹੋ ਕੇ ਇੱਕ ਦੂਸਰੇ ਦਾ ਦਰਦ ਪਾਲਣ ਦੀ ਲੋੜ ਹੈ। ਉਹ ਚਾਹੇ ਕਿਸਾਨ ਮੂਵਮੈਂਟ ਹੋਵੇ, ਉਹ ਪੰਜਾਬੀ ਲੈਂਗੁਏਜ ਦਾ ਮੁੱਦਾ ਹੈ, ਉਹ ਬਾਕੀ ਲਿਟਰੇਚਰ ਨਾਲ ਜੁੜਿਆ ਹੋਇਆ ਹੋਵੇ, ਜਾਂ ਕਿ ਉਹ ਸਾਡੇ ਕਲਚਰ ਦੇ ਨਾਲ ਜੁੜਿਆ ਹੋਇਆ ਹੋਵੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਹਿਮਦ ਰਜ਼ਾ ਸਾਹਿਬ। ਬੇਸ਼ਕੀਮਤੀ ਤੁਸੀਂ ਜਿਹੜੀਆਂ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਮੈਨੂੰ ਯਕੀਨ ਹੈ ਕਿ ਸਾਡੇ ਜਿਹੜੇ ਦਰਸ਼ਕ ਨੇ, ਸਾਡੇ ਟੈਲੀਵਿਜ਼ਨ ਨੂੰ ਜਿਹੜੇ ਵੇਖ ਰਹੇ ਨੇ ਤੇ ਅੱਗੇ ਚੱਲ ਕੇ YouTube ਤੇ ਵੀ ਅਸੀਂ ਇਹਨੂੰ ਪਾਵਾਂਗੇ, ਇੱਕ ਐਸਾ ਸੁਨੇਹਾ ਜਿਹੜਾ ਸਾਰੇ ਪੰਜਾਬੀਆਂ ਨੂੰ ਜ਼ਰੂਰ ਜਾਏਗਾ ਕਿ ਸਾਡੀਆਂ ਆਤਮਾ ਨੂੰ ਝੰਜੋੜੇਗਾ ਔਰ ਅਸੀਂ ਨਵੇਂ ਸਿਰੇ ਤੋਂ ਇਸ ਮੂਵਮੈਂਟ ਦੇ ਨਾਲ ਜੁੜਨ ਦੀ ਯਤਨਸ਼ੀਲ ਹੋਵਾਂਗੇ ਔਰ ਆਪਣੀ ਮਾਂ ਬੋਲੀ ਦਾ ਜਿਹੜਾ ਸਤਿਕਾਰ ਹੈ, ਜਿਹੜਾ ਮਾਣ ਹੈ, ਉਹਨੂੰ ਹੋਰ ਉੱਚਾ ਕਰਾਂਗੇ ਤਾਂ ਕਿ ਫਖਰ ਨਾਲ ਅਸੀਂ ਕਹਿ ਸਕੀਏ ਕਿ ਅਸੀਂ ਪੰਜਾਬੀ ਹਾਂ, ਜਿੰਦਾ ਦਿਲ ਪੰਜਾਬੀ ਹਾਂ। ਅਸੀਂ ਉਹੀ ਨਾਬਰ ਪੰਜਾਬੀ ਹਾਂ, ਦੁੱਲੇ ਭੱਟੀ ਦੇ ਵਾਰਸ ਹਾਂ। ਆਪਣੇ ਵੱਡਿਆਂ ਦੀ ਜਿਹੜੀ ਅਣਖ ਵਾਲੀ ਜਿਹੜੀ ਸਾਡੀ ਭਾਸ਼ਾ ਹੈ, ਸਾਡਾ ਜੀਵਨ ਦਾ ਢੰਗ ਹੈ, ਸਟਾਈਲ ਹੈ, ਅਸੀਂ ਕਿਤੇ ਬੈਠੇ ਹੋਈਏ ਅਸੀਂ ਉਹਨੂੰ ਜਿੰਦਾ ਰੱਖਾਂਗੇ। ਪੰਜਾਬੀਅਤ ਜਿੰਦਾਬਾਦ। ਧੰਨਵਾਦ ਤੁਹਾਡਾ ਜੀ। ਜੀਵੇ ਪੰਜਾਬ ਜੀ ਤੇ ਜੀਵਨ ਪੰਜਾਬੀ। ਬਹੁਤ ਸ਼ੁਕਰੀਆ। ਸ਼ੁਕਰੀਆ।